सुन वालिਆਂ ਨੂੰ ਰਾਣੀ ਮੰਗਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਅਲੈਕਮ। ਅੱਜ ਦੇ ਮੁਲਾਕਾਤ ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਡਾਕਟਰ ਢਿੱਲੋਂ। ਡਾਕਟਰ ਢਿੱਲੋਂ, ਵੈਲਕਮ। ਹਾਂਜੀ, ਸਤਿ ਸ੍ਰੀ ਅਕਾਲ ਰਾਣੀ ਭੈਣ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ, ਔਰ ਨੂਰ ਕੌਰ ਢੀਂਡਸਾ ਵੀ ਜੁਆਇਨ ਕਰ ਰਹੇ ਨੇ। ਓਕੇ ਜੀ। ਹਾਂਜੀ, ਤੇ ਬਿਫੋਰ ਉਹ ਜੁਆਇਨ ਕਰਨ ਦੱਸਦੀ ਹੈ ਕਿ ਅੱਜ ਇੰਟਰਨੈਸ਼ਨਲ ਯੂਥ ਡੇ ਐਕਚੁਅਲੀ ਕੱਲ ਸੀਗਾ, ਤੇ ਇਹ ਹੁਣ 12 ਅਗਸਤ ਨੂੰ ਹਰ ਸਾਲ ਇਹਦੇ ਬਾਰੇ ਜ਼ਰੂਰ ਚਰਚਾ ਹੁੰਦੀ ਹੈ। ਹਾਂਜੀ ਹਾਂਜੀ, ਉਹਦਾ ਰੀਜ਼ਨ ਦੇਖੋ, ਰੀਜ਼ਨ ਤਾਂ ਕਈ ਆਪਾਂ ਕਰ ਸਕਦੇ ਹਾਂ। ਹੁਣ ਅੱਗੇ ਨਾਲੋਂ ਕਹਿ ਲਓ ਜ਼ਮਾਨੇ ਦਾ ਜਿਹੜਾ ਫਰਕ ਬਹੁਤ ਪੈ ਗਿਆ, ਬਹੁਤ ਜ਼ਿਆਦਾ। ਹਾਂਜੀ, ਤੇ ਇਹ ਹੈ ਕਿ ਹਰ ਸਾਲ ਇਹਨਾਂ ਦੀ ਇੱਕ ਨਵੀਂ ਥੀਮ ਹੁੰਦੀ ਹੈ, ਜਿਹੜਾ ਇੰਟਰਨੈਸ਼ਨਲ ਯੂਥ ਡੇ ਹੈ। ਇਹਦੇ ਬਾਰੇ ਵੀ ਅੱਗੇ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਪਰ ਉਸ ਥੀਮ ਤੋਂ ਅੱਗੇ ਜਾ ਕੇ ਮਤਲਬ ਇਹ ਲੋਕ ਜਿਹੜੀ ਥੀਮ ਹੋਵੇ ਫਿਰ ਉਹਦੇ ਤੇ ਵਰਕਆਊਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਦੇ ਬਾਰੇ ਸੈਮੀਨਾਰਸ ਜਾਂ ਡਿਫਰੈਂਟ ਆਰਗੇਨਾਈਜੇਸ਼ਨਸ ਨੇ ਜਿਹੜੀਆਂ, ਉਹਦੇ ਬਾਰੇ ਫਿਰ ਇਹ ਲੋਕ ਬੱਚਿਆਂ ਨੂੰ ਸਕੂਲਾਂ 'ਚ ਵੀ ਹਰ ਥਾਂ ਤੇ ਇਹਦੇ ਬਾਰੇ ਗੱਲਬਾਤ ਕਰਦੇ ਨੇ। ਹਾਂਜੀ ਹਾਂਜੀ ਹਾਂਜੀ, ਤੇ ਇਹ ਸਿਰਫ ਇਹ ਅਵੇਅਰਨੈਸ ਹੈ ਇੱਕ, ਆਪਾਂ ਜਿਹੜੀ ਬੱਚਿਆਂ ਦੇ ਵਿੱਚ ਜਾਂ ਇਹਨਾਂ ਦੇ ਕੀ ਇਸ਼ੂਜ਼ ਨੇ, ਔਰ ਪੂਰੇ ਗਲੋਬਲੀ, ਇਹ ਨਹੀਂ ਕਿ ਜਸਟ ਕੈਨੇਡਾ 'ਚ, ਆਪਾਂ ਸਾਰੇ ਹੀ ਇੱਥੇ ਇਹ ਲੋਕ ਕਹਿੰਦੇ ਕਿ ਅਵੇਅਰਨੈਸ ਕ੍ਰੀਏਟ ਕੀਤੀ ਜਾਏ। ਜਿੰਨੇ ਵੀ ਡੇਜ਼ ਹੈ ਰਾਣੀ ਭੈਣ ਜੀ, ਹਾਂਜੀ, ਇਹ ਤਾਂ ਚਲੋ ਇੰਟਰਨੈਸ਼ਨਲ ਯੂਥ ਡੇ, ਆਪਾਂ ਹੋਰ ਵੀ ਪ੍ਰੋਗਰਾਮਸ ਕੀਤੇ, ਜਿਹੜਾ ਵੀ ਡੇ ਆਉਂਦਾ ਰਿਹਾ, ਹਾਂਜੀ ਹਾਂਜੀ, ਉਹਦੇ 'ਚੋਂ ਅਵੇਅਰ ਹੀ ਹੁੰਦਾ ਹਰੇਕ ਪਲੇਟਫਾਰਮ ਤੋਂ, ਐਨਜੀਓਜ਼ ਤੋਂ, ਐਨਜੀਓਜ਼ ਕਰਦੀਆਂ, ਹੋਰ ਸਾਰੇ ਜਿੰਨੇ ਆ ਸੈਮੀਨਾਰਸ ਹੁੰਦੇ ਆ, ਹਨਾ। ਹਾਂਜੀ ਹਾਂਜੀ, ਤਾਂ ਉਹ ਸਾਰਿਆਂ ਦੇ ਵਿੱਚ ਉਹ ਅਵੇਅਰਨੈਸ ਹੀ ਹੈ ਸਾਰਿਆਂ ਨੂੰ ਦਿੱਤੀ ਜਾਂਦੀ। ਹਾਂਜੀ, ਸੋ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਤੇਜ਼ ਹੋ ਗਈ ਹੈ। ਹਾਂਜੀ, ਤੇ ਜਿਹਨੂੰ ਪੁੱਛੋ ਕਹਿੰਦਾ ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਦਿਨ ਚੜ੍ਹਦਾ, ਕਿਹੜੇ ਵੇਲੇ ਰਾਤ ਹੋ ਗਈ, ਫਾਸਟ ਹੋ ਗਈ ਨਾ। ਹਾਂਜੀ, ਸੋ ਇਹ ਵੀ ਇੱਕ ਤਰੀਕੇ ਦੀ ਕਹਿ ਲਓ ਐਜੂਕੇਸ਼ਨ ਹੈ ਕਿ ਇਹ ਬੱਚਿਆਂ ਨੂੰ ਛੱਡ ਕੇ ਵੱਡੇ ਛੋਟੇ ਸਾਰਿਆਂ ਵਾਸਤੇ ਉਹਨਾਂ ਨੂੰ ਐਜੂਕੇਟ ਕਰਨਾ, ਉਹਨਾਂ ਦੀ। ਪਰ ਇਹਦੇ ਵਿੱਚ ਹੈ ਕਿ ਬੱਚਿਆਂ ਦੀ ਡਿਸੀਜ਼ਨ ਮੇਕਿੰਗ, ਤੁਹਾਨੂੰ ਪਤਾ ਆਪਣੇ ਟਾਈਮ ਤੇ ਬੱਚੇ ਜਿਹੜੇ ਸੀਗੇ ਉਹਨਾਂ ਦਾ ਕੋਈ ਰੋਲ ਨਹੀਂ ਸੀ ਹੁੰਦਾ ਕਿ ਵਿੱਚ ਡਿਸਾਈਡ ਕਰ ਸਕਣ। ਹਾਂਜੀ, ਪਰ ਹੁਣ ਬਦਲਾਵ ਇਹ ਆਇਆ ਕਿ ਘਰ 'ਚ ਨਿੱਕੀ ਮੋਟੀ ਚੀਜ਼ ਵੀ ਲੈਣ ਜਾਣਾ ਨਾ, ਤੇ ਬੱਚਿਆਂ ਨੂੰ ਪੁੱਛਿਆ ਜਾਂਦਾ, ਬੱਚੇ ਵੀ ਆਪਣਾ ਪੂਰਾ ਦੱਸਦੇ ਨੇ, ਬੱਚੇ ਪੂਰੀ ਰਾਏ ਦਿੰਦੇ ਆ ਆਪਦੀ। ਹਾਂਜੀ, ਕਿਹੜੀ ਚੀਜ਼ ਲੈਣੀ ਹੈ, ਭਾਵੇਂ ਗਰੋਸਰੀ ਹੋਵੇ। ਅਸੀਂ ਲੋਕ ਯੰਗ ਸੀ, ਮੀਨਸ, ਹਾਂਜੀ ਹਾਂਜੀ, ਤਾਂ ਉਦੋਂ ਜਿਹੜੇ ਪੜ੍ਹੀਆਂ ਲਿਖੀਆਂ ਫੈਮਿਲੀ ਸੀ, ਆਫੀਸਰ ਕਲਾਸ ਸੀ, ਉਹਦੇ 'ਚ ਇਹ ਹੁੰਦਾ ਸੀ, ਹਾਂਜੀ, ਕਿ ਉਹ ਆਪਣੇ ਬੱਚਿਆਂ ਦੀ ਹਰੇਕ ਚੀਜ਼ 'ਚ ਰਾਏ ਹੁੰਦੀ ਸੀ ਉਹਨਾਂ ਦੀ। ਔਰ ਜਿਵੇਂ ਬੱਚਿਆਂ ਨੇ ਆਪਣੀਆਂ ਪਰਸਨਲ ਚੀਜ਼ਾਂ ਲੈਣੀਆਂ, ਆਪਣੇ ਕੱਪੜੇ ਲੈਣੇ, ਸਾਰਾ ਕੁਛ ਲੈਣਾ, ਤਾਂ ਉਹਨਾਂ ਨੇ ਟੋਟਲ ਉਹਨਾਂ ਨੂੰ ਫਰੀडम ਹੁੰਦੀ ਸੀ ਕਿ ਉਹ ਆਪਦਾ ਲੈਣ। ਪਰ ਬਹੁਤ ਘੱਟ ਪਰਸੈਂਟੇਜ ਸੀ, ਉਹ 20% ਸੀ ਸਾਰਾ। ਹਾਂਜੀ, ਬਹੁਤ ਘੱਟ ਸੀ। ਮੈਂ ਦੇਖਿਆ ਵੀ ਕਈ ਬੇਸ਼ੱਕ ਬਹੁਤ ਪੈਸੇ ਵਾਲੇ ਵੀ ਹੋਣ, ਉਹ ਵੀ ਕਹਿੰਦੇ ਨੇ ਅਸੀਂ ਆਪ ਹੀ ਚੀਜ਼ ਜੋ ਲੈ ਕੇ ਦੇਣੀ ਆਪ ਲੈ ਕੇ ਦੇਈਏ। ਹਾਂਜੀ, ਉਦੋਂ ਇਹੀ ਜ਼ਮਾਨਾ ਸੀ। ਹਾਂਜੀ, ਪਰ ਹੁਣ ਜ਼ਮਾਨਾ ਅੱਗੇ ਨਾਲੋਂ ਬਹੁਤ ਜ਼ਿਆਦਾ ਬਦਲ ਗਿਆ। ਹਾਂਜੀ, ਪਰ ਇਹ ਹੈ ਕਿ ਹੁਣ ਐਨਕਰੇਜ ਕਰਦੇ ਨੇ ਬੱਚਿਆਂ ਨੂੰ ਕਿ ਤੁਸੀਂ ਇਨਵੋਲਵ ਹੋਵੋ। ਹਾਂਜੀ, ਤੁਸੀਂ ਆਪਣਾ ਜਿਹੜਾ ਕੋਈ ਡਿਸੀਜ਼ਨ ਬਣਾਉਣਾ ਹੈ, ਹਾਂਜੀ, ਉਹ ਤੁਸੀਂ ਆਪ ਬਣਾਓ। ਹੁਣ ਉਸ ਟਾਈਮ ਆਪਾਂ ਨੂੰ ਮਾਂ ਪਿਓ ਕਹਿੰਦੇ ਸੀ ਨਾ, ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਮਤਲਬ ਤੁਸੀਂ ਇਹੀ ਕਰ ਸਕਦੇ ਹੋ, ਹੈ ਨਾ। ਤੇ ਹੁਣ ਜ਼ਮਾਨਾ ਇੰਨਾ ਬਦਲ ਗਿਆ, ਬੱਚੇ ਆਪਦੀ ਰਾਏ ਦਿੰਦੇ ਕਿ ਅਸੀਂ ਕੀ ਬਣਨਾ। ਹਾਂਜੀ, ਦੇ ਹੈਵ ਪਲਾਨਸ ਫॉर ਦੈਮਸੈਲਵਸ। ਹਾਂ, ਹਰ ਬੱਚੇ ਦਾ ਆਪਣਾ ਪਲਾਨ ਹੈ ਕਿ ਅਸੀਂ ਕੀ ਬਣੀਏ, ਕੀ ਅਸੀਂ ਕਰ ਸਕਦੇ ਹਾਂ। ਸੋ ਬੱਚਿਆਂ ਦੀਆਂ ਚੋਇਸਿਸ ਜਿਹੜੀਆਂ ਨੇ ਉਹ ਬੱਚਿਆਂ ਦੀਆਂ ਨੇ। ਇਹ ਚੀਜ਼ਾਂ ਹੁਣ ਆਪਾਂ ਨੂਰ ਨੂੰ ਵੀ ਪੁੱਛ ਸਕਦੇ ਹਾਂ। ਨੂਰ, ਵੈਲਕਮ ਟੂ ਰੇਡੀਓ ਇੰਡੀਆ। ਥੈਂਕ ਯੂ। ਸੋ ਮੈਂ ਅੱਗੇ ਜਿਵੇਂ ਦੱਸ ਰਹੀ ਸੀ, ਸਾਡੇ ਜਿਹੜੇ ਸਭ ਨਾਲੋਂ ਛੋਟੇ ਹੋਸਟ ਨੂਰ ਕੌਰ ਢੀਂਡਸਾ ਵੀ ਸਾਡੇ ਨਾਲ ਨੇ। ਨੂਰ, ਹੁਣ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਯੰਗ ਬੱਚੇ ਨੇ ਉਹ ਬਹੁਤ ਫਰਕ ਪੈ ਗਿਆ ਐਜ਼ ਕੰਪੇਅਰ ਟੂ ਵੈਨ ਆਈ ਵਾਜ਼ ਯੰਗ। ਵੀ ਵਰ ਨਾਟ ਅਲਾਊਡ ਕਿ ਅਸੀਂ ਘਰ 'ਚ ਕੋਈ ਵੀ ਡਿਸਾਈਡ ਕਰ ਸਕੀਏ। ਹੁਣ ਅਬਾਊਟ ਯੂ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਘਰ 'ਚ ਡਿਸਾਈਡ ਕਰਦੇ ਹੋ ਤੁਸੀਂ ਕਿਹੜੇ ਕੱਪੜੇ ਪਾਣੇ ਨੇ, ਕਿਹੜੀ ਪੈਂਟ ਪਾਣੀ ਹੈ, ਕਿਹੜੀ ਸ਼ਾਪਿੰਗ ਕਰਨੀ ਹੈ, ਕੀ ਲੈਣਾ ਹੈ? ਨੂਰ? Yes, well, I could do certain things like decide on my clothes, except for like whether I can like decide on certain things, but if I decide on what to eat, it's kind of strict because if I have candy,
Well, like, I'm not really allowed to always have candy. So, like, yeah, like, some things you're allowed to say yes to and some things you're not. So, ਪਰ ਓਕੇ ਦੈਨ ਆਪਾਂ ਜੇ ਛੋਟੀਆਂ ਚੀਜ਼ਾਂ ਦੀ ਗੱਲ ਕਰੀਏ ਹਾਂਜੀ ਥੋੜੀਆਂ ਵੱਡੀਆਂ ਦੀ ਬਾਅਦ ਚ ਕਰਾਂਗੇ ਹੁਣ ਤੁਸੀਂ ਆਪਣਾ ਕਮਰਾ ਸੈੱਟ ਕਰਨਾ ਹੈ ਡੂ ਯੂ ਹੈਵ ਅ ਸੇ ਨੂਰ ਕਿ ਆਪਣੇ ਕਮਰੇ ਚ ਕੀ ਰੱਖਣਾ ਹੈ ਕੀ ਨਹੀਂ ਰੱਖਣਾ Yes, I do. Yeah, but if it's like, can I add a huge wall of pink and add these designs? Maybe not, because like I think your parents are trying to help you if it's like a bad thing or if it's a good thing. Like if it's like if it's a bad design and your parents don't want to ruin the walls. For example, if you want to add stickers, it might ruin the wall. So maybe some days I do. Yeah. Okay. So what about education? Let's go towards education now. So do you decide कि ਵੱਡੇ ਹੋ ਕੇ ਤੁਸੀਂ ਕੀ बनना ਚਾਹੁੰਦੇ ਹੋ ਜਾਂ ਪੜ੍ਹਾਈ ਕਰਨ ਵਾਸਤੇ of course mom dad are gonna say कि पढ़ो or everybody's gonna say go to this school, this is the best school for you. But do you have any choice कि when you grow up what do you want to be? Yeah, I do, because it's like it's my choice. But if it's something like be someone who's just like drawing all day, I want to have a good job. So I think my parents will give me a good job, so like it would be a recommended job, but I would have a say in my job also. Okay. What about do you have any challenges कि कोई challenge करे okay can you do this, can you do it? Sports or anything like that? What challenge? I can give you an example. So like if I'm at a hockey game and if it's like my parents saying, oh, you should try getting a goal, I'll try getting a goal, because if my parents are watching, you have to try doing very good. Yeah. That's good. If parents watch nahi kar rahe, then you won't do good? No, you still have to do good. You still have to do good whether parents are watching or not watching, right? Yeah. Okay, the difference is when I was young, our parents never watched our game. ਪਰ ਹੁਣ ਜਿਹੜੇ ਬੱਚੇ ਨੇ ਹੁਣ ਬੱਚਿਆਂ ਦੇ ਪੇਰੈਂਟਸ ਜਿਹੜੇ ਨੇ ਉਹ ਗੇਮ ਵਾਚ ਕਰਨ ਜਾਂਦੇ ਨੇ ਬਿਲਕੁਲ ਹੁਣ ਧਿਆਨ ਕਰਦੇ ਆ ਸਾਡੇ ਟਾਈਮ ਪੇਰੈਂਟਸ ਨਹੀਂ ਸੀ ਜਾਂਦੇ ਹੁਣ ਜ਼ਿਆਦਾ ਧਿਆਨ ਕਰਦੇ ਆ ਕੁਝ ਐਜੂਕੇਸ਼ਨ ਕਹਿ ਲਓ ਜਿਹੜੇ ਹੋਣ ਵਾਲੇ ਬੱਚੇ ਆ ਉਹਨਾਂ ਦੇ ਜਿਹੜੇ ਪੇਰੈਂਟਸ ਐਜੂਕੇਟਿਡ ਨੇ ਸਾਡੇ ਪੇਰੈਂਟਸ ਵੀ ਉਹਨੇ ਐਜੂਕੇਟਿਡ ਨਹੀਂ ਸੀਗੇ ਹਨਾ ਉਹਨਾਂ ਦਾ ਐਕਸਪੋਜ਼ਰ ਉਹਨਾਂ ਨਹੀਂ ਸੀ ਪੇਰੈਂਟਸ ਦਾ ਨਹੀਂ ਭਾਵੇਂ ਪੜ੍ਹੇ ਲਿਖੇ ਜੌਬ ਵਾਲੇ ਜਿਹੜੇ ਚੰਗੇ ਪੇਰੈਂਟਸ ਸੀ ਉਹ ਵੀ ਨਹੀਂ ਜਾਂਦੇ ਇੱਕ ਮਤਲਬ ਟ੍ਰੈਡੀਸ਼ਨ ਹੀ ਸੀ ਕਿ ਬੱਚੇ ਆਪ ਦਾ ਆਪੇ ਕਰਨ ਹਨਾ ਹਾਂ ਤੇ ਹੁਣ ਪੇਰੈਂਟਸ ਭਾਵੇਂ ਜੋ ਮਰਜ਼ੀ ਨੇ ਭਾਵੇਂ ਜੌਬ ਕਰਦੇ ਨੇ ਜਾਂ ਨਹੀਂ ਡੈਡੀਕੇਟਿੰਗ ਕਰਦੇ ਹੈ ਪੇਰੈਂਟਸ ਹੁਣ ਬੱਚਿਆਂ ਦੀਆਂ ਗੇਮਸ ਦੇਖਣ ਜ਼ਰੂਰ ਜਾਂਦੇ ਨੇ ਸੋ ਨੂਰ ਹੁਣ ਆਪਣਾ ਯੈਸਟਰਡੇ ਅਗਸਟ 12 ਨੂੰ ਸੀ ਇੰਟਰਨੈਸ਼ਨਲ ਯੂਥ ਡੇ ਦਿਸ ਈਅਰ ਜਿਹੜਾ ਥੀਮ ਹੈ ਇਟਸ ਅਬਾਊਟ greenery, it's about environment. ਹੁਣ ਬੱਚਿਆਂ ਨੂੰ ਇਹ ਟੀਚ ਕਰਨਾ ਕਿ environment ਚੰਗਾ ਰੱਖਣਾ ਹੈ ਨਾ ਔਰ more technology. So what do you think about that? Yeah, I think it's a good thing, because you should keep the planet healthy and safe, and you shouldn't go on too much technology. So more technology than before? Yeah, there is way more, because in like the 1990s and stuff like that, there's like people used to play games and like they used to play outside and do like things, but now since there's like new things, there's so many computers and people are on their iPads, and like now there's like machines that you use to do stuff like so you learn actually ਸਾਰਾ ਕੁਝ ਸਿੱਖਦੇ ਹੋ ਆਪਣੇ ਕੰਪਿਊਟਰ ਤੋਂ iPad ਤੋਂ but in the old days you would learn from your parents or school. Yes. Now I think ਅੱਗੇ ਜਿਵੇਂ ਅਸੀਂ ਆਪਣੀਆਂ ਨਾਨੀਆਂ ਤੋਂ ਦਾਦੀਆਂ ਤੋਂ ਸਿੱਖਦੇ ਸੀ ਬਹੁਤ ਸਾਰੀਆਂ ਚੀਜ਼ਾਂ ਜੀ ਹੁਣ ਨਾਨੀਆਂ ਦਾਦੀਆਂ ਦੀ ਥਾਂ ਤੇ ਗੂਗਲ ਆ ਗਿਆ am I right ਨੂਰ? Yeah. ਹੁਣ ਚਾਹ ਬਣਾਉਣੀ ਹੋਵੇ will you ask your mom or grandma or you will just ask Google? Well, sometimes Google can be wrong. It's not always correct on most of the things. Yeah, you are right.
But you can learn making cha from Google, right? Yeah, because since Google has been updated way before 19, you can't be asking what happened in this year. You can ask like your grandparents, like, what did you used to do when you were a little kid? Like, because Google can't answer what did my grandma used to do when she was a little kid. Yes. That सिद्धा अपने grandma तो ही पूछना पाएगा. या mom तो. Yeah. कहते half अपना जड़ा इस planet पे half of the people on this planet are 30 years old or young. Yeah. So 57% हो जाने ने by 2030. So that means more young people than साडे वर्गे old people. Yeah. है ना? ते that's what survey जड़े लोग करते रहंदे ने 67% of people they believe to have a better future. So 15 to 17 years old being the most optimistic about it. So there are more young people now and they will grow more. हाँ जी. So majority ये है कि हुन अगे ज़्यादा young people ज़्यादा आ रहे ने ते old जड़े ने वो कटदे जा रहे ने. Of course. 2.6% of ਜਿਹੜੇ ਹੈਗੇ ਪਾਰਲੀਮੈਂਟ ਦੇ ਵਿੱਚ ਹੈਗੇ ਆ ਜਿਹੜੇ ਆਪਣੇ ਐਮਪੀਜ਼ ਹੈ they are under 30 years old. ਹੁਣ ਪੋਲਿਟਿਕਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਆਣਾ ਸ਼ੁਰੂ ਕਰ ਦਿੱਤਾ ਹੈ. ਸੋ ਪੋਲਿਟਿਕਸ ਦੇ ਵਿੱਚ ਅੱਗੇ ਛੋਟੇ ਬੱਚੇ ਨਹੀਂ ਸੀ ਆਉਂਦੇ. ਯੂਜੂਅਲੀ ਆਪਾਂ ਇੰਡੀਆ ਵੀ ਦੇਖੋ ਜਾਂ ਇੱਥੇ ਜ਼ਿਆਦਾ 올ਡਰ ਲੋਕ ਸੀਗੇ. ਹੁਣ ਯੰਗ ਹੈ ਤੇ ਹੁਣ ਯੰਗ ਲੋਕੀ ਆਣੇ ਸ਼ੁਰੂ ਹੋ ਗਏ ਨੇ. ਮਸਟ कह लो 2% ਜਿਹੜੇ ਨੇ ਅੰਡਰ 30 ਪੋਲਿਟਿਕਸ ਨੇ ਹਾਲੀ ਵੀ ਥੋੜੇ ਨੇ ਪਰ ਆਣੇ ਸ਼ੁਰੂ ਹੋ ਗਏ ਨੇ. ਐਂਡ ਸਿਰਫ ਕੀ ਕਹਿੰਦੇ ਨੇ 1% ਜਿਹੜੇ ਨੇ ਆਰ ਵੂਮਨ. So what do you think? Kids should go in politics? Yes, they should. It's a good thing to do for kids. For kids? So they can make their own laws and अपना naturally ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਕਿ what's good for them. So they can change the law. They can do some planning. So do you think ਬੱਚਿਆਂ ਨੂੰ politics ਦੇ ਵਿੱਚ ਆਉਣਾ ਚਾਹੀਦਾ so they can change the law? Yeah, they should be in politics. It's a good thing. So what do you think more about youth? What they should do? Well, they can know their country. They should know about their country. They should know about the environment and the history and the news and what's going on around the world. Yeah. And ਨਾਲੇ ਇਹ ਵੀ ਬੱਚੇ ਇੱਕ ਦੇਖ ਸਕਦੇ ਨੇ ਕਿ ਉਹਨਾਂ ਲਈ ਅੱਗੇ ਹਰਡਲਸ ਕਿਹੜੀਆਂ ਨੇ. ਹਾਂਜੀ ਹੈ ਨਾ. ਦੈਟ ਇਜ਼ ਅ ਬਿਗ ਥਿੰਗ. ਅਗਰ ਤੁਸੀਂ ਹੁਣ ਭਾਵੇਂ ਬੱਚੇ ਕਿਸੇ ਵੀ ਜੌਬ 'ਚ ਹੋਣ ਪਰ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਸਾਨੂੰ ਰਾਹ 'ਚ ਕਿਹੜੀਆਂ ਹਰਡਲਸ ਆਉਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਓਵਰਕਮ ਕਿਵੇਂ ਕਰ ਸਕਦੇ ਹਾਂ. ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਕਿ ਤੁਸੀਂ ਉਹਦੀ ਚੰਗੀ ਤਰ੍ਹਾਂ ਪਲੈਨਿੰਗ ਨਾ ਕਰ ਸਕੋ ਜਾਂ ਜਿਹੜੀ ਚੀਜ਼ ਨਹੀਂ ਹੋ ਸਕਦੀ. ਦੇਰ ਇਜ਼ ਆਲਵੇਜ਼ ਅ ਵੇ ਅਰਾਊਂਡ ਡੂਇੰਗ ਥਿੰਗਸ. Am I right, Noor? Yes. So do you have any challenges ki you have to do it, you have to go around and do it, whether it's games, sports, apna kisi bhi sports ya education or anything at home, baking? Sometimes you thoda ji karta hai ki aa cheez bake kariye and you try different things. है ना. So किसी चीज से विच भी hurdles ਹੁੰਦੀਆਂ ਨੇ. ਹਾਂਜੀ But you can do it. So what else do you have to say about youth, International Youth Day? What do you think? What is the future, and now and the future? Well, sometimes before 8, we are not taken seriously. But we are the drivers of like the future. So this day, well, the day of August 12th, 2023, Saturday, this day helps raise awareness to the importance of young kids' voices in society. That's good. So I think
that for International Youth Day going ahead, there should be a day where there's one children of each province or territory or country. There'll be letters, and there'll be one children who gets to choose the law for the day. Like, you can have this much technology, you can have this much candy, but it has to be a good deal, just for like the day or an hour. Oh, that's good. So, yeah. Okay. So, future, okay, what else do you want to see in future? What everybody should do about kids, growing kids? Well, I mean, sometimes like they're taken not too seriously, so they should be like, well, in the future they should be more caring about children, and there should be like more things that like maybe children could start making baking things. They can try inventing new things, but maybe not something that's like too crazy, or like something that's like good. ਪਰ ਅੱਜ ਕੱਲ ਕਾਫੀ ਬੱਚਿਆਂ ਦੀਆਂ ਕਿਚਨ ਸ਼ੁਰੂ ਹੋ ਗਈਆਂ ਨੇ ਹਾਂਜੀ ਆਪਣਾ ਤੁਸੀਂ ਜਾ ਕੇ ਕਿਡਸ ਕਿਚਨ ਜਾ ਕੇ ਤੁਸੀਂ ਕਈ ਚੀਜ਼ਾਂ ਸਿੱਖ ਸਕਦੇ ਹੋ YMCA ਕਈ ਪ੍ਰੋਗਰਾਮ ਨੇ ਛੋਟੇ ਬੱਚਿਆਂ ਵਾਸਤੇ ਹਾਂਜੀ ਹਾਂਜੀ ਯੂ ਲਰਨ ਆਪਣਾ ਲੰਚ ਕਿਵੇਂ ਬਣਾਉਣਾ ਹੈ ਹਾਂਜੀ ਹੈ ਨਾ simple macaroni cheese ਕਿਵੇਂ ਬਣਾਉਣੀ ਹੈ ਹਾਂਜੀ ਹਾਂਜੀ did you learn that too some time ago or especially yeah I learned from my nanny-ma how to bake. I learned some good things from my nanny-ma and my mama and my family. Oh, that's good. ਤੇ ਕੋਈ ਕੋਰਸ ਵੀ ਕੀਤਾ ਸੀ ਜਿਵੇਂ small week 2 weeks ਦੇ ਕੋਰਸ ਹੁੰਦੇ ਆ to learn how to make your lunch ਭਾਵੇਂ ਅੱਜ ਕੱਲ YMCA ਵੀ ਕਾਫੀ ਕੋਰਸਿਸ ਨੇ there is a little kitchen I think ਮੈਂ ਪੜ੍ਹਿਆ ਸੀ ਸਾਈਨ ਕਿਤੇ ਕਿ ਉੱਥੇ ਸਿਰਫ ਬੱਚੇ ਹੀ ਜਾ ਸਕਦੇ ਨੇ ਲਰਨ ਕਰਨ ਵਾਸਤੇ yeah well what I did was I used to do gymnastics camp. I used to do like they make you like you have to make food of your own, and you get to like use the ingredients, and there's a teacher that teaches you. And then we have YMCA summer camp where we go there every day. Certain days, 5:30 to 7:30, and we play games and stuff like that. It just gets like you run. It's like a good thing. Oh, that's good. Dr. Tillo, youth ਪਤਾ ਕਿਹਨੂੰ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਨਾ ਇੰਟਰਨੈਸ਼ਨਲ ਯੂਥ ਡੇ ਇਹ ਹਰ ਇੱਕ ਦਾ ਨਾ ਆਪਣਾ ਆਪਣਾ ਤਰੀਕਾ ਹੈ ਕਈ ਲੋਕ ਕਈ ਕਹਿ ਲੋ ਯੂਨਾਈਟਿਡ ਨੇਸ਼ਨਸ ਵਾਲੇ ਉਹ ਕਹਿਣਗੇ ਵੀ 15 ਤੋਂ ਲੈ ਕੇ 24 ਸਾਲ ਤੱਕ ਜਿਹੜਾ ਟਾਈਮ ਹੈ ਇਹ ਹੈਗਾ ਯੂਥ ਦਾ ਸੋ 24 years old ਆਪਾਂ ਕਹਿੰਦੇ ਆ ਯੰਗ ਅਡਲਟ ਹੈ ਨਾ ਪਰ ਕੈਨੇਡਾ ਦੇ ਵਿੱਚ ਕਹਿੰਦੇ ਨੇ 15 ਤੋਂ ਲੈ ਕੇ 34 ਸਾਲ 34 years 15 to 34 years ਜਿਹੜੇ ਬੱਚੇ ਨੇ ਦੇ ਆਰ ਯੂਥ ਸੋ 34 year ਆਪਾਂ ਕਹਿੰਦੇ ਆ ਕਿ ਅਡਲਟ ਹੋ ਗਿਆ ਵੱਡਾ ਹੋ ਗਿਆ ਤੇ ਪਰ ਇਹ ਕੈਨੇਡਾ ਵਾਲੇ ਕਹਿੰਦੇ ਨੇ ਕਿ 34 ਤੱਕ ਇਟਸ ਸਟਿਲ youth. So do you agree कि 34-year-old person should be a youth too? So कहते 1/4 ਜਿਹੜਾ ਹੈ ਇਹ youth ਹੋਏਗਾ ਜੇ 34 ਤੋਂ ਥੱਲੇ ਨੇ ਲੋਕ ਹਾਂਜੀ ਟੋਟਲ ਪੋਪੂਲੇਸ਼ਨ ਦਾ 1/4 ਹਾਂਜੀ ਸੋ ਇਹਦਾ ਮਤਲਬ ਕਿ youth ਜਿਵੇਂ ਅੱਗੇ ਵੀ ਸ਼ੁਰੂ ਚ ਆਪਾਂ ਨੇ ਦੱਸਿਆ ਕਿ ਇਹ ਵੱਧ ਰਿਹਾ youth ਜਿਹੜੇ ਬੱਚੇ ਨੇ ਹੁਣ ਜੇ 34 years ਤੱਕ ਕੈਨੇਡਾ ਦੇ ਵਿੱਚ ਕਹਿ ਰਹੇ ਨੇ youth ਹੈ ਪਰ ਬਾਹਰ ਦੂਜੇ ਜਿਹੜੇ ਨੇ ਉਹ ਕਹਿੰਦੇ ਨੇ ਕਿ 24 ਤੱਕ ਹੈ ਹਾਂਜੀ ਹਾਂਜੀ ਆਪਾਂ ਜਿਹੜਾ ਹੁਣ 2023 ਦਾ ਥੀਮ ਹੈ ਗ੍ਰੀਨ ਸਕਿੱਲਸ ਫॉर ਯੂਥ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਅੱਜ ਦੇ ਮੁਲਾਕਾਤ ਪ੍ਰੋਗਰਾਮ 'ਚ ਅਸੀਂ ਇੰਟਰਨੈਸ਼ਨਲ ਯੂਥ ਡੇ ਬਾਰੇ ਗੱਲਬਾਤ ਕਰ ਰਹੇ ਹਾਂ ਬੱਚਿਆਂ ਬਾਰੇ ਗੱਲ ਕਰ ਰਹੇ ਹਾਂ ਹੁਣ ਬੱਚੇ ਜਿਹੜੇ ਨੇ ਇਹ 15 ਤੋਂ 24 ਸਾਲ ਤੱਕ ਵੀ ਹੋ ਸਕਦੇ ਨੇ ਬੱਚੇ 15 ਤੋਂ 34 ਸਾਲ ਤੱਕ ਵੀ ਹੋ ਸਕਦੇ ਨੇ ਬੇਸ਼ੱਕ ਅਡਲਟ ਨੇ ਆਪਾਂ ਕਹਿ ਸਕਦੇ ਹਾਂ ਯੰਗ ਅਡਲਟ ਇੱਥੇ ਕਈ ਵਾਰੀ ਆਪਾਂ ਯੰਗ ਅਡਲਟ ਹੀ ਕਹਿ ਦਿੰਦੇ ਹਾਂ ਹਾਂਜੀ ਸੋ ਡਾਕਟਰ ਢਿੱਲੋਂ ਜਿਹੜਾ 2023 ਦਾ ਥੀਮ ਹੈ ਨਾ ਹਾਂਜੀ ਇਟਸ ਮੋਰ ਅਬਾਊਟ ਗ੍ਰੀਨਰੀ ਤੇ ਕਿਉਂਕਿ ਗ੍ਰੀਨ ਜਿਹੜਾ এনवायरमेंट ਹੈ ਨਾ ਵੀ ਆਪਣਾ ਅੱਜ ਕੱਲ ਬੱਚੇ ਕਿੰਨੇ ਉਹ ਹੋ ਗਏ ਨੇ ਕਿ एनवायरमेंट ਚੰਗਾ ਹੋਣਾ ਚਾਹੀਦਾ ਹੈ ਤੁਹਾਡੀ ਹਵਾ ਚੰਗੀ ਹੋਣੀ ਚਾਹੀਦੀ ਹੈ ਹਾਂਜੀ ਭਾਵੇਂ ਇੰਨੇ ਚੈਲੰਜਸ ਵੀ ਆਪਾਂ ਸਪੈਸ਼ਲੀ ਅੱਜ ਕੱਲ ਦੇਖ ਰਹੇ ਹਾਂ ਬਾਅਦ ਜ਼ਿਆਦਾ ਹੋ ਗਿਆ ਗ੍ਰੀਨ ਸਕਿੱਲਸ ਦਾ ਹਾਂਜੀ ਸੋ 2023 ਇਹਨਾਂ ਨੇ ਗ੍ਰੀਨ ਸਕਿੱਲਸ ਫॉर ਯੂਥ
ਇਹ ਉਹਨਾਂ ਨੇ ਕਿਹਾ। ਇਹਦੇ ਬਾਰੇ ਕਾਫੀ ਵਰਕਸ਼ਾਪਸ ਵਗੈਰਾ ਵੀ ਭਾਵੇਂ ਗਵਰਨਮੈਂਟ ਦੀਆਂ ਭਾਵੇਂ ਕਈ ਡਿਫਰੈਂਟ ਆਰਗੇਨਾਈਜੇਸ਼ਨਸ ਨੇ, ਇਹ ਸਾਰੀਆਂ ਇਹਦੇ 'ਚ ਕਾਫੀ ਹੈਲਪ ਕਰਦੀਆਂ ਨੇ ਤੇ ਆਪਣਾ ਜ਼ਿਆਦਾ ਬੱਚਿਆਂ ਦਾ ਉਹ ਧਿਆਨ ਲਾਣਾ ਚਾਹੁੰਦੇ ਨੇ ਵੀ ਕਲਾਈਮੇਟ ਫਰੈਂਡਲੀ ਕਹਿ ਲਓ, एनवायरमेंट ਜਿਹੜਾ ਹੈ ਉਹ ਚੰਗਾ ਹੋਣਾ ਚਾਹੀਦਾ ਹੈ। ਹਾਂਜੀ, ਸੋ ਇੱਕ ਬੱਚਿਆਂ ਦਾ ਧਿਆਨ ਇਸ ਪਾਸੇ ਜ਼ਿਆਦਾ ਜਾਵੇ, ਬੱਚਿਆਂ ਨੂੰ ਪੂਰੀ ਨੌਲੇਜ ਦਿੱਤੀ ਜਾਵੇ ਕਿ ਅਸੀਂ ਆਪਣੇ এনवायरमेंट ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਕਿਵੇਂ ਨਹੀਂ। ਤੁਸੀਂ ਦੇਖਿਆ ਹੋਣਾ ਕਿੰਨੇ ਕੰਟਰੀਜ਼ ਦੇ ਵਿੱਚ ਇਹ ਬੜੇ ਪ੍ਰੋਟੈਸਟ ਹੁੰਦੇ ਆ ਕਿ ਸਾਡੇ ਪੋਲੂਸ਼ਨ ਬੜੀ ਹੋ ਰਹੀ ਹੈ, এনवायरमेंट ਖਰਾਬ ਹੋ ਰਿਹਾ, ਬਟ ਉਹ ਯੂਥ ਨੂੰ ਕੱਲੇ ਝੰਡੇ ਫੜਾਉਣ ਨਾਲ ਤੇ ਕੱਲੇ ਉਹਦੇ ਨਾਲ ਤਾਂ ਕੰਮ ਨਹੀਂ ਹੋਣਾ। ਵੀ ਹੈਵ ਟੂ ਵਰਕ ਫॉर दैट, ਸਾਨੂੰ ਨੌਲੇਜ ਦੇਣੀ ਪਏਗੀ। ਹਾਂਜੀ, ਅੱਜ ਕੱਲ ਕੀ ਹੋ ਰਿਹਾ ਹੈ ਰਾਣੀ ਭੈਣ ਜੀ ਕਿ ਜਿਹੜੇ ਐਡਵਾਂਸਡ ਕੰਟਰੀਜ਼ ਹੈ ਇਹ ਜਿਵੇਂ ਕੀ ਕਰਦੇ ਆ, ਜਿਵੇਂ ਹੁਣ ਸਪੋਜ਼ ਇੱਕ ਨਿੱਕੀ ਜਿਹੀ ਗੱਲ ਆਪਾਂ ਲੈਂਦੇ ਆ, ਤੁਸੀਂ ਪੋਲੂਸ਼ਨ ਦੀ ਗੱਲ ਕੀਤੀ ਹੈ ਤੇ এনवायरमेंट ਦੀ। ਦੇਖੋ ਆਪਣੀਆਂ ਗੱਡੀਆਂ ਚੱਲਦੀਆਂ, ਪੈਟਰੋਲ ਡੀਜ਼ਲ ਪੈਂਦਾ ਤੇ ਹੁਣ ਬਾਇਓ ਡੀਜ਼ਲ ਚੱਲਦਾ। ਜਿਹੜਾ ਬਾਇਓ ਡੀਜ਼ਲ ਹੈ ਉਹ ਬਾਇਓ ਡੀਜ਼ਲ ਕਿੱਥੇ ਬਣਦਾ? ਐਡਵਾਂਸਡ ਕੰਟਰੀਜ਼ ਦੇ ਵਿੱਚ ਨਹੀਂ ਬਣਦਾ, ਉਹ ਬਣਦਾ ਦੂਸਰੇ ਕੰਟਰੀਜ਼ ਵਿੱਚ। ਜਿਵੇਂ ਇੰਡੀਆ 'ਚ ਬਾਇਓ ਡੀਜ਼ਲ ਦੀਆਂ ਫੈਕਟਰੀਜ਼ ਲੱਗੀਆਂ, 32 ਫੈਕਟਰੀਜ਼, ਔਰ ਉੱਥੇ ਉਹ ਬਾਇਓ ਡੀਜ਼ਲ ਐਥਨੋਲ ਹੁੰਦੀ ਹੈ, ਉਹਦੇ ਵਿੱਚ ਸਲਫਰ ਨਹੀਂ ਹੁੰਦਾ ਬਾਇਓ ਡੀਜ਼ਲ ਦੇ ਵਿੱਚ, ਤੇ ਉਹ ਕਹਿੰਦੇ ਉਹ ਪੋਲੂਟ ਨਹੀਂ ਕਰਦਾ এনवायरमेंट ਨੂੰ। ਹਾਂਜੀ ਹਾਂਜੀ ਹਾਂਜੀ, ਤੁਸੀਂ ਕਾਲਰ ਲੈਣਾ ਪਹਿਲਾਂ। ਤੇ ਉਹ ਨਾ ਵੀ ਜਿਹੜਾ ਉਹਦਾ 1 ਲੀਟਰ ਆਫ ਬਾਇਓਗੈਸ ਲਈ 8 ਲੀਟਰ ਵੇਸਟ ਪ੍ਰੋਡਕਟ ਹੁੰਦਾ ਉਹਦਾ। ਉਹ ਜਿਹੜਾ ਵੇਸਟ ਪ੍ਰੋਡਕਟ ਹੁੰਦਾ ਉਹ ਜੇ ਉਹਦੇ ਲਈ ਟ੍ਰੀਟਮੈਂਟ ਪਲਾਂਟ ਲਾਇਆ ਜਾਏ ਤਾਂ ਉਹ ਬਹੁਤ ਮਹਿੰਗਾ, ਐਕਸਪੈਂਸਿਵ ਹੈ। ਇਸ ਕਰਕੇ ਉਹਨੂੰ ਗਰਾਊਂਡ ਦੇ ਵਿੱਚ ਹੀ ਡਿਸਪੋਜ਼ ਆਫ ਡ੍ਰਿਲਿੰਗ ਕਰਕੇ ਕਰ ਦਿੱਤਾ ਜਾਂਦਾ। ਬਟ ਉਹ ਜਿਹੜੇ ਲੋਕ ਹੈ ਉੱਥੋਂ ਦੇ ਉਹ ਤਾਂ ਸਫਰ ਕਰਦੇ ਆ ਨਾ ਉਸ ਚੀਜ਼ ਨੂੰ। ਤਾਂ ਆਪਾਂ ਨੂੰ ਯੂਥ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਾਉਣਾ ਚਾਹੀਦਾ ਹੈ ਕਿ ਜਿਹੜੇ ਇਹ ਚੀਜ਼ਾਂ ਹੈਗੀਆਂ ਇਹਨਾਂ ਤੋਂ ਬਚਿਆ ਜਾਵੇ, ਔਰ ਉਹ ਗਵਰਨਮੈਂਟ ਨੂੰ ਇਹ ਆਪਣਾ ਕਹਿਣ ਕਿ ਸਾਡਾ ਜਿਹੜਾ ਹੈਗਾ ਇਹਦੇ ਨਾਲ ਸਭ ਦੀ ਸਿਹਤ ਖਰਾਬ ਹੋ ਰਹੀ ਹੈ ਸਾਡੀ। ਫਿਰ ਜਿਵੇਂ ਇੰਡੀਆ ਦੇ ਵਿੱਚ ਹੁਣ ਫਿਰੋਜ਼ਪੁਰ ਦੇ ਕੋਲ ਜ਼ੀਰੇ ਲੱਗੀ ਹੈ ਗੈਸ ਦੀ ਇਹ ਫੈਕਟਰੀ, ਔਰ ਲੋਕਾਂ ਨੇ ਬੜਾ ਪ੍ਰੋਟੈਸਟ ਕੀਤਾ ਉੱਥੇ। ਯੂਥ ਨੂੰ ਜਾਣੂ ਕਰਾਉਣਾ ਚਾਹੀਦਾ, ਇਕੱਲੇ ਐਵੇਂ ਝੰਡੇ ਫੜਾ ਕੇ ਤੇ ਉਹ ਸਾਰਾ ਮੁਆਵਜ਼ਾ ਇਕੱਠਾ ਕਰਨਾ ਉਹ ਗੱਲ ਨਹੀਂ ਹੁੰਦੀ ਹੈਗੀ। ਉਹਨਾਂ ਨੂੰ ਪੂਰੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਰੇਡੀਓ ਇੰਡੀਆ, ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਅਮਰੀਕ ਸਿੰਘ ਫੁੱਲ ਬੋਲਦਾ, ਸਿੱਖ ਅਕੈਡਮੀ ਟੀਚਰ। ਵੈਰੀ ਗੁੱਡ। ਹਾਂਜੀ, ਬਹੁਤ ਵਧੀਆ। ਤੁਸੀਂ ਵਿਸ਼ਾ ਜਿਹੜਾ ਇੰਟਰਨੈਸ਼ਨਲ ਯੂਥ ਡੇ ਉਹਦੇ ਨਾਲ ਰਿਲੇਟਡ ਜਿਹੜਾ ਲੈ ਕੇ ਆਏ ਆ। ਐਕਚੁਅਲੀ ਤੁਸੀਂ ਬਹੁਤ ਚੰਗਾ ਕੀਤਾ ਫੋਨ ਕੀਤਾ, ਬਿਕੋਜ਼ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਸਕੂਲਾਂ ਦੇ ਵਿੱਚ ਕੀ ਇਹੋ ਜਿਹੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਬੱਚਿਆਂ ਵਾਸਤੇ। ਹਾਂਜੀ ਹਾਂਜੀ, ਪਹਿਲਾਂ ਜਿਹੜਾ ਨਾ ਮੈਂ ਜਿਹੜੇ ਰੀਜ਼ਨ ਹੈ ਨਾ, ਓਰੀਜਨ ਕਿੱਥੋਂ ਇਹ ਜਿਹੜੀ ਪ੍ਰੋਬਲਮ ਹੁੰਦੀ ਸਟਾਰਟ ਹੁੰਦੀ ਹੈ, ਮੈਂ ਉਹਦੇ ਕੁਝ ਪੁਆਇੰਟਸ ਜਿਹੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੂੰਗਾ। ਫਸਟ ਆਫ ਆਲ ਜਿਹੜਾ ਹੋਮ এনवायरमेंट ਹੈ, ਹਾਂਜੀ, ਹਰ ਇੱਕ ਚੀਜ਼ ਘਰ ਤੋਂ ਸ਼ੁਰੂ ਹੁੰਦੀ ਹੈ। ਹਾਂਜੀ ਹਾਂਜੀ, ਜਿਸ ਤਰ੍ਹਾਂ ਦਾ ਘਰ ਵਿੱਚ ਮਾਹੌਲ ਸਿਰਜਿਆ ਜਾਂਦਾ, ਜਿਸ ਤਰ੍ਹਾਂ ਦੇ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨਾਲ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਆ, ਸਾਡਾ ਜਿਸ ਤਰ੍ਹਾਂ ਦਾ এনवायरमेंट ਹੈ ਘਰ ਦੇ ਵਿੱਚ, ਉਸ ਤਰ੍ਹਾਂ ਦਾ ਹੀ ਬੱਚੇ ਬਾਹਰ ਹੋਪ ਕਰਦੇ ਆ ਆਪਣੇ ਆਪ ਵੀ ਇੱਦਾਂ ਦਾ ਸਾਨੂੰ ਮਿਲੇ, ਔਰ ਉਦਾਂ ਦਾ ਹੀ ਕ੍ਰੀਏਟ ਕਰਨਾ ਚਾਹੁੰਦੇ। ਜੇ ਨਾ ਮਿਲੇ ਤਾਂ ਜਿਹੜੀ ਘਰੋਂ ਐਜੂਕੇਸ਼ਨ ਮਿਲੀ ਹੁੰਦੀ ਉਹ ਬਾਹਰ ਜਾ ਕੇ ਕ੍ਰੀਏਟ ਕਰਦੀ ਉਦਾਂ ਦੀ। ਹਾਂਜੀ ਹਾਂਜੀ ਹਾਂਜੀ। ਤੇ ਦੂਸਰੀ ਗੱਲ ਹੈਗੀ ਕਿ ਫਰੈਂਡਸ਼ਿਪ ਜਿਹੜੀ ਆ, ਫਰੈਂਡਸ਼ਿਪ ਜਿਹੜੀ ਹੈ ਫਸਟ ਆਫ ਆਲ ਜਿਹੜੀ ਆ ਉਹਨਾਂ ਦੀ ਮੋਸਟਲੀ ਜਿਹੜੇ ਬੱਚੇ ਆ ਕਿ ਆਪਾਂ ਵੀ ਕਹਿੰਦੇ ਠੀਕ ਹੈ ਫਰੈਂਡਸ਼ਿਪ ਹੋਣੀ ਚਾਹੀਦੀ, ਪਰ ਫਰੈਂਡਸ਼ਿਪ ਉਹ ਹੋਣੀ ਚਾਹੀਦੀ ਜਿਹੜੀ ਕਿ ਚੰਗੇ ਪਾਸੇ ਬਾਰੇ ਐਜੂਕੇਟ ਕਰੇ ਔਰ ਜੀਵਨ ਦੇ ਚੰਗੇ ਰਾਹ ਤੇ ਤੋਰਨ ਵਾਸਤੇ ਜਿਹੜੀ ਪ੍ਰੇਰਿਤ ਕਰੇ। ਹਾਂਜੀ ਹਾਂਜੀ। ਅਨਦਰ ਜਿਹੜਾ ਜੀ ਕਿ ਯੂਥ ਪ੍ਰੋਗਰਾਮ ਜਿਹੜੇ ਆ ਉਹਨਾਂ ਦੀ ਹੋ ਤਾਂ ਰਹੇ ਆ, ਪਰ ਇਹਨਾਂ ਦੀ ਇਹ ਵੱਧ ਤੋਂ ਵੱਧ ਜਿਹੜੇ ਆਰਗੇਨਾਈਜ਼ ਕਰਨੇ ਚਾਹੀਦੇ ਆ ਤੇ ਉਹਨਾਂ ਨੂੰ ਆਨਰ ਕਰਨਾ ਚਾਹੀਦਾ ਜਿਹੜੇ ਉਹਨਾਂ ਦੇ ਸਕਿੱਲਸ ਆ। ਇਹ ਨਹੀਂ ਕਿ ਜੇ ਇੱਕ ਕਲਾਸ ਦੇ ਵਿੱਚ ਬੈਠਾ ਹੋਇਆ ਬੱਚਾ ਜਿਹੜਾ ਤੁਹਾਡੇ ਸਬਜੈਕਟ ਦੇ ਅਕੋਰਡਿੰਗ ਨਹੀਂ ਚੱਲਦਾ ਤਾਂ ਤੁਸੀਂ ਉਹਨੂੰ ਇਗਨੋਰ ਕਰ ਦਿਓ, ਪਰ ਉਹਦਾ ਇਹ ਦੇਖੋ ਕਿ ਉਹਦੀ ਸਕਿੱਲ ਕਿਹੜਾ ਹੈ। ਹਾਂਜੀ, ਹੋ ਸਕਦਾ ਉਹਦਾ ਸਕਿੱਲ ਤੁਹਾਨੂੰ ਤੁਹਾਡੇ ਸਬਜੈਕਟ ਦੇ ਨਾਲ ਰਿਲੇਟਡ ਕਿਸੇ ਪਾਰਟ ਦੇ ਵਿੱਚ ਉਹ ਤੁਹਾਨੂੰ ਇਨਵੋਲਵਮੈਂਟ ਉਹਦੀ ਹੋਵੇ ਤਾਂ ਤੁਹਾਨੂੰ ਫਾਇਦਾ ਹੋ ਜਾਵੇ। ਹਾਂਜੀ ਹਾਂਜੀ। ਜਦੋਂ ਉਹ ਬੱਚਾ ਉਹਦੇ ਵਿੱਚ ਬਿਜ਼ੀ ਰਹੇਗਾ ਤਾਂ ਉਹਦਾ ਉਹ
ਧਿਆਨ ਉਹਦਾ ਇੱਧਰ ਹੋ ਜਾਏਗਾ ਥੋੜਾ ਜਿਹਾ ਤੇ ਆਨਰ ਕਰ ਲਿਆ। ਇੱਕ ਹੈਗਾ ਕਿ ਵਲੰਟੀਅਰ ਵਰਕ ਜਿਹੜਾ ਹੈ, ਹਾਂਜੀ, ਦੈਟ ਇਜ਼ ਮੋਸਟ ਇੰਪੋਰਟੈਂਟ। ਦਿਸ ਇਜ਼ ਦ ਮੋਸਟ ਇੰਪੋਰਟੈਂਟ ਹੈ, ਕਿਉਂਕਿ ਮੇਰਾ ਗੁਰੂ ਦੀ ਕਿਰਪਾ ਦੇ ਨਾਲ ਚਲੋ ਮੈਂ ਹੁਣ 28-29 ਸਾਲ ਹੋ ਗਏ ਇੱਥੇ ਮੈਨੂੰ ਸਟੂਡੈਂਟਸ ਦੇ ਨਾਲ ਟੀਚਿੰਗ ਵਿੱਚ। ਹਾਂਜੀ ਹਾਂਜੀ, ਜੋ ਮੈਂ ਜਿਹੜਾ ਅਸੈਸ ਕੀਤਾ ਮੈਂ ਉਹ ਵੀ ਤੁਹਾਡੇ ਤੋਂ ਬਹੁਤ ਸਾਂਝੀ ਕਰ ਰਿਹਾ ਜੀ। ਤੇ ਦੂਸਰਾ ਨਜ਼ਰ ਹੈ ਕਿ ਐਜੂਕੇਟ ਟੂ ਦੀ ਪੇਰੈਂਟਸ। ਆਪਾਂ ਆਪਣੇ ਬਥੇਰੇ ਇੱਥੇ ਪ੍ਰੋਗਰਾਮ ਚੱਲਦੇ ਆ ਕਿ ਸਾਡੇ ਪੇਰੈਂਟਸ ਨੂੰ ਐਜੂਕੇਟ ਕੀਤਾ ਜਾਵੇ, ਉਹਨਾਂ ਨੂੰ ਜਿਹੜੀ ਉਹਨਾਂ ਨੂੰ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਨਾਲ ਗੱਲਬਾਤ ਕਰਨੀ ਹੈ, ਕਿਸ ਤਰ੍ਹਾਂ ਤੁਸੀਂ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਨੂੰ ਸਮਝਣਾ ਹੈ। ਕਈ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਨੂੰ ਠੀਕ ਹੈ ਪਰਿਵਾਰ ਦੇ ਤੌਰ ਤੇ ਅਡਲਟ ਆਪਾਂ ਜਦੋਂ ਸਿਆਣੇ ਬੈਠੇ ਉਦੋਂ ਗੱਲ ਕਰਦੇ ਆ, ਪਰ ਜਦੋਂ ਵਿੱਚ ਕੋਈ ਐਸੀਆਂ ਚੀਜ਼ਾਂ ਜੀ ਜਦੋਂ ਬੱਚਾ ਵਿੱਚ ਬੈਠਾ ਹੋਵੇ ਉਦੋਂ ਨਹੀਂ ਵੀ ਸਾਨੂੰ ਕਰਨੀਆਂ ਚਾਹੀਦੀ, ਉਹ ਤੋਂ ਗਰੇਜ਼ ਕਰਨਾ ਚਾਹੀਦਾ। ਹਾਂਜੀ ਹਾਂਜੀ ਹਾਂਜੀ। ਤੇ ਉਸ ਤੋਂ ਬਾਕੀ ਜਿਹੜਾ ਉਹਨਾਂ ਦੇ ਜਿਹੜੇ ਅਨਦਰ ਥਿੰਗ ਜਿਹੜੀ ਹੈ ਕਿ ਜਿਸ ਇੰਸਟੀਟਿਊਸ਼ਨ ਵਿੱਚ ਬੱਚਾ ਤੁਸੀਂ ਪਾ ਰਹੇ ਆ ਜਾਂ ਜਾ ਰਿਹਾ ਉਹਦੀ ਰੈਂਕਿੰਗ ਚੈੱਕ ਕਰੋ, ਉਹਦੀ ਕਿੰਨੇ ਕੁ ਪਲੱਸ ਪੁਆਇੰਟ ਹੈਗੇ ਆ, ਉਹਦਾ ਕੀ ਸਟੈਂਡਰਡ ਕੀ ਹੈ, ਉਹਦੀ ਐਜੂਕੇਸ਼ਨ ਦਾ ਸਟੈਂਡਰਡ ਕੀ ਹੈ, ਉਹਦੇ ਮੈਨੇਜਮੈਂਟ ਕਿਸ ਤਰ੍ਹਾਂ ਦੀ, ਉਹਦੇ ਜਿਹੜੇ ਟੀਚਰਸ ਹੈਗੇ ਆ ਕਿੰਨੇ ਕੁ ਵਾਕਈ ਵੈਲ ਐਜੂਕੇਟਡ ਹੈ। ਹਾਂਜੀ ਹਾਂਜੀ। ਤੇ ਮਤਲਬ ਜੇ ਕਲਾਸ ਵਿੱਚ ਬੱਚਾ ਜੇ ਟੀਚਰ ਆਵੇ ਤਾਂ ਟੀਚਰ ਨੂੰ ਸਟੂਡੈਂਟਸ ਨਾਲੋਂ ਜ਼ਿਆਦਾ ਆਉਣਾ ਚਾਹੀਦਾ, ਤਾਂ ਹੀ ਉਹ ਟੀਚ ਕਰ ਸਕਦਾ। ਬਿਲਕੁਲ ਹਾਂਜੀ। ਤੇ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੈ ਐਜ਼ ਏ ਰਿਲੀਫ ਡਿਪਾਰਟਮੈਂਟ, ਅਸੀਂ ਸਿੱਖ ਅਕੈਡਮੀ 'ਚ ਮੈਂ ਟੀਚਰ ਹੈਗਾ ਇੱਥੇ। ਹਾਂਜੀ। ਇਹਦੇ ਵਿੱਚ ਅਸੀਂ ਜਿਹੜੇ ਸਾਡੇ ਪ੍ਰੋਗਰਾਮ ਮੈਨੇਜਮੈਂਟ ਨੇ ਵਧੀਆ ਪ੍ਰੋਗਰਾਮ ਜਿਹੜੇ ਚਲਾਏ ਹੋਏ ਆ, ਤੇ ਇਹਦੇ ਵਿੱਚ ਸਪੈਸ਼ਲੀ ਰਿਲੀਜੀਅਸ ਡਿਪਾਰਟਮੈਂਟ ਜਿਹੜਾ ਐਜੂਕੇਸ਼ਨ ਜਿਹੜੀ ਐਜੂਕੇਟ ਜਿਹੜੀ ਅਕੈਡਮਿਕ ਐਜੂਕੇਸ਼ਨ ਦੇ ਨਾਲ ਰਿਲੀਜੀਅਸ ਐਜੂਕੇਸ਼ਨ ਦਾ ਜਿਹੜਾ ਪਾਰਟ ਆ ਉਹ ਅਸੀਂ ਰਲ ਮਿਲ ਕੇ ਪਲੇ ਕਰਦੇ ਹਾਂ। ਹਾਂਜੀ ਹਾਂਜੀ। ਉਹਦੇ ਵਿੱਚ ਬੱਚਿਆਂ ਨੂੰ ਇੱਕ ਤਾਂ ਅਸੀਂ ਜੋੜ ਕੇ ਰੱਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਫਿਲੋਸਫੀ ਜਿਹੜੀ ਹੈ ਆਪਣੇ ਜੋ ਸੋਸ਼ਲ ਵੈਲਿਊਜ਼ ਹੈ ਨਾਲ ਰਿਲੀਜੀਅਸ ਵੈਲਿਊਜ਼ ਜਿਹੜੀਆਂ ਉਹ ਤੋਂ ਸੁਚੇਤ ਕਰਦੇ ਹਾਂ, ਉਹਨੂੰ ਐਜੂਕੇਟ ਕਰਦੇ ਹਾਂ। ਤੇ ਦੂਸਰੀ ਗੱਲ ਜਿਹੜੀ ਹੈ ਉਹਦੇ ਨਾਲ ਕਿ ਜਿਹੜੇ ਬਾਹਰ ਬੱਚਿਆਂ ਦੀ ਇਨਵੋਲਵਮੈਂਟ ਆ ਆਊਟ ਸਾਈਡ ਜਿਹੜੀ ਉਹਨਾਂ ਦੀ ਪਾਰਟੀਸਪੇਸ਼ਨ ਹੈ ਜਾਂ ਚਾਹੇ ਐਜ਼ ਏ ਰਿਲੀਜੀਅਸ ਫੰਕਸ਼ਨ, ਉੱਥੇ ਕੋਸ਼ਿਸ਼ ਕਰਨੀ ਤੇ ਉਹਨਾਂ ਨੂੰ ਜਿਹੜਾ ਪਾਰਟੀਸਪੇਟ ਕਰਾਇਆ ਜਾਵੇ। ਹਾਂਜੀ। ਤੇ ਉੱਥੇ ਫਿਰ ਜਦੋਂ ਆਨਰਿੰਗ ਹੁੰਦੀ ਆ ਤਾਂ ਬੱਚਿਆਂ ਦਾ ਕੌਨਫੀਡੈਂਸ ਬਣਦਾ ਹੈ। ਤੇ ਜਿਹੜਾ ਮੇਰਾ ਸਬਜੈਕਟ ਹੈ ਐਜ਼ ਏ ਮਿਊਜ਼ੀਕਲ, ਮੈਂ ਇੱਕ ਜੋ ਤੱਥ ਕੱਢਿਆ ਕਿ ਜਿਹੜਾ ਮਿਊਜ਼ੀਕਲ ਪਰਸਨ ਹੈ, ਜੇ ਬੱਚਾ ਕੋਈ ਵੀ ਮਿਊਜ਼ੀਕਲ ਕੋਈ ਇੰਸਟਰੂਮੈਂਟ ਲੈ ਲੈ ਜਾਂ ਸਿੰਗਿੰਗ ਲੈ ਲੈ, ਤੇ ਉਹ ਬੱਚੇ ਮਿਊਜ਼ਿਕ ਵਾਲੇ ਬਹੁਤ ਘੱਟ ਹੋਣਗੇ ਜਿਹੜੇ ਕਿ ਗੈਂਗ ਦੇ ਵਿੱਚ ਗਏ ਹੋਣਗੇ, ਕਿਉਂਕਿ ਉਹਨਾਂ ਦਾ ਮਾਈਂਡ ਮੈਨੂੰ ਲੱਗਦਾ ਮਿਊਜ਼ਿਕ ਨਾਲ ਰਿਲੈਕਸ ਹੁੰਦਾ ਸਗੋਂ। ਹਾਂਜੀ 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 ਜੀ ਜੀ ਜੀ। ਤੇ ਉਹਦੇ ਨਾਲ ਕਿ ਇਹ ਹੈ ਕਿ ਉਹਨਾਂ ਦੇ ਅੰਦਰ ਐਸਾ ਸਕੂਨ ਉਹਨਾਂ ਨੂੰ ਮਿਲਦਾ ਹੈ। ਜਦੋਂ ਸਕੂਨ ਮਿਲਦਾ ਕਿ ਜਿੱਥੇ ਇਹ ਮਿਊਜ਼ਿਕ ਚੀਜ਼ ਐਸੀ ਹੈ ਪੀਸਫੁਲ ਥਿੰਗ ਹੈਗੀ, ਬੜੀ ਸੈਂਸਿਟਿਵ ਚੀਜ਼ ਹੈ, ਜਿੱਥੇ ਹੁਣ ਜ਼ਿਆਦਾ ਸ਼ੋਰ ਵਾਲਾ ਮਿਊਜ਼ਿਕ ਵੀ ਹੋਵੇ ਉਹ ਬਾਹਰ ਹੋ ਜਾਂਦੇ, ਉਹ ਕਹਿੰਦੇ ਨਹੀਂ ਮੇਰੇ ਕੰਨਾਂ ਨੂੰ ਨਾ ਚੰਗਾ ਨਹੀਂ ਲੱਗਦਾ। ਈਵਨ ਅਸੀਂ ਵੀ ਜਦੋਂ ਜਾਂਦੇ ਪਾਰਟੀਆਂ ਵਿੱਚ ਚਲੋ ਜਾਂਦੇ ਹਾਂ, ਠੀਕ ਹੈ ਸਾਡੀ ਟ੍ਰੈਡੀਸ਼ਨ ਟ੍ਰੈਂਡ ਹੈਗਾ ਕਿ ਪਾਰਟੀਆਂ ਵਿੱਚ ਉੱਚੇ ਉੱਚੇ ਡੀਜੇ ਲਾਈ ਜਾਣ ਹਨਾ, ਪਰ ਉੱਥੇ ਜਾ ਕੇ ਕਈ ਵਾਰੀ ਅੰਦਰ ਹੁੰਦਾ ਕਿ ਬਾਹਰ ਕਿਸੇ ਬਾਹਰ ਨਿਕਲੋ ਯਾਰ ਕੰਨਾਂ ਨੂੰ ਸਕੂਨ ਮਿਲੇ ਹਨਾ, ਮਿਊਜ਼ਿਕ ਉਹ ਮਿਊਜ਼ਿਕ ਨਹੀਂ ਹੁੰਦਾ ਕਈ ਵਾਰੀ। ਹਾਂਜੀ। ਹਨਾ ਰੌਲਾ ਰੱਪਾ ਜ਼ਿਆਦਾ ਹੁੰਦਾ। ਹਾਂਜੀ ਹਾਂਜੀ। ਤੇ ਇਸ ਤਰ੍ਹਾਂ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸਪੋਰਟਸ ਜਿਹੜੀ ਆ ਉਹ ਬੱਚੇ ਨੂੰ ਬਹੁਤ ਗਾਈਡਲਾਈਨ ਦਿੱਤੀ ਆ, ਹਰ ਇੱਕ ਬੱਚਾ ਕਿਸੇ ਨਾ ਕਿਸੇ ਸਪੋਰਟ ਦੇ ਨਾਲ ਜੁੜਿਆ ਹੋਣਾ ਚਾਹੀਦਾ, ਹਾਕੀ ਹੋਏ ਜਾਂ ਕ੍ਰਿਕਟ ਹੋਏ ਜਾਂ ਬਾਸਕਟਬਾਲ ਕੋਈ ਵਾਲੀਬਾਲ ਕੁਛ ਵੀ। ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬੱਚੇ ਦੇ ਮਨ ਵਿੱਚ, ਤਾਂ ਹੀ ਕਿਤੇ ਇਹ ਨਹੀਂ ਹੈਗਾ ਕਿ ਇੰਟਰਨੈਸ਼ਨਲ ਯੂਥ ਹੋਵੇ ਚਾਹੇ ਲੋਕਲ ਯੂਥ ਹੈ। ਹਾਂਜੀ। ਯੂਥ ਇਜ਼ ਯੂਥ। ਹਾਂਜੀ। ਤੇ ਹੁਣ ਮੈਂ ਦੇਖਦਾ ਕਿ ਮੇਰੇ ਕੋਲ ਬੱਚੇ ਐਸੇ ਵੀ ਆਉਂਦੇ ਜਿਹੜੇ ਇੰਡੀਆ ਤੋਂ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਹੈਗੇ ਮੇਰੇ ਕੋਲ ਸਿੱਖਣ ਆਉਂਦੇ ਆ, ਛੋਟੇ ਵੱਡੇ। ਉਹਨਾਂ ਦੇ ਅੰਦਰ ਭਾਵਨਾ ਹੈ ਕਿ ਮੈਂ ਮਿਊਜ਼ਿਕ ਸਿੱਖਣਾ, ਭਾਵੇਂ ਉਹ ਬਿਜ਼ੀ ਹੈ ਦਿਨ ਰਾਤ ਡਿਊਟੀ ਆਪਣੀ ਕੰਮ ਕਰਦੇ ਆ, ਕੰਮ ਕਰਕੇ ਆ ਕੇ ਸਟੱਡੀ ਵੀ ਕਰਦੇ ਆ, ਪਰ ਉਹਦੇ ਵਿੱਚੋਂ ਵੀ ਫੇਰ ਵੀ ਵੰਸ ਵੀਕ ਔਰ ਟਵਾਈਸ ਵੀਕ ਆਪਣਾ ਟਾਈਮ ਕੱਢ ਕੇ ਜਿਹੜੇ ਉਹਨਾਂ ਦੀ ਅੰਦਰ ਭਾਵਨਾ ਇੰਡੀਆ ਵਿੱਚ ਰਹਿ ਗਈ ਸੀ ਮਿਊਜ਼ਿਕ ਦੀ, ਉਹ ਇੱਥੇ ਆ ਕੇ ਪੂਰੀ ਕਰ ਰਹੇ। ਅੱਛਾ, ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ, ਸਿਖਾਉਂਦੇ ਹੋ? ਹਾਂਜੀ ਹਾਂਜੀ ਹਾਂਜੀ। ਅਸੀਂ ਬਹੁਤ ਵਧੀਆ ਗੱਲ ਹੈ। ਸਾਡੀ ਆਪਣੀ ਅਮਰ ਮਿਊਜ਼ਿਕ ਅਕੈਡਮੀ ਹੈ ਇੱਥੇ। ਹਾਂਜੀ। ਪ੍ਰਾਈਵੇਟ ਅਸੀਂ ਘਰ ਦੇ ਵਿੱਚ ਚਲਾਉਂਦੇ ਹਾਂ ਅਮਰ ਮਿਊਜ਼ਿਕ ਅਕੈਡਮੀ, ਤੇ ਉਹਦੇ ਵਿੱਚ ਅਸੀਂ ਅਮਰ ਮਿਊਜ਼ਿਕ ਅਕੈਡਮੀ। ਹਾਂਜੀ ਹਾਂਜੀ ਹਾਂਜੀ।
80 ਐਵਨਿਊ 133 ਸਟਰੀਟ ਦੇ ਉੱਪਰ ਹੈਗਾ ਜੀ। 133 ਸਟਰੀਟ ਐਂਡ 80 ਐਵਨਿਊ 80 ਐਵਨਿਊ ਦੇ ਉੱਪਰ। ਹਾਂਜੀ, ਔਰ ਸਪੈਸ਼ਲੀ ਹਾਂਜੀ ਜਿਹੜੇ ਸਪੈਸ਼ਲੀ ਬਲਾਈਂਡ ਐਂਡ ਹੈਂਡੀਕੈਪਡ ਪਰਸਨ ਹੈ ਜੀ, ਅਸੀਂ ਉਹਨਾਂ ਨੂੰ ਗੁਰੂ ਦੀ ਕਿਰਪਾ ਚਲੋ ਫ੍ਰੀ ਸਿਖਾਉਂਦੇ ਆ। ਅਸੀਂ ਕਹਿੰਦੇ ਕੋਈ ਐਸਾ ਹੋਵੇ, ਕੋਈ ਬਲਾਈਂਡ ਪਰਸਨ ਹੋਵੇ, ਕੋਈ ਵਿਜ਼ੂਅਲ ਇੰਪੇਅਰਡ ਹੋਵੇ ਔਰ ਹੈਂਡੀਕੈਪਡ, ਅਸੀਂ ਉਹਦੀ ਫ੍ਰੀ ਸੇਵਾ ਜਿਹੜੀ ਹੈ ਚਲੋ ਮਹਾਰਾਜ ਕਰਾਉਂਦਾ ਜੀ। ਬਹੁਤ ਵਧੀਆ ਗੱਲ ਹੈ, ਇਹ ਤਾਂ ਸਮਾਜ ਨੂੰ ਬਹੁਤ ਵਧੀਆ ਦੇਣ ਹੈ। ਸਭ ਤੋਂ ਵੱਡਾ ਵਾਲੰਟੀਅਰ ਕੰਮ ਤੁਸੀਂ ਕਰ ਰਹੇ ਹੋ। ਹਾਂਜੀ, ਚਲੋ ਗੁਰੂ ਦੀ ਕਿਰਪਾ। ਦੇਖੋ ਇਹ ਤੁਹਾਡਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਜੇ ਸਾਡੇ ਕੋਲ ਬੱਚੇ ਹੈਗੇ ਜਿਨ੍ਹਾਂ ਨੇ ਸਿੱਖਣਾ, ਸਾਨੂੰ ਤਾਂ ਮਿਲ ਨਹੀਂ ਸੀ ਰਹੇ ਕਿ ਕਿਹਦੇ ਤੋਂ ਸਿਖਾਇਆ ਜਾਵੇ, ਇਸੇ ਕਰਕੇ ਮੈਂ ਐਡਰੈਸ ਪੁੱਛਿਆ ਤੁਹਾਡੇ ਤੋਂ। ਥੈਂਕ ਯੂ ਜੀ। ਕੋਈ ਭੈਣ ਜੀ ਮਿਸਟਰ ਮੰਗਤ ਜਾਣਦੇ ਆ ਸ਼ਾਇਦ। ਹਾਂਜੀ 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 ਹਾਂਜੀ। ਤੇ ਤੁਸੀਂ ਸ਼ੁਰੂ ਚ ਮੈਂਸ਼ਨ ਕੀਤਾ ਸੀ ਫਰੈਂਡਸ਼ਿਪ ਬਾਰੇ ਵੀ। ਫਰੈਂਡਸ਼ਿਪ ਹੁਣ ਬੱਚੇ ਸਕੂਲਾਂ ਚ, ਜਦੋਂ ਹੁਣ ਦੇਖੋ ਬੱਚੇ 7-8 ਘੰਟੇ ਸਕੂਲਾਂ ਚ ਰਹਿੰਦੇ ਨੇ, ਘਰ ਸ਼ਾਮ ਨੂੰ ਜਾਂਦੇ ਨੇ, ਘਰ ਆਪਣੇ ਥੋੜਾ ਟਾਈਮ ਹੁੰਦਾ ਉਹਨਾਂ ਕੋਲ, ਜੇ ਕਿਸੇ ਦਾ ਸਪੋਰਟਸ ਹੈ ਉੱਥੇ ਜਾਣਾ ਜਾਂ ਰੋਟੀ ਪਾਣੀ ਵੀ ਖਾਣਾ ਹੈ, ਸੌਣਾ ਵੀ ਹੈ, ਤੇ ਸਕੂਲ ਚ ਬੱਚੇ ਜ਼ਿਆਦਾ ਟਾਈਮ ਕੱਢਦੇ ਨੇ। ਉਹਨਾਂ ਦੀ ਫਰੈਂਡਸ਼ਿਪ ਜਿਹੜੀ ਹੈ ਇਹ ਆਮ ਤੌਰ ਤੇ ਸਕੂਲੋਂ ਹੀ ਸ਼ੁਰੂ ਹੁੰਦੀ ਹੈ। ਤੇ ਹੁਣ ਤੁਹਾਡੇ ਆਪਣਾ ਸਿੱਖ ਅਕੈਡਮੀ ਚ ਕਿਵੇਂ ਤੁਸੀਂ ਜਦੋਂ ਬੱਚੇ ਆਪਸ ਚ ਇੱਕ ਦੂਜੇ ਨਾਲ ਖੇਡਦੇ ਨੇ, ਉੱਥੇ ਤੁਸੀਂ ਕਿਵੇਂ ਵਾਚ ਕਰਦੇ ਹੋ ਕਿ ਇਹ ਸਾਰੇ ਬੱਚੇ ਆਪਸ ਚ ਕਿਸ ਤਰੀਕੇ ਫਰੈਂਡਲੀ ਨੇ ਜਾਂ ਅੱਗੇ ਵੀ ਆਪਣਾ ਇਹ ਰਿਲੇਸ਼ਨਸ਼ਿਪ ਰੱਖਦੇ ਨੇ ਆਪਸ ਦੇ ਵਿੱਚ, ਜਿਵੇਂ ਕਈ ਕੁੜੀਆਂ ਉੱਥੋਂ ਲੱਭ ਲੈਂਦੀਆਂ ਨੇ ਆਪਣੇ ਵਰਗੀਆਂ ਕੁੜੀਆਂ ਹੋਰ, ਤੇ ਕਈ ਬੱਚੇ ਆਪਣੇ ਵਰਗੇ ਨਹੀਂ ਲੱਭਣਗੇ, ਕੋਈ ਹੋਰ ਲੱਭ ਲੈਣਗੇ, ਇੱਕ ਦੂਜੇ ਤੋਂ ਬੱਚਾ ਸਿੱਖਦਾ ਹੀ ਹੈ। ਇਹ ਕਿਵੇਂ ਫਰੈਂਡਸ਼ਿਪ ਦਾ ਸਰਕਲ ਉੱਥੇ ਚੱਲਦਾ ਹੈ? ਅਸੀਂ ਜੀ ਇੱਕ ਕਲੈਕਟਿਵਲੀ ਵੀ ਇੱਕ ਜਦੋਂ ਅਸੈਂਬਲੀ ਹੁੰਦੀ ਹੈ ਉਹਦੇ ਵਿੱਚ ਸਾਰਾ ਸਕੂਲ ਹੁੰਦਾ ਹੈ। ਹਾਂਜੀ, ਉਹਦੇ ਵਿੱਚ ਬੱਚੇ ਵੀ ਹੁੰਦੇ, ਟੀਚਰਸ ਹੁੰਦੇ ਆ। ਉਹਦੇ ਵਿੱਚ ਕੁਛ ਐਸੀਆਂ ਚੀਜ਼ਾਂ ਅਸੀਂ ਕਈ ਵਾਰੀ ਬੱਚਿਆਂ ਦੇ ਹਿਸਾਬ ਨਾਲ ਦੱਸਦੇ ਆ ਫਰੈਂਡਸ਼ਿਪ ਬਾਰੇ ਵੀ, ਹੈ ਨਾ, ਬਈ ਇਸ ਚੀਜ਼ ਤੋਂ ਅਵੋਇਡ ਕਰੋ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੱਚਾ ਤੁਹਾਡਾ ਬਹੁਤ ਰੀਅਲ ਫਰੈਂਡ ਆ ਕਿ ਉਹ ਤੁਹਾਨੂੰ ਸਮਟਾਈਮ ਕਿਤੇ ਗਲਤ ਗਾਈਡ ਵੀ ਕਰ ਸਕਦਾ। ਉੱਥੇ ਤੁਹਾਨੂੰ ਭਰੋਸਾ ਕਰਨ ਤੋਂ ਪਹਿਲਾਂ ਤੁਹਾਨੂੰ ਸੋਚਣਾ ਪਊਗਾ ਕਿ ਇਹ ਜੋ ਚੀਜ਼ ਮੈਨੂੰ ਦੱਸ ਰਿਹਾ ਕਿ ਇਹ ਠੀਕ ਹੈ ਜਾਂ ਗਲਤ ਹੈ। ਤੁਸੀਂ ਉਸ ਚੀਜ਼ ਨੂੰ ਫਿਰ ਸਾਂਝੀ ਕਰੋ। ਤੁਸੀਂ ਫਿਰ ਫਸਟ ਆਫ ਆਲ ਤੁਸੀਂ ਉਹਨੂੰ ਆਪ ਗੱਲ ਕਰੋ, ਜੇ ਨਹੀਂ ਫਿਰ ਟੀਚਰ ਨਾਲ ਸਾਂਝੀ ਕਰੋ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਜੇ ਨਹੀਂ ਤਾਂ ਪੇਰੈਂਟਸ ਨਾਲ ਸਾਂਝੀ ਕਰੋ। ਉਸ ਤੋਂ ਬਾਅਦ ਫਿਰ ਕਾਉਂਸਲਰ ਦੀ ਬਾਤ। ਤੇ ਉਹ ਫਰੈਂਡਸ਼ਿਪ ਉਹੀ ਹੈ ਜਿਹੜੀ ਤੁਹਾਨੂੰ ਵਧੀਆ ਪਾਸੇ ਵੱਲ ਲੈ ਕੇ ਜਾਵੇ। ਕਈ ਵਾਰੀ ਇਹ ਹੁੰਦਾ ਕਿ ਜਿਹੜੇ ਜਿੱਦਾਂ ਬਹੁਤੇ ਇਨੋਸੈਂਟ ਬੱਚੇ ਹੁੰਦੇ ਨੇ, ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਸਾਨੂੰ ਕਿ ਇਹ ਜੋ ਗੱਲ ਕਰ ਰਹੇ ਆ ਇਹ ਮੇਰੇ ਹੱਕ ਵਿੱਚ ਹੈ ਜਾਂ ਮੇਰੇ ਅਗੇਂਸਟ ਜਾਂਦੀ ਹੈ। ਤੇ ਉਹਦੇ ਵਿੱਚ ਫਿਰ ਉਹ ਜਦੋਂ ਨਾਲ ਦੇ ਬੱਚੇ ਕਈ ਵਾਰ ਸ਼ੇਅਰ ਕਰ ਦਿੰਦੇ ਆ, ਦੱਸ ਦਿੰਦੇ ਆ ਤੇ ਹਾਂ ਵੀ ਆਹ ਬੱਚਾ ਜਿਹੜਾ ਇਹਨੂੰ ਬੱਚੇ ਨੇ ਇਹਨੇ ਗਲਤ ਕਿਹਾ ਸੀ, ਫਿਰ ਉਸ ਅਸੀਂ ਬੱਚੇ ਨੂੰ ਜਿਹੜਾ ਉਹਨੂੰ ਐਜੂਕੇਟ ਕਰਦੇ ਆ ਵੀ ਇਹ ਤੇਰੇ ਕਰਨ ਦੀ ਗੱਲ ਨਹੀਂ ਹੈਗੀ। ਹਾਂਜੀ, ਕਿਉਂਕਿ ਐਜੂਕੇਸ਼ਨ ਨਾਲ ਹੀ ਬੱਚਿਆਂ ਨੂੰ ਦੋਨੋਂ ਪਾਸੇ ਹੀ, ਭਾਵੇਂ ਜਿਹੜਾ ਚੰਗਾ ਜਾਂ ਕਿਸੇ ਨੇ ਕੋਈ ਮਾੜਾ ਕੀਤਾ, ਦੋਨਾਂ ਨੂੰ ਐਜੂਕੇਸ਼ਨ ਦੀ ਲੋੜ ਹੈ। ਹਾਂਜੀ ਹਾਂਜੀ, ਸਕੂਲਾਂ 'ਚ ਜਿਹੜੀ ਗਾਈਡਲਾਈਨਸ ਮਿਲ ਜਾਣੀਆਂ ਨਾ ਉਹ ਬੈਸਟ ਹੈ। ਉਹ ਥਰੂ ਆਊਟ ਦਾ ਲਾਈਫ ਬੱਚੇ ਉਵੇਂ ਉਹਨੂੰ ਯਾਦ ਰੱਖਦੇ ਆ। ਜੀ 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 ਹਾਂਜੀ, ਪਹਿਲਾ ਟੀਚਰ ਬੱਚੇ ਦੀ ਮਾਂ। ਹਾਂਜੀ, ਮਾਂ ਜਿਹੜੀ ਆ, ਮਾਂ ਜੇ ਚਾਹੇ ਤਾਂ ਆਪਣੇ ਬੱਚੇ ਨੂੰ ਕੋਈ ਦੇਸ਼ ਭਗਤ ਯੋਧਾ ਵਲੀ ਬਣਾ ਸਕਦੀ ਹੈ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਇੱਕ ਮਾਂ ਚਾਹੇ ਤਾਂ ਆਪਣੇ ਬੱਚੇ ਨੂੰ ਕੋਈ ਇੱਕ ਡਾਕੂ, ਚੋਰ ਤੇ ਗਦਾਰ ਵੀ ਬਣਾ ਸਕਦੀ। ਇਹ ਮਾਂ ਦੀ ਐਜੂਕੇਸ਼ਨ ਹੈ, ਪੇਰੈਂਟਸ ਦੀ ਐਜੂਕੇਸ਼ਨ ਤੋਂ ਸ਼ੁਰੂ ਹੁੰਦੀ ਹੈ। ਹਾਂਜੀ ਹਾਂਜੀ, ਉਸ ਤੋਂ ਬਾਅਦ ਆਉਂਦੀ ਹੈ ਟੀਚਰ ਦੀ ਵਾਰੀ। ਕਈ ਐਸੀਆਂ ਗੱਲਾਂ ਹੁੰਦੀਆਂ ਕਿ ਜਿਹੜੀਆਂ ਟੀਚਰ ਪੇਰੈਂਟਸ ਨਾਲ ਕਰ ਸਕਦੇ ਹੁੰਦੇ, ਬੱਚੇ ਨਾਲ ਨਹੀਂ ਕਰ ਸਕਦੇ। ਕਈ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਟੀਚਰ ਬੱਚੇ ਨਾਲ ਕਰ ਸਕਦੇ, ਪੇਰੈਂਟਸ ਨਾਲ ਨਹੀਂ ਕਰ ਸਕਦੇ, ਮੈਨੇਜਮੈਂਟ ਨਾਲ ਨਹੀਂ ਵੀ ਕਰ ਸਕਦੇ। ਬਿਲਕੁਲ, ਸੋ ਇਹ ਇੱਕ ਟੀਮ ਵਰਕ ਹੈ। ਅਮਰੀਕ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਸਕੂਲ ਬਾਰੇ ਵੀ, ਆਪਣੇ ਬਾਰੇ ਵੀ। ਥੈਂਕ ਯੂ, ਤੁਹਾਡਾ ਬੜਾ ਕੰਟਰੀਬਿਊਸ਼ਨ ਹੈ। ਤੁਸੀਂ ਏਦਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ। ਕੋਈ ਮੈਂ ਉਹੀ ਗੱਲ ਕਰਦਾ ਸੀ ਐਂਡ ਵਿੱਚ ਹੀ, ਕੋਈ ਬੱਚੇ ਜੇ 10 ਬੱਚੇ ਵੀ ਤੁਹਾਡੇ ਪ੍ਰੋਗਰਾਮ ਨੂੰ ਸੁਣ ਲੈਣ ਘੰਟਾ ਦਾ, ਤੇ ਇਹ ਬਹੁਤ ਉਹਨਾਂ ਦੇ ਫਾਇਦੇਮੰਦ, ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਸਕਸੈਸਫੁਲ ਜਿਹੜਾ ਇਵੈਂਟ ਹੋ ਸਕਦਾ ਹੈ। ਹਾਂਜੀ, ਬਿਲਕੁਲ ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ ਬਹੁਤ। ਦੂਸਰੇ ਤੁਹਾਡਾ ਨਹੀਂ ਨਾਂ ਜੀ ਮੈਨੂੰ ਪਤਾ, ਡਾਕਟਰ ਢਿੱਲੋਂ। ਅੱਛਾ, ਡਾਕਟਰ ਢਿੱਲੋਂ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਬਹੁਤ ਖੁਸ਼ੀ ਹੋਈ ਜੀ, ਧੰਨਵਾਦ ਜੀ। ਥੈਂਕ ਯੂ ਜੀ। ਰੇਡੀਓ ਇੰਡੀਆ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਮੇਰੇ ਖਿਆਲ ਇਹਨਾਂ ਦੀ ਆਵਾਜ਼ ਨਹੀਂ ਆ ਰਹੀ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਈ ਆਵਾਜ਼ ਤੁਹਾਡੀ ਓਕੇ ਸਤਿ ਸ਼੍ਰੀ ਅਕਾਲ ਜੀ ਮੈਂ ਪੁਨੀਤ ਬੋਲ ਰਹੀ ਹਾਂ ਸਿੱਖ ਅਕੈਡਮੀ ਤੋਂ ਵਾਈਸ ਪ੍ਰਿੰਸੀਪਲ ਓ ਵਾਓ ਦੈਟਸ ਗੁੱਡ ਪੁਨੀਤ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਹਾਂਜੀ ਆਈ ਐਮ ਗੁੱਡ ਥੈਂਕ ਯੂ ਹਾਊ ਆਰ ਯੂ ਸੋ ਫਾਰ ਸੋ ਗੁੱਡ ਹਾਂਜੀ ਮੈਨੂੰ ਥੋੜਾ ਟਾਈਮ ਲੱਗ ਗਿਆ ਤੁਹਾਡੇ ਟਾਕ ਸ਼ੋ ਤੇ ਆਉਂਦੇ ਹੋਏ ਤੇ ਬਟ ਇਟ ਵਾਸ ਅਨਅਵੋਇਡੇਬਲ ਟੌਪਿਕ ਹਾਂਜੀ ਮੈਨੂੰ ਲੱਗਿਆ ਕਿ ਅੱਜ ਮੇਰਾ ਆਉਣਾ ਬਹੁਤ ਜ਼ਰੂਰੀ ਹੈ ਬਿਕੋਜ਼ ਇਟ ਇਜ਼ ਰਿਲੇਟਡ ਟੂ ਆਰ ਯੂਥ ਹਾਂਜੀ ਕਿਉਂਕਿ ਹੁਣ ਤੁਹਾਡੇ ਕੋਲ ਤੇ ਦੇਖੋ ਇੰਨੇ ਬੱਚੇ ਨੇ ਹਾਂਜੀ ਤੇ ਕੰਸਰਨਿੰਗ ਤੁਹਾਡੇ ਸਕੂਲ ਦੇ ਨਾਲ ਜ਼ਿਆਦਾ ਕੰਸਰਨ ਹੈ ਬੱਚਿਆਂ ਦਾ ਹਾਂਜੀ ਬਿਲਕੁਲ ਬਿਲਕੁਲ ਆਪਣਾ ਇੰਟਰਨੈਸ਼ਨਲ ਯੂਥ ਡੇ 12 ਅਗਸਤ ਨੂੰ ਸੀਗਾ ਤੇ ਆਪਣਾ ਜਿਵੇਂ ਕਹਿ ਲਓ ਕਿ ਇਹ ਵਰਲਡ ਵਾਈਡ ਸੈਲੀਬ੍ਰੇਟ ਹੁੰਦਾ ਹੈ ਤੇ ਡਿਫਰੈਂਟ ਟੌਪਿਕਸ ਨੂੰ ਆਈ ਥਿੰਕ ਇਨਵੋਲਵ ਕੀਤਾ ਜਾਂਦਾ ਹੈ ਰਿਗਾਰਡਿੰਗ ਯੂਥ ਤੇ ਮੈਂ ਕਹੂੰਗੀ ਕਿ ਯੂਥ ਇਜ਼ ਰੀਅਲੀ ਆਰ ਫਿਊਚਰ ਆਫ ਅ ਨੇਸ਼ਨ ਤੇ ਜੇ ਆਪਾਂ ਇਸ ਯੂਥ ਨੂੰ ਸਹੀ ਦਿਸ਼ਾ ਦਿਖਾਈਏ ਆਪਾਂ ਸਹੀ ਰਾਹ ਤੇ ਲੈ ਕੇ ਚੱਲੀਏ ਤਾਂ ਇੱਕ ਨੇਸ਼ਨ ਦੀ ਪ੍ਰੋਗਰੈਸ ਦੂਰ ਨਹੀਂ ਹੈਗੀ ਬਿਲਕੁਲ ਸੋ ਸਿੱਖ ਅਕੈਡਮੀ ਆਈ ਵਿਲ ਸੇ ਕਿ ਅਸੀਂ ਜਿਵੇਂ ਬਿਲਕੁਲ ਛੋਟੇ ਬੱਚਿਆਂ ਤੋਂ ਲੈ ਕੇ ਅਸੀਂ ਫਿਲਹਾਲ ਗ੍ਰੇਡ 7 ਤੱਕ ਹੈਗੇ ਹਾਂ ਪਰ ਸਾਡਾ ਐਤਕੀ ਸੀਗਾ ਟੀਚਾ ਵੀ ਅਸੀਂ ਗ੍ਰੇਡ 8 ਵੀ ਸ਼ੁਰੂ ਅਸੀਂ ਕੀਤੀ ਹੋਈ ਸੀਗੀ ਬਟ ਸਾਨੂੰ ਆਏ ਸੀਗਾ ਕਿ ਸਾਡੇ ਕੋਲੇ ਹੋਰ ਵੱਧ ਰਜਿਸਟ੍ਰੇਸ਼ਨ ਆਉਣ ਤੇ ਸਾਡਾ ਹਮੇਸ਼ਾ ਇਹ ਹੁੰਦਾ ਕਿ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਈਏ ਮੇਨਲੀ ਸਾਡਾ ਫੋਕਸ ਇਹ ਹੈ ਐਂਡ ਇਟ ਸਟਾਰਟਸ ਵਿਦ ਆਈ ਸੇ ਕ੍ਰੀਏਟਿੰਗ ਮੋਰਲ ਵੈਲਿਊਜ਼ ਹਾਂਜੀ ਅੱਜ ਕੱਲ ਜਿਹੜੀ ਮੈਨੂੰ ਕਮੀ ਮਹਿਸੂਸ ਹੁੰਦੀ ਹੈ ਬੱਚਿਆਂ 'ਚ ਜਿਹੜੀ ਮਤਲਬ ਆਪਣੇ ਆਲੇ ਦੁਆਲੇ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਬੱਚਿਆਂ 'ਚ ਮੋਰਲ ਵੈਲਿਊਜ਼ ਦੀ ਬੜੀ ਲਾਈਕ ਇਟ ਇਜ਼ ਡਿਕਲਾਈਨਿੰਗ ਕਿਉਂਕਿ ਆਪਣਾ ਆਲਾ ਦੁਆਲਾ ਇੰਨਾ ਜ਼ਿਆਦਾ ਮਾਡਰਨਾਈਜ਼ ਹੋ ਰਿਹਾ ਹੈ ਕਿ ਉਹਨਾਂ ਨੂੰ ਮਾਡਰਨ ਜਿਹੜੀਆਂ ਐਮਿਨਿਟੀਜ਼ ਹੈ ਜਾਂ ਮਾਡਰਨ ਇੰਪੈਕਟ ਹੈ ਉਹਨਾਂ ਨੂੰ ਬਹੁਤ ਗਲਤ ਦਿਸ਼ਾ ਵੱਲ ਵੀ ਲੈ ਕੇ ਜਾ ਰਿਹਾ ਸੁਣਨ ਨੂੰ ਆਉਂਦਾ ਹੈਗਾ ਕਿ ਜਿਵੇਂ ਕਈ ਪਬਲਿਕ ਸਕੂਲਸ ਦੇ ਵਿੱਚ ਬੜੀਆਂ ਹੀ ਗਲਤ ਮਤਲਬ ਪ੍ਰੈਕਟਿਸਿਸ ਹੁੰਦੀਆਂ ਹੈਗੀਆਂ ਬੱਚੇ ਬਿਨਾਂ ਰੋਕ ਟੋਕ ਤੋਂ ਬੜੀ ਆਜ਼ਾਦੀ ਨਾਲ ਬਹੁਤ ਕੁਝ ਕਰ ਰਹੇ ਹੈ ਬਟ ਅਸੀਂ ਸਿੱਖ ਅਕੈਡਮੀ 'ਚ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਦੇ ਸਟੂਡੈਂਟਸ ਨੂੰ ਸਹੀ ਗਾਈਡ ਕਰੀਏ ਉਹਨਾਂ ਨੂੰ ਚੰਗੀਆਂ ਹੈਬਿਟਸ ਦੇ ਵੱਲ ਲਾਈਕ ਆਈ ਵਿਲ ਸੇ ਗਾਈਡ ਕਰੀਏ ਐਂਡ ਲਾਈਕ ਆਈ ਵਿਲ ਸੇ ਐਜ਼ ਅ ਟੀਚਰ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਬੱਚੇ ਨੂੰ ਮੋਰਲੀ ਗਾਈਡ ਕਰਨਾ ਉਹਨਾਂ ਨੂੰ ਦੱਸਣਾ ਕਿ ਆਪਾਂ ਆਪਣੀ ਰੂਟ ਹੈ ਕਿ ਆਪਾਂ ਕਿਵੇਂ ਦੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹਾਂਜੀ ਤੇ ਹੁਣ ਸਕੂਲ ਦੇ ਵਿੱਚ ਤੁਸੀਂ ਜਿਵੇਂ ਵਾਈਸ ਪ੍ਰਿੰਸੀਪਲ ਹੋ ਹੁਣ ਬੱਚਿਆਂ ਨੂੰ ਫਿਊਚਰ ਬਾਰੇ ਦੱਸਦੇ ਹੋ ਕਿ ਹੁਣ ਜਿਹੜਾ ਇਹਨਾਂ ਦਾ ਆਮ ਤੌਰ ਤੇ ਟੈਕਨੋਲੋਜੀ ਕਾਫੀ ਬਦਲ ਗਈ ਹੈ ਤੇ ਫਿਊਚਰ ਜਿਹੜੀਆਂ ਇਹਨਾਂ ਦੀਆਂ ਜੌਬਸ ਕੀ ਹੋਣਗੀਆਂ ਕਿ ਉਸ ਪਾਸੇ ਵੀ ਥੋੜਾ ਜਿਹਾ ਬੱਚਿਆਂ ਨੂੰ ਤੁਸੀਂ ਦੱਸਦੇ ਹੋ ਹਾਂਜੀ ਅਸੀਂ ਐਕਚੁਅਲੀ ਪਲਾਨ ਆਊਟ ਕੀਤਾ ਹੋਇਆ ਕਿ ਅਸੀਂ ਜਿਵੇਂ ਫੋਰ ਐਗਜ਼ਾਮਪਲ ਗ੍ਰੇਡ 6 ਐਂਡ 7 ਨੂੰ ਕੁਝ ਇਹੋ ਜਿਹੀਆਂ ਵਰਕਸ਼ਾਪਸ ਲਾਈਆਂ ਜਾਣ ਜਿਨ੍ਹਾਂ ਨੂੰ ਜਿਹੜੀ ਕਿ ਉਹਨਾਂ ਨੂੰ ਹੈਲਪ ਕਰਨ ਅੱਗੇ ਜਾ ਕੇ ਵੀ ਉਹ ਆਪਦੇ ਕਿਵੇਂ ਦੀ ਸਟਰੀਮ ਚੂਜ਼ ਕਰ ਸਕਦੇ ਆ ਬੱਚਿਆਂ ਨੂੰ ਆਪਦੇ ਇੰਟਰਸਟ ਅਕੋਰਡਿੰਗ ਕੀ ਸਿਲੈਕਟ ਕਰਨਾ ਚਾਹੀਦਾ ਸੋ ਦੈਟ ਉਹ ਆਫਟਰ ਜਦੋਂ ਬੱਚੇ ਇੱਕ ਵਾਰੀ ਇੱਕ ਗ੍ਰੇਡ ਨੂੰ ਜਾਂ ਇੱਕ ਸਕੂਲ ਨੂੰ ਛੱਡ ਕੇ ਜਾਂਦੇ ਆ ਹਾਇਰ ਸਕੂਲ 'ਚ ਜਾਂਦੇ ਆ ਉਹ ਇਹ ਗਲਤ ਪ੍ਰੈਕਟਿਸਿਸ ਦੇ ਵਿੱਚ ਕਿਉਂ ਜ਼ਿਆਦਾ ਚਲੇ ਜਾਂਦੇ ਆ ਬਿਕੋਜ਼ ਦੇਰ ਇਜ਼ ਲੈਕ ਆਫ ਗਾਈਡੈਂਸ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਅੱਗੇ ਜਾ ਕੇ ਕਰਨਾ ਕੀ ਹੈ ਐਂਡ the best support I think they're getting at that point of time ਉਹ ਆਪਣੀ ਫਰੈਂਡ ਸਰਕਲ ਤੋਂ ਲੈਂਦੇ ਆ ਵੀ ਜੋ ਮੇਰਾ ਫਰੈਂਡ ਕਰ ਰਿਹਾ ਮੈਂ ਵੀ ਉਹੀ ਕਰ ਰਿਹਾ ਹਾਂਜੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਐਟਲੀਸਟ ਲਾਈਕ ਜਿਵੇਂ ਹੋ ਸਕਿਆ ਤਾਂ ਵੀ ਵਿਲ ਇਨਕਲੂਡ ਗ੍ਰੇਡ 5 ਇਵਨ ਇਨ ਦਿਸ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਜੇ ਫਿਊਚਰ 'ਚ ਕੁਝ ਕਰਨਾ ਚਾਹੁੰਦੇ ਬਿਕੋਜ਼ ਫੋਰਚੂਨੇਟਲੀ ਅਸੀਂ ਇਹੋ ਜਿਹੀ ਕੰਟਰੀ 'ਚ ਹੈਗੇ ਹਾਂ ਇਸ ਵੇਲੇ ਜਿੱਥੇ ਸਾਡੇ ਬੱਚਿਆਂ ਵਾਸਤੇ ਬਹੁਤ ਓਪਰਚੁਨਿਟੀਜ਼ ਨੇ ਦੇ ਕੈਨ ਐਕਸੈਲ ਇਨ ਵਾਟ ਐਵਰ ਦੇ ਵਿਸ਼ ਟੂ ਡੂ ਜੋ ਵੀ ਆਪਣਾ ਪ੍ਰੋਫੈਸ਼ਨ ਅੱਗੇ ਉਹ ਅਪਣਾਉਣਾ ਚਾਹੁੰਦੇ ਹੈ ਉਹਨਾਂ ਕੋਲੇ n ਨੰਬਰ ਆਫ ਆਪਸ਼ਨਸ ਹੈਗੀਆਂ ਸੋ ਉਹਨਾਂ ਨੂੰ ਇੱਕ ਸਹੀ ਉਮਰ ਦੇ ਵਿੱਚ ਇੱਕ ਸਹੀ ਗਾਈਡੈਂਸ ਮਿਲੇ ਤੇ ਉਹਨਾਂ ਨੂੰ ਮਤਲਬ ਸਹੀ ਉਹ ਆਪਦੇ ਚੋਇਸ ਕਰ ਸਕਣ ਅਸੀਂ ਉਸ ਵੱਲ ਐਤਕੀ ਸਾਡਾ ਪੂਰਾ ਧਿਆਨ ਹੋਏਗਾ
ਤੇ ਨਾਟ ਓਨਲੀ ਦਿਸ, ਅਸੀਂ ਪਿਛਲੇ ਵਾਰ ਵੀ ਇੱਕ ਵਰਕਸ਼ਾਪ ਕਰਵਾਈ ਸੀ ਟੀਚਰਸ ਲਈ, ਸਾਡੇ ਜਿਵੇਂ ਪ੍ਰੋਫੈਸ਼ਨਲ ਡਿਵੈਲਪਮੈਂਟ ਡੇਜ਼ ਹੁੰਦੇ ਨੇ ਟੀਚਰਸ ਲਈ। ਹਾਂਜੀ ਹਾਂਜੀ। ਤੇ ਉਹਦੇ ਚ ਅਸੀਂ ਸਰੀ ਪੁਲਿਸ ਦੀ ਵੀ ਹੈਲਪ ਲਈ ਸੀਗੀ ਕਿ ਉਹ ਟੀਚਰਸ ਨੂੰ ਕਿਵੇਂ ਮਤਲਬ ਨੌਲੇਜ ਦੇ ਸਕਦੇ ਆ ਕਿ ਬੱਚਿਆਂ ਨੂੰ ਗਲਤ, ਜਿਵੇਂ ਅੱਜ ਕੱਲ ਵੈਪਨਸ ਦੇ ਬੱਚੇ ਬਹੁਤ ਕਈ ਵਾਰੀ they involve in such things like it is totally going on in our community, ਹੈ ਨਾ, ਆਪਣੇ ਆਲੇ ਦੁਆਲੇ ਆਪਾਂ ਨੂੰ ਬੜਾ ਸੁਣਨ ਨੂੰ ਮਿਲਦਾ ਹੈਗਾ ਕੀ ਕੁਛ ਹੋ ਰਿਹਾ। ਸੋ ਉਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸੀਗਾ ਕਿ ਆਪਾਂ ਨੂੰ ਬੱਚਿਆਂ ਦੀਆਂ ਹੈਬਿਟਸ ਨੂੰ ਜਾਂ ਉਹਨਾਂ ਦੀਆਂ ਹਰਕਤਾਂ ਨੂੰ, ਜੋ ਕੁਛ ਕਲਾਸ ਚ ਆਪਾਂ ਅਬਜ਼ਰਵ ਕਰਦੇ ਹਾਂ ਟੀਚਰਸ, ਆਪਾਂ ਨੂੰ ਕਿਵੇਂ ਧਿਆਨ ਰੱਖਣਾ ਚਾਹੀਦਾ, ਵੀ ਕਿਵੇਂ ਆਪਾਂ ਨੂੰ ਨੋਟ ਕਰਨਾ ਚਾਹੀਦਾ ਵੀ ਇਹ ਬੱਚੇ ਦੀਆਂ ਡੇਲੀ ਐਕਟੀਵਿਟੀਜ਼ ਕਿੱਧਰ ਨੂੰ ਜਾ ਰਹੀਆਂ, ਸੋ ਦੈਟ ਆਪਾਂ ਟਾਈਮਲੀ ਉਹਨੂੰ ਗਾਈਡ ਕਰ ਸਕੀਏ। ਹਾਂਜੀ, ਕਿਉਂਕਿ ਯੂਜੂਅਲੀ ਹੁੰਦਾ ਕੀ ਹੈ, ਜਦੋਂ ਨੂੰ ਆਪਾਂ ਰਿਅਲਾਈਜ਼ ਕਰਦੇ ਹਾਂ ਵੀ ਬੱਚਾ ਕਿਤੇ ਗਲਤ ਡਾਇਰੈਕਸ਼ਨ ਵੱਲ ਜਾ ਰਿਹਾ, ਉਦੋਂ ਟਾਈਮ ਬਹੁਤ ਲੱਗ ਚੁੱਕਿਆ ਹੁੰਦਾ ਹੈ। ਹਾਂਜੀ ਹਾਂਜੀ ਹਾਂਜੀ। ਸੋ ਮੈਨੂੰ ਉਹ ਬਹੁਤ ਵਧੀਆ ਵਰਕਸ਼ਾਪ ਲੱਗੀ ਸੀਗੀ, ਤੇ ਅਸੀਂ ਐਵੇਂ ਦੀਆਂ ਵਰਕਸ਼ਾਪਸ ਕੋਸ਼ਿਸ਼ ਕਰਾਂਗੇ ਕਿ ਅਸੀਂ ਬੱਚਿਆਂ ਨੂੰ ਵੀ ਦਿਖਾਈਏ ਅੱਗੇ ਤੋਂ, ਸੋ ਦੈਟ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਨੂੰ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਤੇ ਆਪਦੀਆਂ ਕੰਪਨੀ ਜਿਹੜੀ ਅਸੀਂ ਚੂਜ਼ ਕਰਦੇ ਹਾਂ ਉਹ ਮਤਲਬ ਆਪਾਂ ਨੂੰ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸਿਲੈਕਟ। ਹਾਂਜੀ। ਜੇ ਇੰਝ ਤੁਹਾਨੂੰ ਲੱਗਦਾ ਕੋਈ ਬੱਚਾ ਗਲਤ ਪਾਸੇ ਜਾ ਰਿਹਾ ਤੇ ਕੀ ਉਸ ਬੱਚੇ ਨੂੰ 1-on-1 ਬੇਸਿਸ ਤੇ ਕਾਉਂਸਲਿੰਗ ਵੀ ਉੱਥੇ ਸਕੂਲ ਚ ਆਪਾਂ ਕਰਦੇ ਹਾਂ? ਬਿਲਕੁਲ। ਹਾਂਜੀ 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 ਜੀ, ਅਸੀਂ ਸਭ ਤੋਂ ਪਹਿਲਾਂ ਦੇਖੋ ਟੀਚਰ ਤੋਂ ਅਸੀਂ ਮਤਲਬ ਸਾਨੂੰ ਟੀਚਰ ਹੀ ਇਨਫੋਰਮ ਕਰਦੇ, ਬਿਕੋਜ਼ ਦੇ ਆਰ ਦਾ ਫਸਟ ਹੈਂਡ ਡੀਲਰਸ ਵਿਦ ਦ ਕਿਡਸ, ਹੈ ਨਾ। ਹਾਂਜੀ ਹਾਂਜੀ। ਤਾਂ ਬੱਚਾ ਜਦੋਂ ਅਸੀਂ ਉਹਦੇ ਚ ਮਤਲਬ ਡਾਇਰੈਕਟਲੀ ਜਦੋਂ ਇੱਕ ਕਾਉਂਸਲਰ, ਰਜਿਸਟਰਡ ਜੋ ਕਾਉਂਸਲਰ ਹੈਗਾ, ਜਦੋਂ ਉਹਦੀ ਮੀਟਿੰਗ ਹੁੰਦੀ ਹੈ ਟੀਚਰ ਨਾਲ, ਤਾਂ ਟੀਚਰ ਐਂਡ ਕਾਉਂਸਲਰ ਹੀ ਆਪਸ ਚ ਪਹਿਲਾਂ ਡਿਸਕਸ ਕਰਦੇ ਆ ਕਿ ਹੈ ਕੀ, ਲਾਈਕ ਉਹ ਸਾਨੂੰ ਇਨਫੋਰਮ ਕਰਦੇ ਆ, ਸਾਡੀ ਹੁੰਦੀ ਹੈ ਕਿ ਅਸੀਂ ਇੱਕ ਕਾਉਂਸਲਰ ਨੂੰ ਅਪੁਆਇੰਟ ਕਰੀਏ ਉਸ ਲਈ, ਉਸ ਕੇਸ ਲਈ, ਸੋ ਦਾ ਟੀਚਰ ਆਪਣਾ ਓਪਨਲੀ ਅਕਾਊਂਟ, ਇਹ ਸਾਰੀ ਇਨਫੋਰਮੇਸ਼ਨ ਬੜੀ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈ। ਹਾਂਜੀ ਹਾਂਜੀ। ਕਿਉਂਕਿ ਅਸੀਂ ਲਾਈਕ ਵੀ ਕੈਨੋਟ ਟੇਕ ਇਟ ਆਊਟ ਇਨ ਓਪਨ ਦੈਟ ਵਾਟ ਇਜ਼ ਗੋਇੰਗ ਔਨ। ਹਾਂਜੀ ਹਾਂਜੀ। ਸੋ ਜਦੋਂ ਕਾਉਂਸਲਰ ਸਾਰੀ ਸਟੱਡੀ ਕਰਦਾ ਹੈ, ਸਾਰੀ ਉਹਦੇ ਬੱਚੇ ਨਾਲ ਬੈਠ ਕੇ ਪ੍ਰੋਪਰ ਉਹਦੀ ਕਾਉਂਸਲਿੰਗ ਕੀਤੀ ਜਾਂਦੀ ਹੈ, ਪ੍ਰੋਪਰ ਸਾਰੇ ਕੁਐਸਚਨ ਆਨਸਰ ਕੀਤੇ ਜਾਂਦੇ ਹੈ, ਪੇਰੈਂਟਸ ਨਾਲ ਵੀ ਅਸੀਂ ਡੀਲ ਕਰਦੇ ਹਾਂ, ਫਿਰ ਪੁੱਛਦੇ ਹਾਂ, ਜਾਂ ਕਾਉਂਸਲਰ ਹੀ ਪਤਾ ਕਰਦੇ ਹੈ ਕਿ ਪਿੱਛੇ ਘਰ ਚ ਕੀ ਚੱਲ ਰਿਹਾ, ਕੋਈ ਐਵੇਂ ਦੀ ਸਿਚੁਏਸ਼ਨ ਤਾਂ ਨਹੀਂ ਹੈਗੀ ਜਿਹੜੀ ਕਿ ਬੱਚੇ ਨੂੰ ਸਟ੍ਰੈਸ ਆਊਟ ਕਰ ਰਹੀ ਹੈ, ਰਾਈਟ। ਹਾਂਜੀ ਹਾਂਜੀ। ਸੋ ਇਹਦੇ ਚ ਸਾਡੇ ਕਾਉਂਸਲਰਸ ਬੜੇ ਹੈਲਪਫੁਲ ਹੁੰਦੇ ਆ, ਲਾਈਕ ਉਹ ਸਾਨੂੰ ਦੱਸਦੇ ਆ, ਸਾਡੀ ਹੈਲਪ ਕਰਦੇ ਆ ਕਿ ਅਸੀਂ ਬੱਚੇ ਨੂੰ ਅਸੀਂ ਗਵਾਉਣਾ ਨਹੀਂ ਚਾਹੁੰਦੇ, ਵੀ ਡੋਂਟ ਵਾਂਟ ਕਿ ਇੱਕ ਮਾਪੇ ਆਪਣੀ ਬੱਚੇ ਦੀ ਜ਼ਿੰਦਗੀ ਉਹਨਾਂ ਨੂੰ ਪਤਾ ਹੀ ਨਾ ਲੱਗੇ ਕੀ ਹੋ ਕੀ ਰਿਹਾ ਉਹਦੇ ਨਾਲ। ਜੀ ਜੀ। ਦੂਸਰਾ ਇੱਕ ਲਾਸਟ ਕੁਐਸਚਨ, ਬਹੁਤ ਕੁਐਸਚਨ। ਹਾਂਜੀ ਹਾਂਜੀ। ਉਹ ਹੈਗਾ ਕਿ ਕੀ ਪੇਰੈਂਟਸ ਨੂੰ ਵੀ ਨਾਲ ਐਜੂਕੇਟ ਕੀਤਾ ਜਾਂਦਾ ਹੈ? ਕਈ ਵਾਰੀ ਇਹ ਤੇ ਹੋ ਗਿਆ ਨਾ 1-on-1 ਬੇਸਿਸ ਤੇ ਵੀ ਕਿਸੇ ਇੱਕ ਬੱਚੇ ਦੀ ਪ੍ਰੋਬਲਮ ਹੈ, ਪਰ ਵੈਸੇ ਔਨ ਗੋਇੰਗ ਕਿ ਪੇਰੈਂਟਸ ਆ ਕੇ ਉੱਥੇ ਵਾਲੰਟੀਅਰ ਕਰਨ ਸਕੂਲ ਚ, ਜਾਂ ਕਿਸੇ ਤਰੀਕੇ ਗੈਟ ਟੂਗੈਦਰ ਹੋਵੇ ਜਿਹੜੇ ਪੇਰੈਂਟਸ ਇੱਕ ਦੂਜੇ ਨੂੰ ਮਿਲਣ, ਵੀ ਪਤਾ ਲੱਗੇ ਕਿ ਸਕੂਲ ਚ ਕੀ ਹੋ ਰਿਹਾ, ਸਾਡੇ ਬੱਚੇ ਕੀ ਕਰ ਰਹੇ ਨੇ, ਤੇ ਉਹਨਾਂ ਦੀ ਕਿੰਨੀ ਕੁ ਇਨਵੋਲਵਮੈਂਟ ਸਕੂਲ ਦੇ ਵਿੱਚ ਹੈ ਪੇਰੈਂਟਸ ਦੀ? ਹਾਂਜੀ, ਵੈਸੇ ਸੋ ਫਾਰ ਅੱਜ ਤੱਕ ਸਾਡੇ ਪੇਰੈਂਟਸ ਬਹੁਤ ਹੀ ਸਪੋਰਟਿਵ ਰਹੇ ਨੇ, ਲਾਈਕ ਸਾਡੇ ਕੋਲੇ ਸਾਡੀ ਪੇਰੈਂਟਸ ਕਾਉਂਸਲ ਐਸੋਸੀਏਸ਼ਨ ਜਿਵੇਂ ਪੈਕ ਹੁੰਦੀ ਹੈ, ਉਹ ਵੀ ਬਹੁਤ ਹੀ ਸਪੋਰਟਿਵ ਰਹੇ ਨੇ ਸਾਡੇ ਲਈ। ਅੱਜ ਤੱਕ ਸਾਡੇ ਕੋਈ ਵੀ ਐਕਟੀਵਿਟੀਜ਼ ਹੁੰਦੀਆਂ ਉਹ ਬਹੁਤ ਮਤਲਬ ਹੁਮਾ ਕੇ ਆਈ ਸੇ ਦੇ ਕਮ ਫਾਰਵਰਡ। ਤੇ ਪਰ ਹਾਂਜੀ, ਪੇਰੈਂਟਸ ਦੀ ਵੀ ਲਾਈਕ ਉਹਨਾਂ ਨੂੰ ਵੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਅੱਜ ਕੱਲ ਇੰਨੇ ਰੁਝੇਵੇ ਵੱਧ ਗਏ ਹੈ ਲਾਈਕ ਸੇ ਕਿ ਬਿਕੋਜ਼ ਆਫ ਦ ਸਿਚੁਏਸ਼ਨ ਦੈਟ ਇਜ਼ ਗੋਇੰਗ ਔਨ ਆਪਣੀ ਸੋਸਾਇਟੀ 'ਚ ਸਾਰਾ ਕੁਛ ਇੰਨਾ ਮਹਿੰਗਾ ਹੋ ਰਿਹਾ, ਸੋ ਪੇਰੈਂਟਸ ਵੀ ਆਈ ਥਿੰਕ ਦੇ ਆਰ ਮੋਰ ਇਨਵੋਲਵਡ ਇਨ ਇਨ देयर ਜੌਬਸ ਐਂਡ ਆਲ। ਤੇ ਪਰ ਅਸੀਂ ਪੇਰੈਂਟਸ ਨੂੰ ਵੀ ਸਮਝਾਉਂਦੇ ਹਾਂ, ਸਾਡੀ ਹੈਗੀ ਆ ਲਾਈਕ ਵੀ ਆਰ ਹੈਵਿੰਗ ਸੋ ਮੈਨੀ ਥਿੰਗਸ ਇਨ ਆਰ ਪਲਾਨ ਕਿ ਅਸੀਂ ਪੇਰੈਂਟਸ ਨੂੰ ਵੀ ਕਿਤੇ ਜੇ ਅਸੀਂ ਕੋਈ ਵਰਕਸ਼ਾਪ ਲਾ ਸਕਦੇ ਹਾਂ ਉਹਨਾਂ ਲਈ, ਬੱਚਿਆਂ ਦੀ ਹੈਲਥੀ ਈਟਿੰਗ ਜਿਵੇਂ ਆ ਨਾ, ਆਪਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਗਾਈਡ ਕਰੀਏ ਵੀ ਅਸੀਂ ਹੈਲਥੀ ਈਟਿੰਗ ਨੂੰ ਕਿਵੇਂ ਇਨਕਰੇਜ ਕਰਨਾ ਚਾਹੁੰਦੇ ਹਾਂ ਬੱਚਿਆਂ ਲਈ, ਤੁਸੀਂ ਕਿਵੇਂ ਬੱਚਿਆਂ ਨੂੰ ਘਰੇ ਵੀ ਐਨਕਰੇਜ ਕਰੋ। ਸੋ ਪੇਰੈਂਟਸ ਦੀ ਆਈ ਵਿਲ ਸੇ ਕਾਉਂਸਲਿੰਗ ਵੀ ਬਹੁਤ ਜ਼ਰੂਰੀ ਹੈ। ਤੇ ਸਾਡੇ ਹੈਗੇ ਐਸੀ ਕੁਝ ਪਲਾਨ ਅਸੀਂ ਸੈਟਅਪ ਕਰ ਰਹੇ ਹਾਂ ਜਿੱਥੇ ਅਸੀਂ ਪੇਰੈਂਟਸ ਦੀ ਵੀ ਮਤਲਬ ਐਵੇਂ ਦੀ ਕੋਈ ਹੋ ਸਕਿਆ ਤਾਂ ਕੋਈ ਵਰਕਸ਼ਾਪ ਵੀ ਉਹਨਾਂ ਨੂੰ ਅਟੈਂਡ ਕਰਨ ਲਈ ਐਨਕਰੇਜ ਕਰਾਂਗੇ ਬੱਚਿਆਂ ਦੇ ਨਾਲ,
ਜਿੱਥੇ ਉਹਨਾਂ ਨੂੰ ਵੀ ਪਤਾ ਲੱਗੇ, ਉਹਨਾਂ ਨੂੰ ਵੀ ਕੋਈ ਜਾਗਰੂਕਤਾ ਹੋਵੇ ਕਿ ਹਾਂਜੀ ਸਾਨੂੰ ਬੱਚਿਆਂ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜਾ ਇਹ ਪੇਰੈਂਟ ਐਂਡ ਚਾਈਲਡ ਬੌਂਡ ਹੈਗਾ, ਜਦੋਂ ਆਪਾਂ ਥੱਕ ਹਾਰ ਕੇ ਘਰੇ ਪਹੁੰਚਦੇ ਹਾਂ ਤਾਂ ਪੇਰੈਂਟਸ ਕਈ ਵਾਰੀ ਟਾਈਮ ਨਹੀਂ ਦੇ ਪਾਉਂਦੇ ਹੈ ਨਾ। ਆਪਾਂ ਬੱਚਿਆਂ ਨੂੰ ਉਹਨਾਂ ਦੇ ਗੈਜਟਸ ਤੇ ਛੱਡ ਦਿੰਦੇ ਹਾਂ ਵੀ ਦੇ ਪਲੇਇੰਗ ਗੇਮਸ ਐਂਡ ਯੂ ਨੋ ਦੇ ਆਰ ਇਨਵੋਲਵਡ ਇਨ ਸੋਸ਼ਲ ਮੀਡੀਆ। that's the point I feel ਜਿੱਥੇ ਬੱਚੇ ਕਈ ਵਾਰੀ ਮਿਸਗਾਈਡ ਹੋ ਜਾਂਦੇ ਆ। ਸੋ ਪੇਰੈਂਟਸ ਦੀ ਇਨਵੋਲਵਮੈਂਟ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਇਹ ਸਿਰਫ ਇਹ ਨਹੀਂ ਹੈਗਾ ਕਿ ਆਪਾਂ ਸਿਰਫ ਬੱਚੇ ਨੂੰ ਸਕੂਲ ਛੱਡ ਕੇ ਚਲੇ ਗਏ ਤੇ ਉਹਨੂੰ ਪਿਕ ਕਰਕੇ ਤੇ ਉਹਨੂੰ ਘਰੇ ਫੇਰ ਛੱਡਤਾ, ਰਾਈਟ। ਉਹਦੇ ਨਾਲ ਪ੍ਰੋਪਰ ਟਾਈਮ ਬੱਚੇ ਨਾਲ ਬਿਤਾਉਣਾ। ਆਈ ਵੁੱਡ ਸੇ ਅਗੇਨ ਉਹੀ ਮੈਂ ਜਿਵੇਂ ਸ਼ੁਰੂ ਕੀਤੀ ਸੀ ਜਿਸ ਗੱਲ ਤੋਂ ਕਿ ਆਪਣਾ ਫਿਊਚਰ ਜੋ ਹੈ ਨਾਟ ਓਨਲੀ ਨੇਸ਼ਨ, ਸਾਰੇ ਪਰਿਵਾਰਾਂ ਦਾ ਫਿਊਚਰ ਵੀ ਆਪਾਂ ਇੱਕ ਬੱਚਿਆਂ ਨੂੰ ਹੀ ਲੈ ਕੇ ਚੱਲਦੇ ਹਾਂ। ਹਾਂਜੀ ਹਾਂਜੀ। ਸੋ ਆਪਾਂ ਉਹਨਾਂ ਨੂੰ ਜਿਵੇਂ ਕਹਿੰਦੇ ਨਾ ਕਿ ਇੱਕ ਲਾਈਕ ਟਰੀ ਨੂੰ ਜੇ ਆਪਾਂ ਨਰਚਰ ਕਰਾਂਗੇ ਸੋਹਣੇ ਤਰੀਕੇ ਨਾਲ ਤਾਂ ਹੀ ਉਹ ਅੱਗੇ ਵਧੂ ਫੁੱਲੂਗਾ। ਤੇ ਜੇ ਆਪਾਂ ਇੱਕ ਟਰੀ ਨੂੰ ਆਈ ਛੱਡ ਦਾਂਗੇ ਉਹਦੇ ਆਪ ਤੇ ਹਨਾ, ਅਲਟੀਮੇਟਲੀ ਇਟ ਵੋਂਟ। ਸੋ ਸਾਡਾ ਸਿੱਖ ਅਕੈਡਮੀ ਚ ਹਮੇਸ਼ਾ ਇਹੀ ਹੁੰਦਾ ਕਿ ਅਸੀਂ ਨਾਟ ਓਨਲੀ ਐਕੈਡੈਮਿਕਲੀ ਵੀ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਅਸੀਂ ਮੋਰਲੀ, ਉਹਨਾਂ ਨੂੰ ਸੋਸ਼ਲ ਵੈਲਿਊਜ਼, ਉਹਨਾਂ ਨੂੰ ਮੋਰਲ ਵੈਲਿਊਜ਼, ਉਹਨਾਂ ਨੂੰ ਉਹਨਾਂ ਦੀ ਫਿਜ਼ੀਕਲ ਡਿਵੈਲਪਮੈਂਟ ਕਿਵੇਂ ਇਫੈਕਟ ਕਰਦੀ ਹੈ ਤੇ ਮੈਂਟਲ ਹੈਲਥ ਤੇ, ਇਹ ਸਾਰਾ ਉਹਨਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਨਾਟ ਓਨਲੀ ਥਰੂ ਕਲਾਸਰੂਮ, ਥਰੂ ਅਸੈਂਬਲੀਜ਼, ਥਰੂ ਐਕਟੀਵਿਟੀਜ਼, ਥਰੂ ਵਰਕਸ਼ਾਪ। ਇਹਨਾਂ ਸਾਰੀਆਂ ਜਿਵੇਂ ਇਨਵੋਲਵਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਕਿ ਅਸੀਂ ਉਹਨਾਂ ਨੂੰ ਸਿਖਾਈਏ ਕਿ how to be a better human being in your future. Really good. ਤੁਸੀਂ ਨਾ ਸਾਡਾ ਪਿਛਲੇ ਹਫ਼ਤੇ ਦਾ ਪ੍ਰੋਗਰਾਮ ਮਿਸ ਕਰਤਾ ਜਿਹਦੇ ਬਾਰੇ ਤੁਸੀਂ ਹੁਣੇ ਗੱਲ ਕਰਕੇ ਹਟੇ ਹੋ। ਦੈਟ ਵਾਜ਼ ਕਿ ਪ੍ਰੋਟੀਨਸ ਅਸੀਂ ਇਕੱਲੇ ਮੀਟ ਤੋਂ ਨਹੀਂ, ਵੈਜੀਟੇਬਲਸ ਤੋਂ ਵੀ ਬਹੁਤ ਸਾਰੇ ਪ੍ਰੋਟੀਨਸ ਲੈ ਸਕਦੇ ਹਾਂ। ਬਿਲਕੁਲ। ਦੈਟ ਵਾਜ਼ ਆਵਰ ਲਾਸਟ ਵੀਕਸ ਟੌਪਿਕ। ਹਾਂਜੀ। So I know I'm taking little time, ਪਰ ਮੈਂ ਹੀ ਕਹੂੰਗੀ ਕਿ ਆਪਾਂ ਨੂੰ ਲਾਈਕ ਐਜ਼ ਅ ਪੇਰੈਂਟ ਜਾਂ ਐਜ਼ ਅ ਟੀਚਰ ਕਹਿ ਲਓ, ਐਜ਼ ਐਨ ਐਡਮਿਨ ਆਫ ਅ ਸਕੂਲ, ਸਿੱਖ ਅਕੈਡਮੀ ਕਹਿ ਲਓ, ਮੈਂ ਕਹੂੰਗੀ ਸਾਰੇ ਪੇਰੈਂਟਸ ਨੂੰ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ, ਮੇਰਾ ਮੈਸੇਜ ਜੋ ਹੈਗਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬੁੱਕਸ ਰੀਡ ਕਰਨ ਚ ਆਪਾਂ ਨੂੰ ਐਨਕਰੇਜ ਕਰਨਾ ਚਾਹੀਦਾ, ਬਿਕੋਜ਼ ਸੋ ਮੈਨੀ ਗੁੱਡ ਬੁੱਕਸ ਆਰ ਦੇਅਰ ਇਨ ਲਾਇਬ੍ਰੇਰੀ, ਇਨ ਸਕੂਲ ਇਵਨ। ਉਹ ਬੁੱਕਸ ਨੂੰ ਰੀਡ ਕਰਕੇ ਕੋਈ ਚੰਗੀਆਂ ਵੈਲਿਊ ਸਿੱਖਣ ਆਪਦੇ ਆਪ ਚ, ਬਿਕੋਜ਼ ਆਈ ਫੀਲ ਬੁੱਕਸ ਆਰ ਦ ਬੈਸਟ ਫਰੈਂਡਸ ਆਫ ਅ ਹਿਊਮਨ ਬੀਇੰਗ, ਰਾਈਟ। ਉਹ ਤੁਹਾਨੂੰ ਕਿਸੇ ਰਾਈਟਰ ਦੀਆਂ ਬੜੀਆਂ ਸੋਹਣੀਆਂ ਗੱਲਾਂ ਸਿਖਾਉਂਦੇ ਆ। ਸੋ ਬੱਚੇ ਜਿੰਨਾ ਬੁੱਕਸ ਦੇ ਵਿੱਚ ਇਨਵੋਲਵ ਹੁੰਦੇ ਰਾਦਰ ਦੈਨ ਇਨਵੋਲਵਿੰਗ ਦੈਮ ਇਨ ਗੈਜਟਸ ਐਂਡ ਆਲ, ਉਹ ਇੱਕ ਆਪਣੇ ਯੂਥ ਲਈ ਬਹੁਤ ਮਤਲਬ ਇੱਕ ਅੱਛੀ ਗੱਲ ਹੈ। ਤੇ ਉਹਨਾਂ ਨੂੰ ਇਨਵੋਲਵ ਕਰੀਏ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ, ਜਿੰਨੀ ਐਕਟੀਵਿਟੀਜ਼ ਆਪਾਂ ਉਹਨਾਂ ਨੂੰ ਕਰ ਸਕਦੇ ਹਾਂ। ਉਹਨਾਂ ਨੂੰ ਕ੍ਰੀਏਟਿਵ ਐਕਟੀਵਿਟੀਜ਼, ਜਿਵੇਂ ਅਸੀਂ ਐਕਟਿਵ ਸਕੂਲ ਚ ਵੀ ਕਰ ਰਹੇ ਹਾਂ, ਸਾਡੇ ਇਸ ਸੈਸ਼ਨ ਦਾ ਜਿਹੜਾ ਸਾਡਾ ਟੀਚਾ ਹੈ ਕਿ ਅਸੀਂ ਬੱਚਿਆਂ ਨੂੰ ਚੰਗੀਆਂ ਐਕਟੀਵਿਟੀਜ਼, ਕ੍ਰੀਏਟਿਵ ਐਕਟੀਵਿਟੀਜ਼ ਚ ਇਨਵੋਲਵ ਕਰੀਏ, ਉਹਨਾਂ ਨੂੰ ਨੇਚਰ ਦੇ ਨਾਲ ਜ਼ਿਆਦਾ ਕਲੋਜ਼ ਲੈ ਕੇ ਜਾਈਏ, ਉਹਨਾਂ ਨੂੰ ਦੱਸੀਏ ਵੀ ਨੇਚਰ ਜਿਹੜਾ ਹੈ ਉਹ ਸਰਪਾਸ ਨਹੀਂ ਕਰ ਸਕਦੇ ਆਪਾਂ, ਤੇ ਉਹਦੇ ਨਾਲ ਇਨਵੋਲਵ ਹੋਣਾ, ਤੇ ਇੱਕ ਚੰਗੀ ਕੰਪਨੀ ਨੂੰ ਸਿਲੈਕਟ ਕਰਨਾ ਆਪਦੀ ਲਾਈਫ ਚ ਸਿੱਖਣਾ ਆਉਣਾ ਚਾਹੀਦਾ, ਰਾਈਟ, ਹਾਊ ਟੂ ਨੋ ਯੋਰ ਫਰੈਂਡਸ ਬੈਟਰ। ਤੇ ਦਿਸ ਇਜ਼ ਵਾਟ ਵੀ ਆਰ ਡੂਇੰਗ, ਤੇ ਅਸੀਂ this is what we are planning for this year. That's really, really good. ਜਿਵੇਂ ਕਿ ਹੁਣ ਇੰਟਰਨੈਸ਼ਨਲ ਯੂਥ ਡੇ 12 ਅਗਸਤ ਨੂੰ ਆਇਆ, ਪਰ ਸਕੂਲ ਜਿਵੇਂ ਹੁਣ ਆਈ ਥਿੰਕ ਫਸਟ ਵੀਕ ਆਫ ਸੈਪਟੰਬਰ ਖੁੱਲਣਗੇ, ਕਿ ਉਸ ਟਾਈਮ ਤੁਸੀਂ ਥੋੜਾ ਬਹੁਤ ਇਹਦੇ ਬਾਰੇ ਗੱਲ ਕਰੋਗੇ ਕਿ ਇੰਟਰਨੈਸ਼ਨਲ ਯੂਥ ਡੇ ਤੇ ਨਿਕਲ ਗਿਆ ਪਰ ਸਟਿਲ ਉਹ ਵੈਲਿਊਜ਼ ਜਿਹੜੀਆਂ ਨੇ ਅਸੀਂ ਉਹ ਬੱਚਿਆਂ ਚ ਪਾਉਣਾ ਚਾਹੁੰਦੇ ਹਾਂ। ਬਿਲਕੁਲ, ਹਾਂਜੀ। ਸਾਡਾ ਫਸਟ ਫਿਊ ਡੇਜ਼ ਅਸੀਂ ਜਿਵੇਂ ਕਹਿ ਲਓ ਓਰੀਐਂਟੇਸ਼ਨ ਆਫ ਟੀਚਰਸ ਐਂਡ ਕਿਡਸ ਹੁੰਦੀ ਹੈ, ਤੇ ਨਾਟ ਓਨਲੀ ਦੈਟ ਅਸੀਂ ਪੇਰੈਂਟਸ ਤੇ ਟੀਚਰਸ ਦੀ ਵੀ ਆਪਸ ਚ ਜਿਵੇਂ ਕਹਿ ਲਓ ਇੱਕ ਤਰ੍ਹਾਂ ਦੀ ਓਰੀਐਂਟੇਸ਼ਨ ਹੀ ਕਹਿ ਲਓ, ਕਿਉਂਕਿ ਦੇ ਸ਼ੁੱਡ ਨੋ ਦ ਟੀਚਰ। ਉਹਨਾਂ ਨੂੰ ਸਾਰਾ ਆਪਦੀ ਕਲਾਸਰੂਮ, ਬੱਚੇ ਸਾਡੇ ਕਿੱਥੇ ਜਾਣਗੇ, ਕਿਹੜੀ ਕਲਾਸ ਚ ਬੈਠਣਗੇ, ਕਿਵੇਂ ਦਾ ਟੀਚਰ ਹੈ, ਉਹਨਾਂ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ, ਟੀਚਰ ਵੀ ਆਪਣੇ ਬੱਚਿਆਂ ਦੇ ਪੇਰੈਂਟਸ ਨੂੰ ਸਮਝਦੇ ਹੈ। ਸੋ ਇਨ ਦਿਸ ਵੇਜ਼ ਵੀ ਆਰ ਗੋਇੰਗ ਟੂ ਟਾਕ ਟੂ ਦੈਮ ਕਿ ਇਸ ਸਾਲ ਅਸੀਂ ਕੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ, ਤੇ ਅਸੀਂ ਕੀ ਐਕਸਪੈਕਟ ਕਰ ਰਹੇ ਹਾਂ ਵੀ ਤੁਹਾਡੇ ਬੱਚੇ ਸਾਡੇ ਤੋਂ ਕੀ ਐਕਟਿਵ ਸਿੱਖ ਕੇ ਜਾਣਗੇ। So definitely we will bring this topic forward ਕਿ international youth day ਦੀ ਕਿੰਨੀ ਵੈਲਿਊ ਹੈ। ਅੱਜ ਕੱਲ it's not only regarding also school, ਜੇ ਆਪਾਂ international school youth festival youth day ਆਪਾਂ ਸੈਲੀਬ੍ਰੇਟ ਕੀਤਾ ਹੈਗਾ, ਕਿ ਵੱਡੇ ਐਸਪੈਕਟਸ ਵੀ ਹੈਗੇ ਆ, ਜਿਵੇਂ ਵੱਡੇ ਬੱਚੇ ਆਲਸੇ ਜੇ ਯੂਥ ਨੂੰ ਲੈ ਕੇ ਆਪਾਂ ਚੱਲਦੇ ਹਾਂ ਤਾਂ
ਅੱਜਕੱਲ ਜੌਬ ਦੀ ਬੜੀ ਡਿਫਿਕਲਟੀ ਹੋਈ ਪਈ ਹੈ, ਉਹ ਡਿਸਕ੍ਰਿਮੀਨੇਸ਼ਨ ਬਹੁਤ ਫੇਸ ਕਰਦੇ ਆ ਸੋਸਾਇਟੀ, ਰਾਈਟ, ਸਾਈਬਰ ਬੁਲਿੰਗ, ਹਾਂਜੀ, ਇਹ ਸਾਰਾ ਕੁਝ ਬੜਾ ਚੱਲ ਰਿਹਾ। ਉਹਨਾਂ ਨੂੰ ਮੈਂਟਲ ਹੈਲਥ ਚੈਲੰਜਸ ਜਿਹੜੇ ਫੇਸ ਕਰਦੇ ਆ, ਦੈਟ ਇਜ਼ ਰੀਅਲੀ ਐਂਡ ਐਡਿਕਸ਼ਨ ਆਈ ਵਿਲ ਸੇ ਅਬਵ ਆਲ, ਰਾਈਟ, ਹੋਮਲੈਸਨੈਸ ਹੈ ਉਹਨਾਂ ਕੋਲ। ਕਈ ਜਿਹੜੇ ਬੱਚੇ ਵਿਚਾਰੇ ਮਾਈਗ੍ਰੇਟ ਹੋ ਕੇ ਆ ਰਹੇ ਹੈ ਆਪਣੀਆਂ ਕੰਟਰੀਜ਼ ਤੋਂ, ਆਲਸੋ ਸਪੈਸੀਫਿਕਲੀ ਦੇ ਕਮਿੰਗ ਫਰਮ ਇੰਡੀਆ ਐਂਡ ਪੰਜਾਬ, ਰਾਈਟ, ਆਪਾਂ ਦੇਖਦੇ ਹਾਂ ਵੀ ਉਹਨਾਂ ਨੂੰ ਰਹਿਣ ਚ ਕਿੰਨੀ ਲਾਈਕ ਦੇ ਹੈਵ ਟੂ ਫੇਸ ਲੋਟ ਆਫ ਡਿਫਿਕਲਟੀ, ਬਹੁਤ ਚੈਲੰਜਸ ਨੇ। ਸੋ ਆਪਾਂ ਇਹੀ ਐਨਕਰੇਜ ਕਰਦੇ ਹਾਂ ਸਿੱਖ ਅਕੈਡਮੀ ਚ, ਅਸੀਂ ਬੱਚਿਆਂ ਨੂੰ ਮੇਨਲੀ ਇਹ ਸਿਖਾਉਂਦੇ ਹਾਂ ਕਿ ਵੋਲੰਟੀਅਰਿੰਗ ਜਿਹੜੀ ਹੁੰਦੀ ਹੈ ਉਹਨਾਂ ਨੂੰ ਵੋਲੰਟੀਅਰਿੰਗ ਥਰੂ ਹੀ ਸਿਖਾਉਂਦੇ ਹਾਂ ਕਿ ਹਾਊ ਦੇ ਕੈਨ ਫੇਸ ਦੀਜ਼ ਚੈਲੰਜਸ ਇਨ ਫਿਊਚਰ ਇਫ ਇਨ ਕੇਸ ਜੇ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ, how to be a better decision maker. That's the main thing. ਤੁਸੀਂ ਆਪਣਾ ਕਿਵੇਂ ਡਿਸੀਜਨ ਲੈਣਾ। ਪਰ ਕਈ ਬੱਚੇ ਇੰਨੇ ਸ਼ਾਈ ਹੁੰਦੇ ਨੇ, ਉਹ ਪਿੱਛੇ ਰਹਿੰਦੇ ਆ, ਬੋਲਦੇ ਹੀ ਨਹੀਂ, ਉਹਨਾਂ ਚ ਇੰਨਾ ਕੌਨਫੀਡੈਂਸ ਹੀ ਨਹੀਂ ਹੁੰਦਾ। ਅਗਰ ਤੁਸੀਂ ਕਲਾਸ ਚ ਕੋਈ ਉਹ ਬੱਚਾ ਦੇਖਦੇ ਹੋ ਕਿ ਇੱਕ ਬੱਚਾ ਜਿਹੜਾ ਕੁਐਸਚਨਸ ਨਹੀਂ ਪੁੱਛ ਰਿਹਾ, ਪਿੱਛੇ ਰਹਿ ਰਿਹਾ, ਕੋਈ ਨਾ ਕੋਈ ਤਾਂ ਪ੍ਰੋਬਲਮ ਹੈ ਨਾ, ਸੋ ਉਹ ਵੀ ਤੁਸੀਂ ਅੱਗੇ ਉਸ ਬੱਚੇ ਨੂੰ ਮੇ ਬੀ ਥੋੜਾ ਜਿਹਾ ਉਹਦੀ ਹੈਲਪ ਕਰੋਗੇ ਕਿ ਇਹ ਜ਼ਿਆਦਾ ਸ਼ਾਈ ਹੈ ਜਾਂ ਕਿਉਂ ਨਹੀਂ ਅੱਗੇ ਆ ਰਿਹਾ, ਕੌਨਫੀਡੈਂਸ ਉਹਦੇ ਚ ਨਹੀਂ ਹੈਗਾ, ਵਿਲ ਪਾਵਰ ਨਹੀਂ ਹੈਗੀ। ਹਾਂਜੀ, ਐਕਚੁਅਲੀ ਆਈ ਵਿਲ ਸੇ ਇਹਦੇ ਚ ਇੱਕ ਟੀਚਰ ਦਾ ਵੀ ਬਹੁਤ ਵੱਡਾ ਰੋਲ ਹੈ। ਐਜ਼ ਅ ਟੀਚਰ ਜਿਵੇਂ ਕਹਿ ਲਓ, ਜਦੋਂ ਮੈਂ ਕਲਾਸ ਚ ਹੁੰਦੀ ਹਾਂ ਤਾਂ ਮੈਂ ਵੇਖਦੀ ਹਾਂ ਫਸਟ ਵੀਕ ਅਸੀਂ ਬੱਚਿਆਂ ਨੂੰ ਅਬਜ਼ਰਵ ਕਰਦੇ ਹਾਂ, ਅਸੀਂ ਉਹਨਾਂ ਦੀਆਂ ਹਰ ਇੱਕ ਐਕਟੀਵਿਟੀ, ਹਰ ਇੱਕ ਹਰਕਤ ਨੂੰ ਅਸੀਂ ਬਹੁਤ ਧਿਆਨ ਨਾਲ ਨੋਟ ਕਰਦੇ ਹਾਂ ਵੀ ਉਹ ਕਿਵੇਂ ਬਿਹੇਵ ਕਰ ਰਿਹਾ, ਉਹ ਕਿਵੇਂ ਦੇ ਫਰੈਂਡਸ ਬਣਾ ਰਿਹਾ ਹੈ। ਸਾਨੂੰ ਜਿਵੇਂ ਕਹਿੰਦੇ ਆ ਨਾ ਕਿ ਜਿਵੇਂ ਲਾਈਕ ਵੀ ਸੇ ਦੈਟ ਐਸਟ੍ਰੋਲੋਜਰ ਨੋਜ਼ ਵੀ ਬਿਲੀਵ ਐਟ ਟਾਈਮਸ, ਯੂ ਨੋ, ਦੇ ਨੋ, ਸਾਨੂੰ ਜਿਵੇਂ ਕਹਿ ਲਓ ਹਫ਼ਤੇ 'ਚ ਪਤਾ ਲੱਗ ਜਾਂਦਾ ਕਿ ਬੱਚੇ ਦਾ ਐਕੈਡੈਮਿਕ ਲੈਵਲ ਕਿੱਥੇ ਹੈ, ਉਹਨਾਂ ਦਾ ਫਿਜ਼ੀਕਲ ਲੈਵਲ ਉਹ ਕਿੰਨਾ ਕੁ ਐਕਟਿਵ ਹੈ ਜਾਂ ਉਹ ਸ਼ਾਇ ਹੈ, ਉਹ ਬੋਲਣਾ ਨਹੀਂ ਚਾਹੁੰਦਾ, ਉਹ ਬਹੁਤ ਹਾਈਪਰ ਐਕਟਿਵ ਹੈ। ਸੋ ਅਸੀਂ ਇਹ ਸਾਰਾ ਕੁਛ ਐਜ਼ ਅ ਟੀਚਰ ਫਸਟ ਫਿਊ ਡੇਜ਼ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਸੋ ਜਿਹੜੇ ਬੱਚੇ ਥੋੜੇ ਜਿਹੇ ਸ਼ਾਇ ਨੇ ਜਾਂ ਜਿਹੜੇ ਥੋੜੇ ਜਿਹੇ ਦੇ ਨੋ ਸੋ ਮਚ, ਕਈ ਵਾਰ ਹੁੰਦਾ ਬੱਚੇ ਦੇ ਦਿਮਾਗ 'ਚ ਬਹੁਤ ਕ੍ਰੀਏਟੀਵਿਟੀ ਹੁੰਦੀ ਹੈ, ਬਟ ਉਹ ਜਸਟ ਆਪਦੇ ਇਸ ਨੇਚਰ ਕਰਕੇ, ਕਿਉਂਕਿ ਕਈ ਵਾਰ ਉਹ ਹੁੰਦਾ ਕਿ ਉਹ ਸਿੰਗਲ ਚਾਈਲਡ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ ਕਿ ਹਾਊ ਆਈ ਸ਼ੁਡ ਪ੍ਰੈਜ਼ੈਂਟ, ਰਾਈਟ, ਤੇ ਕਈ ਵਾਰੀ ਵੈਸੇ ਹੀ ਉਹਨਾਂ ਦਾ ਨੇਚਰ ਥੋੜਾ ਜਿਹਾ ਕੁਆਇਟ ਹੁੰਦਾ ਹੈ। ਤਾਂ ਐਵੇਂ ਦੇ ਬੱਚਿਆਂ ਨੂੰ ਮੈਂ ਕਹੂੰਗੀ ਕਿ ਅਸੀਂ ਟੀਚਰਸ ਨੂੰ ਓਪਰਚੁਨਿਟੀ ਦੇਣੀ ਚਾਹੀਦੀ ਹੈ ਵੱਧ ਤੋਂ ਵੱਧ ਉਹਨਾਂ 'ਚ confidence build up ਕਰਨ ਲਈ, so that they can come forward. ਉਹਨਾਂ ਨੂੰ encourage ਕਰਨਾ ਚਾਹੀਦਾ, ਉਹਨਾਂ ਨੂੰ appreciate ਕਰਨਾ ਚਾਹੀਦਾ। ਜਦੋਂ ਵੀ ਚਾਹੇ ਕੋਈ ਬੱਚਾ ਛੋਟੀ ਜਿਹੀ ਵੀ ਐਫਰਟ ਕਰਦਾ ਹੈ, ਉਹਨੂੰ appreciate ਕਰੀਏ ਆਪਾਂ। ਸੋ ਉਹ ਜਿਹੜੀ ਪੋਜ਼ਿਟਿਵਿਟੀ ਇੱਕ ਬੱਚੇ ਵੱਲ ਜਾਂਦੀ ਹੈ ਇੱਕ ਕਲਾਸਰੂਮ ਦੇ ਵਿੱਚ, that really helps the child. ਮੈਂ ਬਹੁਤ ਵਾਰ, ਮੈਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ ਹੁੰਦਾ ਕਿ we are doing like that as teachers, right? But ਉਹ ਉਦੋਂ ਪਤਾ ਲੱਗਦਾ ਹੈ ਜਦੋਂ ਸਾਨੂੰ ਪੇਰੈਂਟਸ ਆ ਕੇ ਫੀਡਬੈਕ ਦਿੰਦੇ ਹੈ ਕਿ ਜੀ ਸਾਡਾ ਬੱਚਾ ਕਦੇ ਐਂ ਬੋਲਦਾ ਹੀ ਨਹੀਂ ਸੀ, ਐਂਡ ਨਾਓ ਲਾਈਕ ਦ ਚਾਈਲਡ ਇਜ਼ ਵੈਰੀ ਹੈਪੀ ਟੂ ਸੀ ਪੀਪਲ, ਗ੍ਰੀਟ ਕਰਦਾ, ਖੁਸ਼ ਹੋ ਕੇ ਮਿਲਦਾ ਸਾਡੇ ਘਰ ਜੇ ਕੋਈ ਆਉਂਦਾ ਵੀ ਹੈਗਾ, ਹਨਾ। ਕਈ ਪੇਰੈਂਟਸ ਆਈ ਵਿਲ ਸੇ ਮੈਨੂੰ ਅੱਜ ਤੱਕ ਥੈਂਕ ਮੀ ਫॉर ਦਿਸ ਕਿ ਤੁਸੀਂ ਸਾਡੇ ਬੱਚੇ ਦੀ ਲਾਈਫ ਬਦਲੀ। ਲਾਈਕ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਬੱਚਿਆਂ ਦੀ ਜ਼ਿੰਦਗੀ ਨੂੰ ਇੰਨਾ ਟੱਚ ਕਰ ਜਾਂਦੇ ਆ, ਪਰ ਬਹੁਤ ਹੀ ਖੁਸ਼ੀ ਹੁੰਦੀ ਹੈ, ਬੜਾ ਹੀ ਮਾਣ ਮਹਿਸੂਸ ਹੁੰਦਾ ਹੈ। ਪਰਮਾਤਮਾ ਦਾ ਸ਼ੁਕਰ ਕਰੀਦਾ ਕਿ ਅਸੀਂ ਕਿਸੇ ਬੱਚੇ ਨੂੰ ਸਹੀ ਦਿਸ਼ਾ ਵੱਲ ਜਾਣ ਦਾ ਉਹਨੂੰ ਹੌਸਲਾ ਬਖਸ਼ਿਆ, ਰਾਈਟ। ਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਐਜ਼ ਟੀਚਰਸ ਕਿ ਬਿਕੋਜ਼ ਐਜ਼ ਅ ਟੀਚਰ ਮੇਰੀ ਇਹ ਜਿਵੇਂ ਕਹਿ ਲਓ ਇੱਕ ਡਿਊਟੀ ਬਣਦੀ ਹੈ ਇੱਕ ਬੱਚੇ ਦੀ ਜ਼ਿੰਦਗੀ ਨੂੰ ਸਹੀ ਡਾਇਰੈਕਸ਼ਨ 'ਚ ਲੈ ਕੇ ਜਾਣ ਦੀ। So this is the way I'll say how teachers, they get to know about the level of the child in the classroom, and on different opportunities ਆਪਾਂ ਬਹੁਤ opportunities ਹੁੰਦੀਆਂ, ਜਿਵੇਂ leadership opportunity ਹੋਗੀ, ਕੋਈ activity ਦੀ opportunity ਹੋਗੀ, ਕੋਈ presentation ਹੁੰਦੀਆਂ classes ਦੇ ਵਿੱਚ, ਉਹਦੀ opportunity ਆਪਾਂ ਦੇ ਸਕਦੇ ਹਾਂ। So different ways and means ਜਿੱਥੇ ਆਪਾਂ ਬੱਚੇ ਦਾ confidence build up ਕਰ ਸਕਦੇ ਹਾਂ। That's really good. ਹਾਂਜੀ ਜੀ, ਮਿਸ ਬਰਾੜ, that was really nice. ਵੈਸੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਅੱਜ ਡਿਸਕਸ ਕੀਤੀਆਂ। Actually, I'm really proud of you too. Thank you so much. Thank you. And I will just conclude with a quote of Dr. APJ Abdul Kalam, because I am an ardent fan of his book. ਤੇ ਉਹ ਹਮੇਸ਼ਾ ਯੂਥ ਲਈ ਕਹਿੰਦੇ ਆ ਕਿ dream, dream, dream. Dreams transform into thoughts and thoughts result in action. So
ਹਾਂਜੀ, ਆਪਾਂ ਸੋਚਾਂਗੇ, ਆਪਾਂ ਚੰਗੀ ਸੋਚ ਰੱਖਾਂਗੇ, ਡੈਫੀਨੇਟਲੀ ਆਪਾਂ ਉਹਦੇ ਬਾਰੇ ਅੱਗੇ ਵਧਾਂਗੇ ਤੇ ਐਂਡ ਡੈਫੀਨੇਟਲੀ ਵੀਲ ਹੈਵ ਅ ਗੁੱਡ ਫਿਊਚਰ। ਸੋ ਆਈ ਵਿਲ ਆਲਵੇਜ਼ ਐਨਕਰੇਜ ਆਲ ਦ ਕਿਡਸ ਟੂ ਰੀਅਲੀ ਹੈਵ ਪੋਜ਼ਿਟਿਵਿਟੀ ਇਨ ਲਾਈਫ ਐਂਡ ਲੁੱਕ ਫਾਰਵਰਡ ਫॉर ਅ ਹੈਲਦੀ ਲਿਵਿੰਗ। No, that's really good. Thank you so much. Thank you so much. Thank you so much. Thank you. Thank you for taking me to be part of this program. Thanks a lot. Thank you. ਡਾਕਟਰ ਢਿੱਲੋਂ, ਵੈਸੇ ਮਿਸ ਪ੍ਰਾੜ ਨੇ ਕਾਫੀ ਚੀਜ਼ਾਂ ਦੱਸੀਆਂ ਕਿ ਬੱਚਿਆਂ ਨਾਲ ਹੁਣ ਜੋ ਪੇਰੈਂਟਸ ਨੇ, ਸਾਨੂੰ ਕਈ ਵਾਰੀ ਉਹਨਾਂ ਨਹੀਂ ਪਤਾ ਹੁੰਦਾ ਕਿ ਬੱਚੇ ਸਕੂਲ 'ਚ ਕੀ ਕਰ ਰਹੇ ਨੇ, ਕਿਉਂਕਿ ਟੀਚਰ ਕੋਲ ਬਹੁਤ ਦੇਰ ਬੱਚਾ ਨਹੀਂ ਰਹਿਣਾ ਹੁੰਦਾ, ਹੁਣ 8-9 ਘੰਟੇ। ਹਾਂਜੀ, 8 ਘੰਟੇ ਐਟਲੀਸਟ। ਟੀਚਰ ਤਾਂ ਬਹੁਤ ਵਧੀਆ ਜੱਜ ਹੁੰਦੇ। ਹਾਂਜੀ, ਹਾਂ। ਤੇ ਜ਼ਿਆਦਾ ਟਾਈਮ ਮੈਨੂੰ ਲੱਗਦਾ ਕਿ ਛੋਟਾ ਬੱਚਾ ਠੀਕ ਹੈ ਕਿ ਪੇਰੈਂਟਸ ਉਹਨੂੰ ਸਿਖਾ ਸਕਦੇ ਨੇ, ਪਰ ਜਦੋਂ ਬੱਚਾ ਜਰਾ ਵੱਡਾ ਸਕੂਲ ਜਾਣ ਜੋਗਾ ਹੋ ਗਿਆ, ਉਦੋਂ ਤੇ ਬੱਚੇ ਟੀਚਰ ਦੇ ਹੱਥ ਹੀ ਨੇ। ਬਿਲਕੁਲ। ਸੋ ਬਹੁਤ ਮੈਨੇ ਰੱਖਦਾ ਕਿ ਸਕੂਲ ਜਿਹੜੀ ਬੱਚੇ ਦੀ ਪਰਸਨੈਲਿਟੀ ਹੈ, ਉਹ ਵੀ ਜੇ ਚੰਗਾ ਟੀਚਰ ਹੋਵੇ ਤਾਂ ਬਹੁਤ ਵਧੀਆ ਪਰਸਨੈਲਿਟੀ ਬੱਚੇ ਦੀ ਬਣਦੀ ਹੈ। ਹਾਂਜੀ, ਤੇ ਪਤਾ ਲੱਗ ਜਾਂਦਾ ਕਿ ਕਈ ਵਾਰੀ ਕਹਿੰਦੇ ਨੇ ਕਿ ਬੱਚਾ ਇਸ ਸਕੂਲ ਦਾ ਗਿਆ ਹੋਇਆ, ਬੜੇ ਮੈਨਰਸ ਵਾਲਾ ਹੈ ਨਾ, ਬੜਾ ਪੇਸ਼ੈਂਸ ਵਾਲਾ। ਹਾਂਜੀ, ਤੇ ਇਹ ਮੇਰੇ ਖਿਆਲ ਚੰਗੇ ਸਕੂਲ ਦਾ ਬਿਲਕੁਲ ਬੱਚਾ ਪੜ੍ਹਿਆ ਹੋਵੇ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਬੱਚਾ ਕਿਹੋ ਜਿਹਾ। ਬਿਲਕੁਲ। ਮੋਰਲੀ ਦੇਖ ਲਓ, ਭਾਵੇਂ ਤੁਸੀਂ ਕਈ ਬੱਚੇ ਦੇਖ ਲਓ ਹੁੰਦੇ ਨੇ ਨਾ। ਮੈਂ ਤੁਹਾਨੂੰ ਆਪਣੀ ਇੱਕ ਐਗਜ਼ਾਮਪਲ ਦਿੰਨੀ ਆ, ਆਪਣਾ ਉਹਦਾ ਐਡਸ ਦਾ ਵੀ ਟਾਈਮ ਹੋ ਗਿਆ ਤਾਂ ਮੈਂ 9th ਸਟੈਂਡਰਡ 'ਚ ਪੜ੍ਹਦੀ ਸੀ ਜੀ। ਠੀਕ ਹੈ, ਮੈਂ ਮਤਲਬ ਮੈਂ ਸ਼ਾਈ ਨੇਚਰ ਦੀ ਸੀਗੀ, ਤਾਂ ਮੇਰੀ ਕੈਮਿਸਟਰੀ ਦੇ ਟੀਚਰ ਹੁੰਦੇ ਸੀ ਮਿਸਿਸ ਵੋਰਾ। ਆਈ ਸਟਿਲ ਰਿਮੈਂਬਰ ਹਰ। ਉਹਨਾਂ ਦੇ ਹਸਬੈਂਡ ਸੁਧਾਰ ਕਾਲਜ ਦੇ ਵਿੱਚ ਸੀਗੇ, ਮੈਂ ਉਹਨਾਂ ਨੂੰ ਤਾਂ ਨਹੀਂ ਜਾਣਦੀ, ਪਰ ਮਿਸਿਸ ਵੋਰਾ ਵਾਜ਼ ਮਾਈ ਕੈਮਿਸਟਰੀ ਟੀਚਰ। ਉਹਨਾਂ ਨੇ ਅੰਬੇਦਕਰ ਡੇ ਤੇ ਮੈਨੂੰ ਕਿਹਾ ਕਿ ਤੂੰ ਸਟੇਜ ਸੰਭਾਲਣੀ ਆ ਸਕੂਲ ਦੇ ਫੰਕਸ਼ਨ ਦੇ ਵਿੱਚ। ਮੈਂ ਤਾਂ ਉਹਨਾਂ ਨੂੰ ਮਤਲਬ ਮੇਰੇ ਤਾਂ ਪਸੀਨੇ ਛੁੱਟ ਗਏ, ਇਟਸ ਨਾਟ ਪੋਸੀਬਲ ਫॉर ਮੀ। ਉਹਨਾਂ ਨੇ ਮੈਨੂੰ ਪੂਰਾ ਪੇਜ ਤੇ ਲਿਖ ਕੇ ਦਿੱਤਾ ਸਾਰਾ। ਤੁਸੀਂ ਇਹ ਦੇਖੋ, ਉਹ 에ਅਰ ਫੋਰਸ ਦਾ ਸਕੂਲ ਸੀਗਾ, ਤਾਂ ਨੈਚੁਰਲੀ ਜਿੱਥੇ ਸਟੇਜ ਸੀ, ਸਟੇਜ ਦੇ ਅੱਗੇ ਕਰਟਨ ਸੀ, ਕਰਟਨ ਦੇ ਅੱਗੇ ਆਡੀਅנס ਸੀ, ਤਾਂ ਉੱਥੇ ਇੱਕ ਸਾਈਡ ਤੇ VIPs ਜਿਵੇਂ ਪ੍ਰਿੰਸੀਪਲ ਸਰ ਤੇ ਉਹ ਸਾਰੇ ਬੈਠੇ ਹੋਏ ਸੀਗੇ, ਤੇ ਉੱਥੇ ਹੀ BR ਅੰਬੇਦਕਰ ਦੀ ਫੋਟੋ ਲੱਗੀ ਹੋਈ ਸੀ, ਜਿਹਨੂੰ ਵਿੰਗ ਕਮਾਂਡਰ ਨੇ ਆ ਕੇ ਗਾਰਲੈਂਡ ਕਰਨਾ ਸੀ। ਅੱਛਾ ਜੀ। ਤਾਂ ਤੁਸੀਂ ਦੇਖੋ, ਮੈਂ ਤਾਂ ਇੰਨੀ ਘਬਰਾਈ ਹੋਈ ਸੀ, ਮੇਰੇ ਪਸੀਨੇ ਛੁੱਟੀ ਜਾਣ, ਹੱਥ ਪੈਰ ਠੰਡੇ ਹੋਏ ਮੇਰੇ। ਤਾਂ ਜਦੋਂ ਉਹ ਵਿੰਗ ਕਮਾਂਡਰ ਆਏ, ਉਹਨਾਂ ਨੇ ਗਾਰਲੈਂਡ ਕਰਤਾ। ਆਪਾਂ ਤਾਂ ਸਟੇਜ ਦੇ ਅੱਧਲੇ ਪਾਸੇ ਸੀ, ਕਿਉਂਕਿ ਕਰਟਨ ਹੋਇਆ ਸੀਗਾ, ਤਾਂ ਮੈਨੂੰ ਤਾਂ ਕੁਝ ਪਤਾ ਹੀ ਨਹੀਂਗਾ। ਤਾਂ ਮੈਂ ਬਹੁਤ ਘਬਰਾਹਟ ਸੀ। ਮੈਂ ਫਟਾਫਟ ਉੱਥੇ ਅਨਾਉਂਸ ਕਰਤਾ, ਉਹਨਾਂ ਨੇ ਗਾਰਲੈਂਡ ਵੀ ਕਰਤਾ, ਵਿੰਗ ਕਮਾਂਡਰ ਬੈਠ ਵੀ ਗਏ। ਦੈਨ ਆਈ ਅਨਾਉਂਸਡ ਕਿ ਆਈ ਰਿਕੁਐਸਟ ਮਿਸਟਰ ਸੋ ਐਂਡ ਸੋ ਟੂ ਗਾਰਲੈਂਡ ਦੈਟ ਅੰਬੇਦਕਰ's ਫੋਟੋ, ਹੈ ਨਾ। ਤੇ ਜਦੋਂ ਮੈਂ ਦੇਖਿਆ ਵੀ ਉਹ ਤਾਂ ਅੰਬੇਦਕਰ ਦੀ ਫੋਟੋ ਤੇ ਹਾਰ ਪਿਆ ਹੋਇਆ, ਤਾਂ ਮੈਂ ਕਨਫਿਊਜ਼ ਹੋ ਗਈ। ਤਾਂ ਦੇਖੋ, ਮਿਸਿਸ ਵੋਰਾ ਬੈਕ ਸਾਈਡ ਤੇ ਆਏ, ਉਹਨਾਂ ਨੇ ਜਿਹੜਾ ਫਰਸਟ ਆਈਟਮ ਸੀ ਉਹ ਬਗੈਰ ਅਨਾਉਂਸਮੈਂਟ ਦੇ ਉੱਥੇ ਡਿਸਪਲੇ ਕਰਵਾਤਾ, ਤੇ ਉਹਨਾਂ ਨੇ ਮੈਨੂੰ ਪਿੱਛੇ ਫੜਿਆ, ਬਾਂਹ ਫੜੀ, ਮੇਰੀ ਹੱਥ ਫੜਿਆ, ਤੇ ਮੈਨੂੰ ਕਹਿੰਦੇ ਨੋ ਤੁਸੀਂ ਬੇਟੇ ਯੂ ਸਪੋਕ ਸੋ ਵੈਲ, ਕੋਈ ਗੱਲ ਨਹੀਂ, ਨੋ ਪ੍ਰੋਬਲਮ, ਹੈ ਨਾ, ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਬਸ ਜਿਹੜੀ ਸੈਕਿੰਡ ਆਈਟਮ ਹੈ, ਹੁਣ ਤੁਹਾਡੇ ਸਾਹਮਣੇ ਆ ਪੇਸ਼ ਹੋਏਗਾ, ਇਹ ਪੇਸ਼ ਹੋਏਗਾ, ਦਿਸ ਐਂਡ ਦੈਟ ਵਾਜ਼ ਅ ਡੇ। ਉਸ ਤੋਂ ਬਾਅਦ ਮੈਂ ਉਹ ਸਕੂਲ ਦੇ ਵਿੱਚ ਬੈਸਟ ਡਿਬੇਟਰ ਬਣ ਗਈ। ਦੇਖੋ, ਸੋ ਸਕੂਲ ਜਿਹੜਾ ਟੀਚਰ ਹੈ, ਪੇਰੈਂਟਸ ਨੂੰ ਵੀ ਨਹੀਂ ਪਤਾ ਕਿ ਮੈਂ ਪਬਲਿਕ 'ਚ ਨਹੀਂ ਬੋਲ ਸਕਦੀ, ਟੀਚਰ ਨੂੰ ਉਹਨੇ ਮੈਨੂੰ ਜੱਜ ਕੀਤਾ ਵੀ ਆਈ ਕੈਨ ਡੂ ਦੈਟ। ਤਾਂ ਮਤਲਬ ਮੈਂ ਉਹ ਇਹ ਵਾਲਾ ਜਿਹੜਾ ਇੱਕ ਐਪੀਸੋਡ ਆਪਣੀ ਲਾਈਫ ਦਾ ਭੁੱਲ ਨਹੀਂ ਸਕਦੀ। ਦੇਖੋ, ਹੁਣ ਦੇਖੋ, ਇੱਥੋਂ ਤੁਹਾਡਾ ਕੌਨਫੀਡੈਂਸ ਬਿਲਟ ਅਪ ਪਹਿਲੀ ਵਾਰੀ 'ਚ ਹੀ ਹੋ ਗਿਆ। ਬਿਲਕੁਲ ਬਿਲਕੁਲ। ਤਾਂ ਹੀ ਆਪਣੇ ਤੁਸੀਂ ਆਪਣਾ ਐਗਜ਼ਾਮਪਲ ਇੱਥੇ ਦੇਖ ਲਓ, ਬੱਚੇ ਨੂਰ ਕੌਰ ਢੀਂਡ ਸਾਹਿਬ ਦੇ ਨਾਲ ਆਉਂਦੀ ਹੈ, ਤੇ ਮਦਰਸ ਡੇ ਤੇ ਬੋਲੀ ਹੈ ਸਾਰਿਆਂ ਨੇ, ਤੁਸੀਂ ਉਹਨੂੰ ਕਿਹਾ, ਉਹਦਾ ਇੱਕਦਮ ਕੌਨਫੀਡੈਂਸ ਕਿੰਨਾ ਵੱਧ ਗਿਆ। ਬਿਲਕੁਲ। ਸੋ ਇਹ ਡਿਪੈਂਡ ਕਰਦਾ ਤੁਹਾਡਾ ਟੀਚਰ ਜਿਹੜਾ ਉਹ ਕਿਹੋ ਜਿਹਾ। ਸੋ ਅੱਜ ਤੇ ਮੁਲਾਕਾਤ ਪ੍ਰੋਗਰਾਮ 'ਚ ਵੈਸੇ ਜਿਹੜੀਆਂ ਕਾਲਸ ਆਈਆਂ ਨੇ, ਉਹਨਾਂ ਦੀ ਕਾਫੀ ਇਨਪੁਟ ਜਿਹੜੀ ਸੀਗੀ, ਇਟ ਵਾਜ਼ ਰੀਅਲੀ ਗੁੱਡ, ਕਿਉਂਕਿ ਬੱਚੇ ਜ਼ਿਆਦਾ ਟਾਈਮ ਜਿਹੜਾ ਟੀਚਰਸ ਦੇ ਨਾਲ ਲੈਂਦੇ ਨੇ, ਤੇ ਅਫਕੋਰਸ ਉਹਨਾਂ ਨੂੰ ਤੁਹਾਡੇ ਬੱਚੇ ਬਾਰੇ ਜ਼ਿਆਦਾ ਪਤਾ ਹੈ। ਸੋ ਟੀਚਰਸ ਨੂੰ ਤਾਂ ਪਤਾ ਹੈ, ਪਰ ਦੂਜਾ ਪਾਸਾ ਪੇਰੈਂਟਸ ਦੀ ਕਿੰਨੀ ਇਨਵੋਲਵਮੈਂਟ ਹੈ ਉਹਨਾਂ ਟੀਚਰਸ ਦੇ ਨਾਲ। ਕਿੰਨੇ ਪੇਰੈਂਟਸ ਨੇ ਜਿਹੜੇ ਕਿ ਸਕੂਲ ਜਾ ਕੇ ਪਤਾ ਕਰਦੇ ਰਹਿੰਦੇ ਨੇ ਕਿ ਉਹਨਾਂ ਦਾ ਬੱਚਾ ਕਿਵੇਂ ਕਰ ਰਿਹਾ, ਜਾਂ ਕੋਈ ਚੰਗਾ ਮਾੜਾ, ਕਿਹੋ ਜਿਹੇ ਫਰੈਂਡ ਸਰਕਲ ਹੈ।
ਸਪੋਜ਼ 8:30 ਤੋਂ 3 ਵਜੇ ਤੱਕ ਹੈ ਤਾਂ ਉਹ ਕਹਿੰਦੇ ਸਾਨੂੰ ਟਾਈਮ ਹੀ ਨਹੀਂ ਮਿਲਦਾ, ਸਾਡਾ ਜੌਬ ਟਾਈਮ ਹੈ। ਪਰ ਬੱਚਿਆਂ ਦੀ ਖਾਤਰ ਜੌਬ ਚਲੋ ਜੋ ਮਰਜ਼ੀ ਹੈ, ਇੰਨਾ ਤੇ ਟਾਈਮ ਕੱਢਣਾ ਹੀ ਪੈਣਾ। ਹਾਂਜੀ ਹਾਂਜੀ, ਕੀ ਪਤਾ ਲੱਗੇ ਕਿ ਬੱਚੇ ਤੁਹਾਡੇ ਘਰ ਕੀ ਰਹੇ ਨੇ। ਬਿਲਕੁਲ ਬਿਲਕੁਲ। ਹਾਂਜੀ, ਸਪੈਸ਼ਲੀ ਜਿਹੜੇ ਸਕੂਲ ਦੇ ਨੇ, ਤੇ ਤੁਸੀਂ ਜਾਂ ਅਗਰ ਮਾਂ-ਬਾਪ ਦੋਨੋਂ ਕੰਮਾਂ ਤੇ ਨੇ ਤੇ ਜੇ ਮਹੀਨੇ 'ਚ ਇੱਕ ਦਿਨ ਵੀ ਕੱਢਿਆ ਜਾਏ। ਹਾਂਜੀ, ਕੱਢਿਆ ਜਾ ਸਕਦਾ ਵੀ, ਬਿਲਕੁਲ, ਐਟਲੀਸਟ ਪਤਾ ਰਹੇ ਕਿ ਬੱਚੇ ਕਿਹੜੇ ਪਾਸੇ ਜਾ ਰਹੇ ਨੇ। ਵੈਸੇ ਤੇ ਆਪਾਂ ਕਹਿ ਦਿੰਦੇ ਆ ਕਿ ਟੀਚਰਸ ਦਾ ਕੰਮ ਹੈ, ਮੰਨ ਲਿਆ ਟੀਚਰਸ ਦਾ ਕੰਮ ਹੈ। ਹਾਂਜੀ, ਪਰ ਫਿਰ ਵੀ ਹੁਣ ਥੋੜੀ ਜਿਹੀ ਆਪਾਂ ਅੱਗੇ ਜਾ ਕੇ ਗੱਲਬਾਤ ਕਰੀਏ ਕਿ ਹੁਣ ਜਿਹੜਾ ਥੀਮ ਸੀਗਾ ਗ੍ਰੀਨ ਇਕੋਨਮੀ ਕਹਿ ਲੋ, ਗ੍ਰੀਨ ਸਕਿੱਲਸ ਫॉर ਯੂਥ। ਹਾਂਜੀ, ਇਹਦੇ ਬਾਰੇ ਆਪਾਂ ਕਿਹਾ ਕਿ ਫਿਊਚਰ ਦੇ ਵਿੱਚ ਜਿਹੜਾ ਬੱਚਾ ਗ੍ਰੀਨ ਜੌਬਸ ਬਾਰੇ ਕੀ ਗੱਲਬਾਤ ਕਰਦੇ ਨੇ। ਹੁਣ ਸਭ ਤੋਂ ਪਹਿਲਾਂ ਤੇ ਕਹਿ ਲੋ ਫਾਰਮਿੰਗ ਹੀ ਆ ਗਈ ਨਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਫਾਰਮਿੰਗ ਦਾ ਫਿਰ ਉਸ ਤੋਂ ਬਾਅਦ ਆਰਕੀਟੈਕਟ ਜਿਹੜੇ ਨੇ ਇੱਥੇ ਹੈ ਨਾ, ਉਹ ਵੀ ਦੇਖਣਾ ਵੀ ਕਿੰਨੀ ਗ੍ਰੀਨਰੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਫਿਰ ਟੀਚਿੰਗ ਹੈ ਨਾ, ਤੇ ਟੀਚਿੰਗ ਤੇ ਆ ਹੁਣ ਆਪਣੇ ਜਿਹੜੇ ਟੀਚਰ ਨੇ ਫੋਨ ਕਰਕੇ ਦੱਸਿਆ, ਬਿਲਕੁਲ ਉਹਨਾਂ ਨੇ ਸਾਰਾ ਕੁਝ ਸਮਝਾਤਾ। ਹਾਂਜੀ, ਤੇ ਇਹ ਹੈ ਕਿ ਬਾਕੀ ਜਿਹੜੇ ਯੂਨਾਈਟਿਡ ਨੇਸ਼ਨ এনवायरमेंट ਪ੍ਰੋਗਰਾਮ ਨੇ ਉਹ ਕੀ ਕਹਿ ਰਹੇ ਨੇ ਇਹਦੇ ਬਾਰੇ, ਹੈ ਨਾ। ਉਹ ਫਾਰਮਿੰਗ, ਹੁਣ ਮੈਂ ਵੈਸੇ ਡਾਕਟਰ ਢਿੱਲੋਂ ਫਾਰਮਿੰਗ ਤੋਂ ਚੇਤਾ ਆਇਆ, ਇਹ ਤੇ ਚਲੋ ਵੱਡੇ ਲੈਵਲ ਤੇ ਫਾਰਮਿੰਗ ਹੈ, ਪਰ ਅੱਜ ਕੱਲ ਲੋਕ ਆਪਣੇ ਘਰਾਂ 'ਚ ਸਬਜ਼ੀਆਂ ਸੁਬਜ਼ੀਆਂ ਕਾਫੀ ਬੀਜਣ ਲੱਗ ਗਏ। ਬਿਲਕੁਲ, ਹੁਣ ਲੋਕਾਂ ਨੂੰ ਪਤਾ ਚੱਲਣ ਲੱਗ ਗਿਆ ਕਿ ਆਰਗੈਨਿਕ ਚਾਹੀਦਾ ਸਾਨੂੰ ਸਾਰਾ ਕੁਝ। ਹਾਂਜੀ, ਵੀ ਬਾਕੀ ਜਿਹੜੇ ਪੈਸਟੀਸਾਈਡਸ ਐਂਡ ਆਲ ਦੈਟ ਦੇ ਆਰ ਨਾਟ ਗੁੱਡ ਫॉर ਹੈਲਥ। ਲੋਕੀ ਹੁਣ ਆਪਾਂ ਕੋਵਿਡ ਆਇਆ, ਕੋਵਿਡ ਨੇ ਕਈ ਕੁਝ ਲੋਕਾਂ ਨੂੰ ਸਿਖਾ ਦਿੱਤਾ ਜ਼ਰੂਰ। ਹਾਂਜੀ ਹਾਂਜੀ, ਤੇ ਹੁਣ ਇਹ ਜਿਹੜੀਆਂ ਗ੍ਰੀਨ ਵਾਸਤੇ ਜਿਹੜੀਆਂ ਗ੍ਰੀਨ ਕਹਿ ਲੋ, ਗ੍ਰੀਨ ਡੇ ਤੇ ਨਹੀਂ ਕਹਿ ਸਕਦੇ ਆਪਾਂ, ਪਰ ਜੋ ਇਸ ਸਾਲ ਦਾ ਜਿਹੜਾ ਥੀਮ ਹੈ, ਸੋ ਫਾਰਮਿੰਗ ਇੱਕ ਤੇ ਹੋ ਗਿਆ, ਤੇ ਸਾਇੰਸ ਦੇ ਵਿੱਚ ਵੀ ਇਹ ਚੀਜ਼ਾਂ ਕਈ ਆ ਜਾਂਦੀਆਂ ਨੇ ਕਿਉਂਕਿ ਟੈਕਨੋਲੋਜੀ ਅੱਗੇ ਫਾਰਮਿੰਗ ਵੱਲ ਵੀ ਦੇਖ ਲਓ ਕਿਹੜੇ ਪਾਸੇ ਜਾ ਰਹੀ ਹੈ। ਹਾਂਜੀ, ਹੁਣ ਅੱਜ ਕੱਲ ਨਾ ਕਹਿੰਦੇ ਨੇ ਕਿ ਤੁਸੀਂ ਹੋਮ ਮੇਡ ਜਿਹੜੀ ਖਾਦ ਪਾਉਂਦੇ ਆ, ਕਹਿੰਦੇ ਨਾ ਖਾਦ ਦਾ ਕਿੰਨਾ ਅਸਰ ਹੈ। ਹੁਣ ਅੱਜ ਕੱਲ ਕਹਿੰਦੇ ਨੇ ਘਰ 'ਚ ਜਿਹੜਾ ਤੁਸੀਂ ਆਪਣਾ ਫਰੂਟ ਫਰਾਟ ਕੱਟ ਕੇ ਬਾਹਰ ਸੁੱਟਦੇ ਹੋ ਨਾ, ਤੁਸੀਂ ਉਹਦੀ ਰੇਹ ਕਿਉਂ ਨਹੀਂ ਬਣਾਉਂਦੇ। ਬਿਲਕੁਲ, ਹੈ ਨਾ। ਹਾਂਜੀ, ਹੁਣ ਕਈ ਲੋਕ ਆਪਣਾ ਆਪਾਂ ਕੇਲਾ ਖਾਧਾ ਤੇ ਪੀਲ ਉਹਦਾ ਸੁੱਟਤਾ, ਪਰ ਕਹਿੰਦੇ ਉਹ ਸੁੱਟੋ ਨਾ। ਹਾਂਜੀ, ਬਹੁਤ ਸਾਰੇ ਲੋਕ ਉਹਨੂੰ ਪੀਲ ਨੂੰ ਜਾਂ ਤੇ ਅਵਨ 'ਚ ਰੱਖ ਕੇ ਸੁਕਾ ਕੇ ਉਹ ਜਿਹੜੀ ਉਹਦੀ ਐਸ਼ਜ਼ ਦੀਆਂ ਬਣ ਜਾਂਦੀਆਂ ਨੇ, ਉਹ ਪਲਾਂਟਸ ਪਾ ਦਿੰਦੇ ਨੇ। ਔਰ ਕਈ ਲੋਕ ਮੈਂ ਦੇਖਿਆ ਕਿ ਬਾਹਰ ਇੱਕ ਅਲੱਗ ਬਿਨ ਲਾ ਦਿੰਦੇ ਆ। ਹਾਂਜੀ, ਜਿਹਦੇ 'ਚ ਸਿਰਫ ਫਰੂਟਸ ਦੇ ਹੀ ਛਿਲਕੇ ਹੋਣਗੇ। ਹਾਂਜੀ, ਉਹ ਉੱਥੇ ਗਲੀ ਜਾਂਦੇ ਹੈ ਨਾ, ਉੱਤੋਂ ਕਵਰ ਕਰ ਦੋ। ਉਹ ਜਿਹੜੀ ਖਾਦ ਆ ਉਹ ਬੈਸਟ ਖਾਦ ਆ, ਨਾ ਕੁਝ ਸੁਕਾਉਣ ਦਾ ਨਾ ਕੁਛ, ਹੈ ਨਾ। ਈਵਨ ਅਰਥ ਫਾਰਮਸ ਇੱਥੇ ਕਿੰਨੇ ਹੁੰਦੇ ਆ, ਮੀਂਹ ਪੈਂਦੇ ਆ, ਅਰਥ ਫਾਰਮਸ ਬਹੁਤ ਵਧੀਆ ਨੇ। ਹਾਂਜੀ, ਕਈ ਲੋਕ ਤੇ ਉਹ ਬਨਾਨਾ ਨੂੰ ਨਾ ਕਿਸੇ ਜੱਗ 'ਚ ਲੈ ਕੇ ਬਨਾਨਾ ਪੀਲ ਨੂੰ ਭਿਓ ਕੇ ਰੱਖ ਦਿੰਦੇ ਨੇ। ਉਹ ਜਿਹੜਾ ਪਾਣੀ ਹੈ ਉਹ ਕਹਿੰਦੇ ਪਲਾਂਟਸ ਨੂੰ ਦਿਓ, ਤੇ ਬਨਾਨਾ 'ਚ ਪੋਟਾਸ਼ੀਅਮ ਆਪਾਂ ਅੱਗੇ ਦੱਸ ਰਹੇ ਸੀ ਕਿੰਨਾ ਜ਼ਿਆਦਾ। ਸੋ ਇਹ ਹੈ ਕਿ ਹੁਣ ਇਹਨਾਂ ਚੀਜ਼ਾਂ ਵੱਲ ਇਹ ਆਪਾਂ ਮਤਲਬ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ। ਯੂਥ ਤਾਂ ਹੀ ਮਤਲਬ ਐਜੂਕੇਟ ਹੋਊਗਾ ਜੇ ਅਸੀਂ ਮਤਲਬ ਉਹ ਜਿਵੇਂ ਮਿਸਟਰ ਅਮਰੀਕ ਸਿੰਘ ਨੇ ਵੀ ਕਿਹਾ ਸੀ ਵੀ ਹੋਮ ਜਿਹੜਾ ਘਰ ਹੈ ਉਹਦੇ ਤੋਂ ਹੀ ਸਭ ਕੁਝ ਸ਼ੁਰੂ ਹੁੰਦਾ। ਜੇ ਅਸੀਂ ਆਪੇ ਆਪਣੀ ਡੇਲੀ ਲਾਈਫ ਦੇ ਵਿੱਚ ਆਪਣਾ ਲਾਈਫ ਸਟਾਈਲ ਚੇਂਜ ਕਰਾਂਗੇ, ਉਵੇਂ ਹੀ ਬੱਚੇ ਸਿੱਖਣਗੇ ਸਾਡੇ ਤੋਂ, ਨਹੀਂ। ਹਾਂਜੀ, ਬਿਲਕੁਲ। ਹੁਣ ਇਹ ਤੇ ਜੇ ਆਪਣਾ ਘਰ ਤੁਸੀਂ ਸਬਜ਼ੀਆਂ ਬਾਹਰ ਬੀਜੀਆਂ ਨੇ ਤੇ ਬੱਚਿਆਂ ਦੀ ਤੁਸੀਂ ਹੈਲਪ ਲਓ ਕਿ ਆ ਕੇ ਮੇਰੇ ਨਾਲ ਥੋੜਾ ਕੰਮ ਕਰਾ। ਹੁਣ ਸਾਨੂੰ ਕਿਸੇ ਨੇ ਨਾ ਦੱਸਿਆ ਸੀ ਗੋਜੀ ਬੈਰੀਜ਼, ਦੇ ਆਰ ਰੀਅਲੀ ਗੁੱਡ, ਤੇ ਅਸੀਂ ਉਹ ਲਾਈਆਂ ਤੇ ਇੰਨੀਆਂ ਗੋਜੀ ਬੈਰੀਜ਼ ਹੋਈਆਂ ਨੇ, ਕਹਿੰਦੇ ਨੇ ਉਹਦੇ ਵਿੱਚ ਬਹੁਤ ਨਿਊਟ੍ਰੀਸ਼ਨ ਹੈ। ਹੈ ਨਾ, ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਉਹਦੇ 'ਚ ਇੰਨਾ ਨਿਊਟ੍ਰੀਸ਼ਨ ਹੋਏਗਾ, ਪਰ ਜਦੋਂ ਗੂਗਲ ਕਰਕੇ ਦੇਖੋ ਤੇ ਉਹਦੇ 'ਚ ਤੇ ਬਹੁਤ ਕੁਝ ਲਿਖਿਆ ਹੋਇਆ, ਰੀਅਲੀ ਗੁੱਡ ਥਿੰਗਸ। ਓਕੇ, ਸੋ ਦੂਜੀ ਚੀਜ਼ ਇੱਕ ਮੈਂ ਹੋਰ ਦੱਸਣਾ ਚਾਹਾਂਗੀ ਕਿ ਆਪਾਂ ਕਹਿ ਰਹੇ ਹਾਂ ਨਾ ਕਿ 50% ਇਸ ਟਾਈਮ ਯੂਥ ਹੈ ਆਪਣਾ, 30 ਸਾਲ ਤੋਂ ਜਿਹੜੇ ਥੱਲੇ ਲੋਕ ਨੇ। ਓਕੇ, ਉਹਨਾਂ 'ਚੋਂ 50% ਇਹੋ ਜਿਹੇ ਨੇ ਉਹਨਾਂ ਕੋਲ ਰਾਈਟ ਸਕਿੱਲਸ ਹੈ ਨਹੀਂ ਗੇ। ਹਾਂਜੀ ਹਾਂਜੀ, ਹੁਣ ਇਹ ਜੇ ਸਕਿੱਲਸ ਬੱਚਿਆਂ ਕੋਲ ਹੈ ਨਹੀਂ, ਇਹ ਕਿਉਂ ਨਹੀਂ ਹੈਗੇ? ਹੁਣ ਜਿਵੇਂ ਆਪਾਂ ਦੇਖ ਰਹੇ ਹਾਂ, ਜਿਵੇਂ ਆਪਣਾ ਟੌਪਿਕ ਵੀ ਇੰਟਰਨੈਸ਼ਨਲ ਯੂਥ ਡੇ ਹੈ। ਹਾਂਜੀ, ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਆ ਰਹੇ ਹੈ, ਆਪਾਂ ਕਹਿੰਦੇ ਆ ਕਿ ਕੈਨੇਡਾ 'ਚ ਰਿਸੈਸ਼ਨ ਆ ਗਿਆ, ਬੱਚਿਆਂ ਕੋਲ ਜੌਬਸ ਨਹੀਂ ਹੈ। ਦਾ ਮੇਨ ਰੀਜ਼ਨ ਮਤਲਬ ਜੋ ਮੈਂ ਜੱਜ ਕਰ ਰਹੀ ਹਾਂ ਕਿ ਬੱਚੇ ਉੱਥੋਂ 12th ਕਰਕੇ ਆ ਜਾਂਦੇ, ਆਇਲਸ ਕਰਕੇ, ਦੇ ਡੋਂਟ ਹੈਵ ਐਨੀ ਸਕਿੱਲ। ਜਿਹੜੇ ਬੱਚਿਆਂ ਕੋਲ ਸਕਿੱਲ ਹੈਗੀ ਹੈ ਉਹ ਸਭ ਨੂੰ ਕੰਮ ਮਿਲ ਰਿਹਾ। ਹਾਂਜੀ ਹਾਂਜੀ,
ਕਿਸੇ ਕੋਲ ਇੱਕ ਬੱਚਾ ਉਹਦੇ ਕੋਲ ਹੇਅਰ ਕਟਿੰਗ ਦੀ ਹੈ, ਈਵਨ ਜਿਹੜੇ ਬੱਚੇ ਫਾਰਮਰਸ ਦੇ ਉਹਨਾਂ ਕੋਲ ਉਹ ਸਕਿੱਲ ਹੈ, ਇੱਕ ਜਿਵੇਂ ਕੋਈ ਬੱਚਾ ਕੰਸਟਰਕਸ਼ਨ ਵਾਲਿਆਂ ਦੇ ਉੱਥੇ ਬੱਚੇ ਆ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਕੰਮ ਕਰਨਾ, ਉਹ ਨਾਲ ਦੀ ਨਾਲ ਬੱਚੇ ਸੈੱਟ ਹੋ ਰਹੇ ਆ ਜਿਹੜੇ ਬੱਚਿਆਂ ਕੋਲ ਸਕਿੱਲਸ ਹੈਗੀਆਂ। ਮਤਲਬ ਸਕਿੱਲ ਹੋਣੀ ਯੂਥ ਵਾਸਤੇ ਕਿਸੇ ਵੀ ਤਰ੍ਹਾਂ ਦੀ ਸਕਿੱਲ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ, ਚਾਹੇ ਮੇਲ ਚਾਈਲਡ ਹੈ ਚਾਹੇ ਫੀਮੇਲ ਹੈ। ਹਾਂਜੀ ਇਹ ਹੈ, ਪਰ ਇਹ ਸ਼ੁਰੂ ਤੋਂ ਮਾਂ-ਬਾਪ ਤੇ ਦੱਸ ਦੇਣਗੇ ਕਿ ਤੁਸੀਂ ਆਹ ਕਰ ਲਓ ਆਹ ਕਰ ਲਓ। ਦੂਜਾ ਨਾ ਇੱਕ ਚੀਜ਼ ਬਹੁਤ ਜ਼ਰੂਰੀ ਸਪੈਸ਼ਲੀ ਇਸ ਕੰਟਰੀ 'ਚ ਕਿ ਇਹ ਲੋਕ ਫੋਕਸ ਕਰਦੇ ਨੇ ਕਿ ਬੱਚੇ ਦਾ ਧਿਆਨ ਕਿਹੜੇ ਪਾਸੇ ਆ। ਹੁਣ ਬੱਚੇ ਨੂੰ ਤੁਸੀਂ ਇੱਕ ਪਾਸਿਓਂ ਤੁਸੀਂ ਕਹੋ ਵੀ ਇਹਨੂੰ ਤੇ ਅਸੀਂ ਇੰਜੀਨੀਅਰ ਬਣਾਉਣਾ, ਪਰ ਉਹਦਾ ਧਿਆਨ ਦੂਜੇ ਪਾਸੇ ਆ ਕਿ ਮੈਂ ਤਾਂ ਡਾਕਟਰ ਬਣਨਾ। ਹੁਣ ਮੇਰੀ ਆਪਣੀ ਪੋਤੀ ਜਿਹੜੀ ਕਹਿੰਦੀ 8 ਸਾਲ ਦੀ ਜਿਹੜੀ ਹੈ ਹੁਣ ਕਹਿ ਰਹੀ ਹੈ ਕਿ ਮੈਂ ਵੈਟਰਨਰੀ ਡਾਕਟਰ ਬਣਨਾ। ਹੁਣ ਅਸੀਂ ਉਹਨੂੰ ਕਹੀਏ ਤੂੰ ਨਹੀਂ ਬਣਨਾ। ਉਹ ਜੇ ਬੱਚਾ ਜਿੱਧਰ ਬੱਚੇ ਦਾ ਇੰਟਰਸਟ ਹੈ ਉਧਰ ਬੱਚਾ ਉਹ ਫੀਲਡ ਲੈ ਕੇ ਰਾਈਜ਼ ਕਰਦਾ ਜ਼ਿਆਦਾ। ਹਾਂਜੀ ਸੋ ਜਿੱਥੇ ਇੰਟਰਸਟ ਹੈ ਵੀ ਤਾਂ ਦੇਖੋ ਬੱਚੇ ਕਿਹੜੇ ਪਾਸੇ ਜ਼ਿਆਦਾ। ਕਈ ਬੱਚੇ ਕ੍ਰਾਫਟ ਵੱਲ ਬਹੁਤ ਹੁੰਦੇ ਨੇ, ਉਹਨਾਂ ਦੇ ਹੱਥਾਂ 'ਚ ਸਕਿੱਲਸ ਬਹੁਤ ਨੇ, ਪਰ ਕੀ ਅਸੀਂ ਉਹਨਾਂ ਨੂੰ ਉਸ ਪਾਸੇ ਭੇਜਣਾ ਚਾਹੁੰਦੇ ਹਾਂ? ਹਨਾ ਹੁਣ ਬੱਚੇ ਦਾ ਕੁਛ ਨਾ ਡਿਸਾਈਡ ਕਰੋ, ਜਿੱਧਰ ਬੱਚਾ ਜਾਂਦਾ ਜਾਣ ਦੋ। ਇੱਧਰ ਤਾਂ ਸਾਰੇ ਫੀਲਡਸ ਓਪਨ ਹੈ। ਹਾਂਜੀ ਸਕਿੱਲ ਵਾਈਜ਼ ਇਹ ਨਹੀਂ ਕਿ ਜਿੱਧਰ ਮਰਜ਼ੀ ਜਾਵੇ। ਬਿਲਕੁਲ ਬਿਲਕੁਲ ਸਕਿੱਲ ਵਾਈਜ਼। ਹਾਂਜੀ ਸੋ ਜੌਬਸ ਜਿਹੜੀਆਂ ਫਿਊਚਰ ਜੌਬ ਨੇ ਇਹ ਦੇਖੋ ਹੈਗੀਆਂ ਨੇ। ਟੈਕਨੋਲੋਜੀ ਵੱਲ ਮੈਨੂੰ ਲੱਗਦਾ ਕਿ ਜ਼ਿਆਦਾ ਉਧਰ ਲੋਕਾਂ ਦਾ ਇੰਟਰਸਟ ਵੀ ਜ਼ਿਆਦਾ ਹੈ, ਪਰ ਟੈਕਨੋਲੋਜੀ ਵੀ ਬਹੁਤ ਜ਼ਿਆਦਾ ਆ ਗਈ ਹੈ। ਹਾਂਜੀ ਇਹ ਕਿਉਂ ਬੱਚੇ ਇਸ ਕਰਕੇ ਇਹਨਾਂ ਦਾ ਹੁਣ ਕਿਉਂ ਸਾਰਾ ਦਿਨ ਬੱਚੇ ਆਪਣੇ ਕੰਪਿਊਟਰ ਤੇ ਆਈਪੈਡ ਤੇ ਸਾਰਾ ਦਿਨ ਉਹਦੇ ਤੇ ਰਹਿੰਦੇ ਨੇ, ਔਰ ਬਹੁਤ ਸਾਰੀਆਂ ਚੀਜ਼ਾਂ ਬੱਚੇ ਸਾਨੂੰ ਦੱਸਦੇ ਨੇ ਜਿਹੜਾ ਸਾਨੂੰ ਪਤਾ ਵੀ ਨਹੀਂ ਲੱਗਦਾ। ਪਰ ਵਿਦਿਨ ਦਾ ਲਿਮਿਟ ਹੀ ਠੀਕ ਹੈ। ਜਿਵੇਂ ਹੁਣ ਮੈਂ ਕਈ ਛੋਟੇ ਬੱਚੇ ਦੇਖੇ ਸਾਰਾ ਦਿਨ ਉਹਨਾਂ ਦੇ ਪੈਰੈਂਟ ਜੌਬਸ ਤੇ ਬੱਚੇ ਆਈਪੈਡਸ ਤੇ ਰਹਿੰਦੇ ਆ। ਹਾਂਜੀ ਜਿਹੜਾ ਕਿ ਸੋਸ਼ਲ ਜਿਹੜਾ ਹੈਗਾ ਨਾ ਮਤਲਬ ਕਿ ਜਿਹੜੀ ਅੱਜ ਕੱਲ ਦੀ ਟੈਕਨੋਲੋਜੀ ਆ ਗਈ ਇਹਨਾਂ ਨੇ ਜਿਹੜੇ ਬੱਚੇ ਆ ਉਹ ਸਮਾਜ ਤੋਂ ਦੂਰ ਕਰਤੇ, ਪੈਰੈਂਟਸ ਤੋਂ ਦੂਰ ਕਰਤੇ ਆ ਬੱਚੇ। ਜਿਹੜਾ ਵਰਲਡ ਇਕਨੋਮਿਕ ਫੋਰਮ ਹੈ ਨਾ ਉਹ ਕਹਿੰਦੇ ਨੇ ਫਿਊਚਰ ਦੇ ਵਿੱਚ ਐਸਟੀਮੇਟ 4/10 ਦੇ ਵਿੱਚੋਂ ਇਹਨਾਂ ਨੂੰ ਆਪਣੇ ਸਕਿੱਲਸ ਜਿਹੜੇ ਨੇ ਰੀਸਕਿਲ ਕਰਨੇ ਪੈਣੇ ਆ। ਹਾਂਜੀ ਸੋ ਇਹਦਾ ਮਤਲਬ ਵੀ ਟ੍ਰੇਨਿੰਗ ਦੇਣਗੇ, ਟ੍ਰੇਨਿੰਗ ਇੰਨੇ ਲੋਕਾਂ ਨੂੰ ਲੋੜ ਹੈ ਐਟਲੀਸਟ 10 ਚੋਂ 4 ਬੱਚਿਆਂ ਨੂੰ। ਬਿਲਕੁਲ ਹਾਂਜੀ। ਸੋ ਇਹ ਹੈ ਕਿ ਜਿਹੜੇ ਛੋਟੇ ਬੱਚੇ ਨੇ ਇਹ ਆਪਣਾ ਸ਼ੁਰੂ ਤੋਂ ਹੀ ਉਸ ਤਰੀਕੇ ਨਾਲ ਸਿਖਾਇਆ ਜਾਏ ਕਿ ਇਹ ਜਿਹੜਾ ਆਪਣਾ ਜੋ ਵੀ ਡਿਸੀਜਨ ਬਣਾਉਣ ਉਹ ਸਮਾਰਟਲੀ ਦੇਖ ਕੇ ਤੇ ਆਪਣਾ ਡਿਸੀਜਨ ਬਣਾ ਸਕਣ ਵੀ ਕੱਲ ਨੂੰ ਜੌਬਸ ਅੱਗੇ ਜਿਹੜੀਆਂ ਨੇ ਕਿਹੜੇ ਪਾਸੇ ਨੇ, ਕਿਹੜੇ ਪਾਸੇ ਉਹ ਜ਼ਿਆਦਾ ਸਕਸੈਸਫੁਲ ਹੋ ਸਕਦੇ ਨੇ। ਹਾਂਜੀ ਸੋ ਇਹ ਡਿਸੀਜਨਸ ਕਈ ਵਾਰੀ ਨਾ ਹੁੰਦੇ ਤਾਂ ਜ਼ਰੂਰ ਟ੍ਰਿਕੀ ਨੇ, ਆਪਾਂ ਨੂੰ ਹੁਣ ਕੀ ਪਤਾ ਕੱਲ ਨੂੰ ਕੀ ਹੋਣਾ। ਹਾਂਜੀ ਪਰ ਫਿਰ ਵੀ ਥੋੜਾ ਬਹੁਤ ਤੇ ਪਤਾ ਹੁੰਦਾ ਨਾ ਕਿ ਜ਼ਮਾਨਾ ਕਿਹੜੇ ਪਾਸੇ ਨੂੰ ਜਾ ਰਿਹਾ। ਹਾਂਜੀ ਹਾਂਜੀ ਬਿਲਕੁਲ ਹਾਂਜੀ ਸੋ ਪਰ ਇਹ ਹੈ ਕਿ ਗਵਰਨਮੈਂਟ ਜਿਹੜੀਆਂ ਨੇ ਇਹ ਹੈਲਪ ਤੇ ਕਰਦੀ ਹੈ ਕਿ ਕਿਸ ਤਰੀਕੇ ਇੰਡਸਟਰੀਜ਼ ਵੀ ਜਿਵੇਂ ਕਿਹੋ ਜਿਹੀਆਂ ਹੋਣ, ਕਿਵੇਂ ਉਹਨਾਂ ਦੇ ਹੁਣ ਕਈ ਲੋਕ ਆਪਣਾ ਗਾਰਬੇਜ ਜਿਹੜਾ ਸਾਰਾ ਸਮੁੰਦਰ 'ਚ ਸੁੱਟਦੇ ਹੁੰਦੇ ਸੀਗੇ ਦੇਖੋ ਪਹਿਲੇ, ਹੁਣ ਇਹਨਾਂ ਨੇ ਕਿਹਾ ਪ੍ਰੋਸੈਸ ਕਰਕੇ ਸੁੱਟੋ ਹਨਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਵੀਆਂ ਕਹਿ ਲਓ ਟੈਕਨੋਲੋਜੀ ਅੱਗੇ। ਹੁਣ ਆਪਾਂ ਗਾਰਬੇਜ ਸੀਗਾ ਪਿੰਡਾਂ 'ਚ ਦੇਖ ਲਓ ਪੁਰਾਣੇ ਟਾਈਮ ਤੇ ਬਾਹਰ ਕੂੜੇ ਦੇ ਢੇਰ ਹੀ ਲੱਗੇ ਰਹਿੰਦੇ ਸੀਗੇ ਹਨਾ, ਬਾਹਰ ਇੱਕ ਥਾਂ ਤੇ ਜਾ ਕੇ ਪਿੰਡ ਤੋਂ ਬਾਹਰ ਉੱਥੇ ਹੀ ਸੁੱਟੀ ਜਾਂਦੇ ਸੀ ਸਾਰਾ ਹਨਾ। ਤੇ ਹੁਣ ਇਹ ਕਹਿੰਦੇ ਨੇ ਉਹਨੂੰ ਟ੍ਰੀਟ ਕਰੋ ਹਨਾ, ਵੀ ਟ੍ਰੀਟ ਕਰੋ ਕਿਉਂਕਿ ਇਹ ਹੈ ਵੀ ਉਹ ਗੰਦੀ ਸਮੈਲ ਜਿਹੜੀ ਹੈ ਉਹ ਹੈਲਥ ਵਾਈਜ਼ ਵੀ ਪ੍ਰੋਬਲਮ ਆ ਸਕਦੀ ਹੈ। ਹਾਂਜੀ ਸੋ ਹੁਣ ਜਿਹੜਾ ਯੂਥ ਹੈ ਇਹ ਇਸ ਚੀਜ਼ ਨੂੰ ਅੱਗੇ ਜ਼ਿਆਦਾ ਸਿੱਖ ਰਿਹਾ। ਡਾਕਟਰ ਢਿੱਲੋਂ ਹੁਣ ਕਈ ਇਹੋ ਜਿਹੀਆਂ ਅੱਗੇ ਕੈਟਾਗਰੀਜ਼ ਨੇ ਫਿਊਚਰ ਦੇ ਵਿੱਚ। ਹੁਣ ਜਿਹੜਾ ਫਿਊਚਰ ਹੈ ਬੱਚਿਆਂ ਦਾ ਉਹ ਕਿਵੇਂ ਸਕਸੈਸਫੁਲ ਬਣਾਇਆ ਜਾਏ ਵੀ ਜਦੋਂ ਉਹਨਾਂ 'ਚ ਸਕਿੱਲ ਹੋਏਗੀ ਕੋਈ। ਹਾਂਜੀ ਤੇ ਉਹ ਕਿਹੜੀਆਂ ਸਕਿੱਲਸ ਜਿਹੜੀਆਂ ਆਪਾਂ ਥੋੜ੍ਹੀਆਂ ਜਿਹੀ ਅੱਗੇ ਆਪਾਂ ਕੀਤਾ ਨਾ ਕਿ ਜਿਵੇਂ এনवायरमेंट ਬਾਰੇ ਜ਼ਿਆਦਾ ਉਹਨਾਂ ਦਾ ਥੀਮ ਹੈ, ਇੰਟਰਨੈਸ਼ਨਲ ਜਿਹੜੇ ਯੂਥ ਹੈ ਉਹਨਾਂ ਬਾਰੇ। ਸੋ ਸਭ ਤੋਂ ਪਹਿਲੇ ਤਾਂ ਇੱਕ ਹੈਗਾ ਸਾਇੰਸ ਸਕਿੱਲ। ਸਾਇੰਸ ਜਿਹੜੀ ਹੈ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ ਮੇਰੇ ਖਿਆਲ ਕੋਈ ਵੀ ਬੱਚਾ ਹੋਵੇ ਤੇ ਕਿਉਂਕਿ ਅੱਗੇ ਜ਼ਮਾਨਾ ਜਿਹੜਾ ਆ ਰਿਹਾ ਹੈ ਉਹ ਮੈਨੂੰ ਲੱਗਦਾ ਸਾਇੰਸ ਦਾ ਹੀ ਜ਼ਿਆਦਾ। ਬਿਲਕੁਲ ਬਿਲਕੁਲ ਸਾਇੰਸ ਦਾ ਜਿਹੜਾ ਬੈਕਗ੍ਰਾਉਂਡ ਹੋਣਾ ਫਿਊਚਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਂਜੀ ਤੇ ਭਾਵੇਂ ਜੇ ਤੁਹਾਡਾ ਜਿਹੋ ਜਿਹਾ ਮਰਜ਼ੀ ਕੰਮ ਹੈ ਹਾਂਜੀ ਪਰ ਸਾਇੰਸ ਜਿਹੜੀ ਹੈ ਇਹ
ਬਹੁਤ ਜ਼ਿਆਦਾ ਜ਼ਰੂਰੀ ਹੈ। ਨੈਚੁਰਲੀ ਬਗੈਰ ਸਾਇੰਸ ਦੇ ਤਾਂ ਨਹੀਂ ਗੱਲ ਬਣਦੀ। ਹੁਣ ਸਾਇੰਸ ਦੇ ਨਾਲ ਹੀ ਹੈ ਨਾ ਸਾਰਾ ਕੁਝ ਹੀ। ਹਾਂਜੀ, ਸਾਡੇ ਘਰ ਬਿਜਲੀ ਆ ਰਿਹਾ, ਪਾਣੀ ਆ ਰਿਹਾ, ਅਸੀਂ ਘਰ ਦੀ ਕੰਸਟਰਕਸ਼ਨ ਕਰ ਰਹੇ ਹਾਂ, ਕੁਝ ਹਰੇਕ ਥਾਂ ਤੇ ਸਾਨੂੰ ਸਾਇੰਸ ਦੀ ਲੋੜ ਹੈ। ਹਾਂਜੀ, ਹੁਣ ਬਾਇਓਲੋਜਿਸਟ, ਹਾਈਡਰੋਲੋਜਿਸਟ, ਬਾਇਓਕੈਮਿਸਟ, ਐਨਵਾਇਰਨਮੈਂਟਲ ਸਾਇੰਟਿਸਟ, ਹਨਾ, ਇਹ ਜਿਹੜੀਆਂ ਜੌਬਸ ਹੈ ਇਹ ਮਤਲਬ ਇਹਨਾਂ ਦਾ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਇਹਨਾਂ ਦੀ। ਹਾਂਜੀ, ਹੁਣ ਅੱਜ ਜਿਵੇਂ ਵਾਟਰ ਸਪਲਾਈ ਦੀ ਹੋਈ ਅਗਰ ਵਿੱਚ ਆਪਾਂ ਗੱਲ ਕਰੀਏ, ਅੱਜ ਕੱਲ ਦੇਖੋ ਕਿੰਨੀਆਂ ਅੱਗਾਂ ਲੱਗੀਆਂ ਹੋਈਆਂ ਨੇ। ਹੁਣ ਕਿੱਥੇ ਹਵਾਈ 'ਚ ਜਿੱਥੇ ਕਦੀ ਇਹ ਗੱਲ ਸੁਣੀ ਨਹੀਂ ਸੀ ਤੇ ਉੱਥੇ ਵੀ ਦੇਖ ਲਓ ਇੰਨੀ ਅੱਗ। BC ਦੇ ਵਿੱਚ, ਅਲਬਰਟਾ ਦੇ ਵਿੱਚ, ਫਿਰ ਬਿਲਕੁਲ ਆਪਾਂ ਹੁਣ ਵੈਸਟ ਕੋਸਟ ਤੇ ਆ ਤੇ ਈਸਟ ਵੱਲ ਦੇਖੋ ਉੱਥੇ ਕਿੰਨਾ ਬੁਰਾ ਹਾਲ ਹੈ, ਕਿਤੇ ਪਾਣੀ ਇੰਨਾ ਆ ਗਿਆ। ਹੁਣ ਇੰਡੀਆ 'ਚ ਕਿੰਨਾ ਫਲੱਡ ਆਇਆ ਰੱਖਿਆ ਹੈ ਨਾ। ਬਿਲਕੁਲ। ਸੋ ਕਿਤੇ ਪਾਣੀ ਇੰਨਾ ਔਰ ਕਿਤੇ ਅੱਗਾਂ ਇੰਨੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਕਿਵੇਂ ਕੰਟਰੋਲ ਕਰਨਾ, ਇਹ ਹੁਣ ਸਾਇੰਸ ਜਿਹੜੀ ਹੈ ਇਹ ਹੈਲਪ ਕਰ ਸਕਦੀ ਹੈ ਜੇ ਤੁਹਾਡੇ 'ਚ ਇਨਫ ਸਕਿੱਲਸ ਹੋਣ ਸਾਇੰਸ ਦੇ। ਫਿਰ ਅੱਗੇ ਅਗਰ ਦੇਖੀਏ ਸੈਕਿੰਡ ਜਿਹੜਾ ਜ਼ਰੂਰੀ ਜਿਹੜਾ ਅੱਗੇ ਆ ਰਿਹਾ ਬੱਚਿਆਂ ਵਾਸਤੇ, ਇਹ ਪਲੈਨਿੰਗ ਤੇ ਆਰਕੀਟੈਕਚਰ। ਹਾਂਜੀ, ਸੋ ਇਹ ਹੁਣ ਨਵੀਆਂ ਜਿਹੜੀਆਂ ਬਿਲਡਿੰਗਾਂ ਨੇ, ਹੁਣ ਪਿੱਛੇ ਜੇ ਸੁਣਿਆ ਸੀਗਾ ਕਿ ਜਿਹੜੀਆਂ ਨਵੀਆਂ ਹਾਈ ਰਾਈਜ਼ਸ ਬਣ ਰਹੀਆਂ ਨੇ ਨਾ, ਹੁਣ ਕਈ ਥਾਵਾਂ ਤੇ ਅਰਥਕੁਏਕ ਬਹੁਤ ਆਉਂਦੇ ਨੇ ਤੇ ਕਹਿੰਦੇ ਨੇ ਕਿ ਉਹ ਆਰਕੀਟੈਕਟ ਜਿਹੜੇ ਨੇ ਉਹਨਾਂ ਨੇ ਇਹੋ ਜਿਹੀਆਂ ਬਿਲਡਿੰਗਸ ਬਣਾਈਆਂ ਜੇ ਮਾੜਾ ਮੋਟਾ ਅਰਥਕੁਏਕ ਆਵੇ ਨਾ ਉਹ ਬਿਲਡਿੰਗਸ ਹਿਲਦੀਆਂ ਨਹੀਂ। ਕਿੰਨੀਆਂ ਹਾਈ ਰਾਈਜ਼ ਹਾਂ, ਜਿੰਨੀਆਂ ਮਰਜ਼ੀ ਹਾਈ ਹੋਣ, ਕਹਿੰਦੇ ਨੇ ਉਹਦੇ ਥੱਲੇ ਜਿਹੜਾ ਉਹਦਾ ਬੇਸ ਹੈ ਉਹ ਕਹਿੰਦੇ ਨੇ ਥੱਲਿਓਂ ਬੋਟ ਵਰਗਾ ਕਿ ਮਾੜਾ ਮੋਟਾ ਜਿਹੜਾ ਉਹ ਉਂਝ ਹਿਲ ਜੇ ਬਿਲਡਿੰਗ ਪਰ ਸਟਰਕਚਰ ਨੂੰ ਨਾ ਡਿੱਗੇਗਾ ਨਹੀਂ। ਹਾਂਜੀ, ਪਰ ਇਹ ਹੁਣ ਕੋਈ ਚੰਗਾ ਆਰਕੀਟੈਕਟ ਹੋਵੇ ਉਹੀ ਕਰ ਸਕਦਾ ਨਾ। ਸੋ ਜਿਹੜਾ ਯੂਥ ਆਪਾਂ ਅੱਗੇ ਕਹਿ ਰਹੇ ਹਾਂ ਕਿ ਕਿਹੜੇ ਸਕਿੱਲ ਸਿੱਖੇ, ਉਹ ਕਹਿੰਦੇ ਨੇ ਆਰਕੀਟੈਕਟ ਤੇ ਪਲੈਨਿੰਗ ਸਕਿੱਲ। ਪਲੈਨਰ ਵੀ ਬਣ ਸਕਦਾ ਹੈ ਵੀ ਕਿੰਨਾ ਉਹਨੇ ਗ੍ਰੀਨਰੀ ਦਾ ਪਾਰਟ ਛੱਡਣਾ ਹੈ, ਕਿੰਨਾ ਕਿਵੇਂ ਛੱਡਣਾ ਹੈ ਨਾ। ਹਾਂਜੀ, ਹੁਣ ਇਹ ਜਿਹੜੇ ਆਰਕੀਟੈਕਟ ਜਾਂ ਜਿਹੜੇ ਸਿਟੀ ਦੇ ਕਹਿ ਲਓ ਪਲੈਨਰਸ ਨੇ, ਹੁਣ ਇਹ ਦੇਖਦੇ ਨੇ ਵੀ ਕਿੱਥੇ ਕਿੱਥੇ ਪਾਰਕ ਰੱਖਣੇ ਨੇ, ਕਿੱਥੇ ਕਿਵੇਂ ਕਰਨੇ। ਹੁਣ ਕਈ ਸ਼ਹਿਰ ਮੈਂ ਦੇਖਿਆ ਉਹਨਾਂ ਦੀਆਂ ਬੜੀਆਂ ਸੋਹਣੀਆਂ ਹੁਣ ਆਪਣਾ ਰਿੰਗ ਰੋਡਸ ਬਣੀਆਂ ਹੋਈਆਂ ਨੇ। ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੈ ਤੇ ਕਈ ਥਾਵਾਂ ਤੇ ਇਨਰ ਰਿੰਗ ਰੋਡ ਹੈ ਤੇ ਕਈ ਥਾਂ ਤੇ ਇੱਕ ਆਊਟਰ ਰਿੰਗ ਰੋਡ ਹੈ। ਇਵਨ ਇੰਡੀਆ ਦੇ ਵਿੱਚ ਵੀ ਆਈ ਹੈ, ਦਿੱਲੀ ਤੁਸੀਂ ਦੇਖ ਲਓ ਆਊਟਰ ਰਿੰਗ ਰੋਡ, ਉਹ ਤਾਂ ਬਹੁਤ ਪੁਰਾਣੀ ਹੈ ਰਿੰਗ ਰੋਡ। ਤੇ ਇੱਥੇ ਵੀ ਹੁਣ ਕਈ ਥਾਵਾਂ ਤੇ ਰਿੰਗ ਰੋਡਸ ਬਣੀਆਂ ਹੋਈਆਂ ਨੇ। ਸੋ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਤੇ ਬੜਾ ਸੌਖਾ ਹੈ। ਤੁਸੀਂ ਇੱਕ ਤੇ ਸਪੀਡ ਤੁਹਾਡੀ ਉੱਥੇ ਠੀਕ ਹੈ, ਫਿਰ ਸੜਕਾਂ ਖੁੱਲੀਆਂ ਨੇ, 4-4, 5-5 ਲੇਨਸ ਜਾ ਰਹੀਆਂ ਨੇ। ਸੋ ਇਹ ਚੀਜ਼ਾਂ ਬੱਚਿਆਂ ਨੂੰ ਜਿਹੜੇ ਆਰਕੀਟੈਕਟ ਜਾਂ ਪਲੈਨਿੰਗ ਸਕਿੱਲਸ ਨੇ ਇਹ ਕਿਸ ਤਰੀਕੇ ਬੱਚੇ ਹੁਣ ਤੋਂ ਸਿੱਖਣਗੇ ਕਿ ਅਸੀਂ ਕੀ ਪਲਾਨ ਕਰੀਏ। ਹੁਣ ਜੇ ਛੋਟਾ ਬੱਚਾ ਉਹਨੂੰ ਅਸੀਂ ਕਹਾਂਗੇ ਤੂੰ ਆਪਣਾ ਕਮਰਾ ਹੀ ਪਹਿਲੇ ਪਲਾਨ ਕਰ ਲੈ, ਤੇਰੇ ਕਮਰੇ 'ਚ ਕਿਹੜੀ ਚੀਜ਼ ਕਿੱਥੇ ਰੱਖਣੀ ਹੈ। ਕਿਤੋਂ ਵੀ ਸ਼ੁਰੂ ਕਰ ਸਕਦੇ ਆ। ਬਿਲਕੁਲ ਹੈ ਨਾ, ਪਹਿਲੇ ਛੋਟੀ ਚੀਜ਼ ਤੋਂ ਇੱਕ ਕਮਰੇ ਤੋਂ ਸ਼ੁਰੂ ਕਰਕੇ ਤੇ ਫਿਰ ਤੁਸੀਂ ਅੱਗੇ ਪਲੈਨਿੰਗ 'ਚ ਜਾ ਸਕਦੇ ਹੋ। ਛੋਟਾ ਬੱਚਾ ਹੈ ਉਹ ਆਪਦੇ ਰੂਮ ਨੂੰ ਸਿਸਟਮੈਟਿਕਲੀ ਜਦੋਂ ਸੈੱਟ ਕਰੂਗਾ ਉਹਦੇ ਦਿਮਾਗ 'ਚ ਉਵੇਂ ਹੀ ਪਲੈਨਿੰਗ ਹੋਣ ਲੱਗ ਜਾਣੀ ਹੈ। ਹਾਂਜੀ, ਹੈ ਨਾ, ਤੇ ਫਿਰ ਉਹ ਵੱਡਾ ਹੋ ਕੇ ਨੈਚੁਰਲੀ ਉਸੇ ਫੀਲਡ ਵੱਲ ਨੂੰ ਚਲਾ ਜਾਊਗਾ। ਹਾਂਜੀ, ਤੇ ਕਿੰਨੀਆਂ ਕੁ ਗ੍ਰੀਨ ਸਪੇਸਿਸ ਆਪਾਂ ਰੱਖਣੀਆਂ ਨੇ ਬਾਹਰ। ਹੁਣ ਫਿਰ ਤੁਸੀਂ ਆਪਣੇ ਘਰ ਦੇ ਬਾਹਰ ਜਾਓ, ਆਪਾਂ ਹੁਣ ਅੱਜ ਕੱਲ ਦੇਖਦੇ ਆ ਕਿ ਆਪਾਂ ਅੱਗੇ ਗੱਲ ਕਰ ਰਹੇ ਸੀਗੇ ਕਿ ਸਬਜ਼ੀਆਂ ਲੋਕਾਂ ਨੇ ਘਰ ਲਾਣੀਆਂ ਸ਼ੁਰੂ ਕਰਤੀਆਂ ਨੇ। ਹੁਣ ਕਿਹੜਾ ਪਾਸਾ ਜਿਹੜਾ ਸਬਜ਼ੀਆਂ ਲਈ ਚੰਗਾ। ਹੁਣ ਕਈ ਵਾਰੀ ਬੱਚੇ ਫਿਰ ਪੜ੍ਹਦੇ ਨੇ ਕਿ ਕਿਹੜੀ ਸਬਜ਼ੀ ਨੂੰ ਧੁੱਪ ਜ਼ਿਆਦਾ ਚਾਹੀਦੀ ਹੈ, ਕਿੰਨੂੰ ਘੱਟ ਚਾਹੀਦੀ ਹੈ, ਕਿਹੜਾ ਪਲਾਂਟ ਉਹ ਜਿਹਾ। ਕਈ ਪਲਾਂਟਸ ਨੂੰ ਬਹੁਤ ਪਾਣੀ ਦੇਣਾ ਪੈਂਦਾ ਔਰ ਕਈ ਜ਼ੀਰੋ ਫਾਈਟਸ ਹੁੰਦੇ ਆ ਜਿਹੜੇ ਬਿਨਾਂ ਪਾਣੀ ਦੇ ਉੱਗ ਜਾਂਦੇ ਆ। ਹਾਂਜੀ, ਸੋ ਇਹ ਜਿਹੜੀਆਂ ਪਲੈਨਿੰਗ ਵਾਲੀਆਂ ਚੀਜ਼ਾਂ ਨੇ ਇਹ ਬੱਚਿਆਂ ਛੱਡ ਕੇ ਵੱਡਿਆਂ ਨੂੰ ਵੀ ਸਿੱਖਣੀਆਂ ਚਾਹੀਦੀਆਂ ਨੇ ਨਾਲ। ਪਰ ਕਿਉਂਕਿ ਆਪਾਂ ਯੂਥ ਬਾਰੇ ਗੱਲ ਕਰ ਰਹੇ ਹਾਂ ਤੇ ਜਿਹੜਾ ਨੈਕਸਟ ਆਉਣ ਵਾਲੀ ਜਿਹੜੀ ਆਪਣੀ ਜਨਰੇਸ਼ਨ ਹੈ ਯੂਥ, ਇਹ ਚੀਜ਼ਾਂ ਉਹਨਾਂ ਨੂੰ ਸਕਿੱਲਸ ਜਿਹੜੇ ਨੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਏ ਨੇ। ਤੇ ਫਿਰ ਗ੍ਰੀਨ ਇੰਜੀਨੀਅਰਿੰਗ ਐਂਡ ਟੈਕ ਸਕਿੱਲਸ। ਹੁਣ ਟੈਕ ਸਕਿੱਲਸ ਤੇ ਜਿਹੜੇ ਨੇ ਇਹ ਤੇ ਮੈਨੂੰ ਲੱਗਦਾ ਕਾਫੀ ਇੰਡੀਆ ਦੇ ਆਪਣਾ ਸਾਊਥ ਵੱਲ ਚਲ ਜਾਓ ਤੇ ਉਧਰ ਤੇ ਬਹੁਤ ਨੇ। ਹਾਂਜੀ, ਇੱਧਰ ਉਨਾ ਸ਼ਾਇਦ ਨਾ ਹੋਵੇ ਤੇ ਪਰ ਉਧਰ ਬਹੁਤ ਨੇ। ਹੁਣ ਦੇਖੋ ਕਿੰਨੇ ਸੋਲਰ ਪੈਨਲ ਬਣ ਗਏ ਨੇ। ਹੁਣ ਅੱਜ ਕੱਲ ਤੁਸੀਂ ਦੇਖੋਗੇ ਕਈ ਘਰਾਂ ਦੇ ਛੱਤਾਂ ਤੇ ਉਹਨਾਂ ਨੇ ਸੋਲਰ ਪੈਨਲ ਲਾਏ ਹੋਏ ਨੇ ਤੇ ਘਰ ਦੀਆਂ ਅਗਰ ਬਿਜਲੀ ਤੁਹਾਡੀ ਸੋਲਰ ਤੇ ਚੱਲ ਰਹੀ ਹੈ, ਬੱਚਤ ਹੁੰਦੀ ਹੈ।
ਹਾਂਜੀ ਫਿਰ ਸ਼ੁਰੂ ਤਾਂ ਕੀਤਾ ਸੀ ਬਾਹਰ ਛੋਟੀਆਂ ਲਾਈਟਾਂ ਜਿਹੜੀਆਂ ਆਪਾਂ ਬਾਹਰ ਯਾਰਡ ਚਲਾ ਲੈਂਦੇ ਆ ਉੱਥੋਂ ਚਲੋ ਰਾਤ ਨੂੰ ਤੁਹਾਨੂੰ ਲਾਈਟ ਆਨ ਕਰਨ ਦੀ ਨਾ ਲੋੜ ਪਏ ਸੋਲਰ ਦੇ ਨਾਲ ਚੱਲਦੀਆਂ ਨੇ। ਇੰਡੀਆ ਨੇ ਦੇਖਿਆ ਸੀਗਾ ਆਪਣਾ ਅਸੀਂ ਐਕਚੁਅਲੀ ਮੁਕਤਸਰ ਹੀ ਦੇਖਿਆ ਕਿ ਉਹਨਾਂ ਨੇ ਸੋਲਰ ਪੈਨਲ ਲਾਏ ਹੋਏ ਨੇ ਸਾਰਾ ਘਰ ਦਾ ਪਾਣੀ ਉਹਨਾਂ ਦਾ ਉਹਦੇ ਨਾਲ ਗਰਮ ਹੋ ਜਾਂਦਾ ਤੇ ਬਾਥਰੂਮਸ ਦੇ ਵਿੱਚ ਨਹਾਉਣ ਵਾਲਾ ਪਾਣੀ ਜਿਹੜਾ ਉਹ ਕਹਿੰਦੇ ਸਰ ਬਿਜਲੀ ਨਾਲ ਤਾਂ ਚੱਲਦਾ ਹੀ ਨਹੀਂ ਸੋਲਰ ਨਾਲ ਚੱਲ ਰਿਹਾ। ਹਾਂਜੀ ਕਿੰਨੀ ਦੀ ਇਲੈਕਟ੍ਰਿਸਿਟੀ ਦੀ ਬੱਚਤ ਹੈ ਬਿੱਲ ਦੀ ਤੁਹਾਡੀ। ਹਾਂਜੀ ਤੇ ਫਿਰ ਬਿਜਲੀ ਦਾ ਬਿੱਲ ਕਿੰਨਾ ਬਚਦਾ। ਔਰ ਸੋਲਰ ਕੁੱਕਰਸ ਹੈ ਉੱਥੇ। ਹਾਂ ਇਹ ਤਾਂ ਬਹੁਤ ਪੁਰਾਣੇ ਨੇ ਮੈਨੂੰ ਲੱਗਦਾ ਸੋਲਰ ਕੁੱਕਰ। ਬਿਲਕੁਲ ਬਿਲਕੁਲ। ਤੇ ਹੁਣ ਜਿਵੇਂ ਇੱਥੇ BC ਦੇ ਵਿੱਚ ਅੱਗੇ ਮੀਂਹ ਜ਼ਿਆਦਾ ਪੈਂਦੇ ਸੀਗੇ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਘੱਟ ਹੋ ਗਏ ਨੇ ਚੇਂਜ ਕਾਫੀ ਗਲੋਬਲ ਵਾਰਮਿੰਗ ਕਹ ਲੋ। ਅਲਬਰਟਾ ਆਲਵੇਜ਼ ਕਹਿੰਦੇ ਨੇ ਸਨੀ ਅਲਬਰਟਾ ਹੈਨਾ ਤੇ ਉੱਥੇ ਬਹੁਤ ਜ਼ਿਆਦਾ ਸੂਰਜ ਆ ਉੱਥੇ ਸ਼ਾਇਦ ਇਹ ਚੱਲ ਜੇ ਉੱਥੇ ਵੀ ਕਈਆਂ ਨੇ ਰੂਫ ਤੇ ਆਪਣੀਆਂ ਲਾਈਆਂ ਹੋਈਆਂ ਨੇ ਸੋਲਰ ਪੈਨਲਸ। ਸੋ ਇਹ ਹੋ ਸਕਦਾ ਇਹੀ ਸਕਿੱਲਸ ਜਿਹੜੇ ਨੇ ਆਪਾਂ ਅੱਗੇ ਲਿਆਉਣਾ ਚਾਹੁੰਦੇ ਆ। ਜਿਹੜੇ ਇਹ ਬੱਚੇ ਗ੍ਰੀਨ ਇੰਜੀਨੀਅਰਿੰਗ ਜਿਵੇਂ ਇਹ ਆਪਣੀਆਂ ਈਵਨ ਵਿੰਡ ਮਿਲਸ ਵਿੰਡ ਟਰਬਾਈਨਸ ਲੱਗਦੀਆਂ ਹਨਾ ਇਹ ਇੰਜੀਨੀਅਰਸ ਨੇ ਦੱਸਣਾ ਹੁੰਦਾ ਕਿ ਇੱਥੇ ਵਿੰਡ ਮਿਲ ਲੱਗੀ ਹੋਈ ਹੈ ਇੱਥੇ ਇਲੈਕਟ੍ਰਿਸਿਟੀ ਵਾਸਤੇ ਤਾਂ ਵੀ ਉਹਦੇ 7 to 8 ਕਿਲੋਮੀਟਰ ਇੱਥੇ ਕੋਈ ਰੈਜ਼ੀਡੈਂਸ਼ੀਅਲ ਏਰੀਆ ਨਹੀਂ ਹੋਣਾ ਚਾਹੀਦਾ। ਇੰਜੀਨੀਅਰਸ ਹੀ ਦੱਸਦੇ ਆ ਸਾਰਾ ਕੁਝ ਆਮ ਹਰ ਕਿਸੇ ਨੂੰ ਪਤਾ ਨਹੀਂ ਹੋਏਗਾ। ਹਾਂਜੀ ਸਭ ਨੂੰ ਪਤਾ ਨਹੀਂ ਹੁੰਦਾ। ਇੰਡੀਆ 'ਚ ਹੁਣ ਗੁਜਰਾਤ ਸਾਈਡ ਤੇ ਭੈਣ ਜੀ ਇੰਨੀਆਂ ਸਾਰੀਆਂ ਵਿੰਡ ਮਿਲਸ ਲੱਗੀਆਂ ਹੋਈਆਂ ਉਹ ਨੈਚੁਰਲੀ ਉਹ ਇੰਜੀਨੀਅਰਸ ਨੇ ਹੀ ਸਾਰਾ ਕੁਝ ਕੀਤਾ ਹੋਗਾ ਬਟ ਈਵਨ ਦੈਨ ਉੱਥੇ ਮੈਂ ਦੇਖਿਆ ਵਿੰਡ ਮਿਲਸ ਦੇ ਨੇੜੇ ਹੀ ਉਹਨਾਂ ਦੇ ਰੈਜ਼ੀਡੈਂਸ ਹੈਗੇ ਲੋਕਾਂ ਦੇ ਔਰ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਬੜੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹ ਥੋੜਾ ਸ਼ੋਰ ਸ਼ਰਾਬਾ ਔਰ ਉਹਨਾਂ ਦਾ ਇਫੈਕਟ ਵੀ ਹੁੰਦਾ ਉਹਦੇ ਤੇ। ਹਾਂ ਮਤਲਬ ਇਹ ਇੰਜੀਨੀਅਰਸ ਨੇ ਦੱਸਣਾ ਹੁੰਦਾ ਵੀ ਇੰਨੀ ਦੂਰੀ ਤੇ ਰੈਜ਼ੀਡੈਂਸ਼ੀਅਲ ਏਰੀਆ ਨਹੀਂ ਹੋਣਾ ਚਾਹੀਦਾ। ਹੁਣ ਆ ਜਿਹੜੀਆਂ ਨਵੀਆਂ ਕਾਰਾਂ ਆ ਗਈਆਂ ਨੇ ਹਾਂਜੀ ਤੇ ਇਹਨਾਂ ਦਾ ਕੋਈ ਧੂੰਆਂ ਨਹੀਂਗਾ। ਹਾਂਜੀ ਸੋ ਇਹ ਚੇਂਜਸ ਆ ਰਹੀਆਂ ਨੇ ਇਹੀ ਚੀਜ਼ਾਂ ਅੱਗੇ ਸਕਿੱਲਸ ਜਿਹੜੇ ਨੇ ਇਹ ਆਪਾਂ ਚਾਹੁੰਦੇ ਹਾਂ ਕਿ ਸਾਡਾ ਯੂਥ ਜਿਹੜਾ ਇਹ ਸਿੱਖੇ ਔਰ ਅੱਗੇ ਦੇਖੇ ਕਿ ਇਹਨਾਂ ਨੂੰ ਬੈਟਰ ਕਿਵੇਂ ਹੋਰ ਬਣਾਇਆ ਜਾਣਾ। ਜੇ ਇੱਕ ਵਾਰੀ ਹੁਣ ਸ਼ੁਰੂ ਹੋਈਆਂ ਨੇ ਕਈ ਇਹਨਾਂ 'ਚ ਚੰਗੀਆਂ ਮਾੜੀਆਂ ਚੀਜ਼ਾਂ ਨਿਕਲਣਗੀਆਂ ਤੇ ਪਰ ਇਹਨੂੰ ਅੱਗੇ ਕਿਵੇਂ ਅਸੀਂ ਪਲੈਨਿੰਗ ਦੇ ਨਾਲ ਕਿਵੇਂ ਬੈਟਰ ਕਰਨਾ। ਇਸੇ ਤਰ੍ਹਾਂ ਐਨਵਾਇਰਨਮੈਂਟਲ ਸਕਿੱਲਸ ਜਿਹੜੀਆਂ ਨੇ ਹਾਂਜੀ ਤੇ ਐਨਵਾਇਰਨਮੈਂਟ ਵਿੱਚ ਵੀ ਇਹੀ ਜਿਹਦੇ ਬਾਰੇ ਆਪਾਂ ਅੱਗੇ ਵੀ ਗੱਲ ਕਰ ਰਹੇ ਹਾਂ ਕਿ ਆਪਣਾ ਵੀ ਐਨਵਾਇਰਨਮੈਂਟ ਨੂੰ ਕਿਵੇਂ ਹੈਲਦੀ ਰੱਖਿਆ ਜਾਵੇ। ਹਾਂਜੀ ਤੇ ਪੋਲੂਟ ਨਾ ਕੀਤਾ ਜਾਵੇ। ਸੋ ਐਗਰੀਕਲਚਰ ਸਕਿੱਲਸ ਵੀ ਬਿਲਕੁਲ ਹਾਂਜੀ ਬਈ ਜਿਵੇਂ ਆਰਗੈਨਿਕ ਫਾਰਮਿੰਗ ਹੋ ਗਈ ਹਨਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹਨੂੰ ਕਿਸ ਤਰ੍ਹਾਂ ਦੇ ਸੀਡਸ ਵਗੈਰਾ ਜਿਵੇਂ ਹੁੰਦੇ ਆ ਉਹਦੇ ਤੋਂ ਸਾਨੂੰ ਜ਼ਿਆਦਾ ਫਸਲ ਮਿਲ ਸਕਦੀ ਹੈ। ਇੱਥੇ ਨਾ ਆਪਣਾ ਡਾਕਟਰ ਢਿੱਲੋਂ ਕਈ ਜਿਵੇਂ ਐਤਕੀ ਸਬਜ਼ੀਆਂ ਬੀਜੀਆਂ ਨੇ ਜਾਂ ਫੁੱਲ ਨੇ ਤੇ ਕਈ ਫੁੱਲਾਂ ਦੇ ਉਹ ਜਿਹੜੇ ਫੁੱਲ ਨੇ ਨਾ ਉਹ ਹਰ ਸਾਲ ਤੁਹਾਨੂੰ ਨਵੇਂ ਲੈਣੇ ਪੈਂਦੇ ਨੇ ਪਰ ਕਈ ਲੋਕ ਨੇ ਉਹਨਾਂ ਦੇ ਫੁੱਲਾਂ ਚੋਂ ਬੀਜ ਕੱਢ ਲੈਂਦੇ ਨੇ ਤੇ ਆਪੇ ਅਗਲੇ ਸਾਲ ਬਣਾ ਲੈਂਦੇ ਨੇ ਉਹਨਾਂ ਦੇ ਸੀਡਸ ਹੀ ਹੋ ਗਏ ਨਾ। ਹਾਂਜੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਸਕਿੱਲ ਸਿੱਖਣੇ ਇਹ ਜਿਨ੍ਹਾਂ ਦਾ ਸ਼ੌਕ ਹੈ ਉਹ ਤਾਂ ਸਿੱਖ ਲੈਂਦੇ ਨੇ ਨਹੀਂ ਸ਼ੌਕ ਉਹ ਨਹੀਂ ਸਿੱਖਦੇ ਪਰ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਹੁਣ ਜੇ 50% ਆਪਣਾ ਯੂਥ ਹੀ ਹੈ ਇਸ ਟਾਈਮ ਤੇ ਇਹ ਅੱਗੇ ਸਿੱਖਣੀਆਂ ਪੈਣੀਆਂ ਨੇ ਕਿਉਂਕਿ ਅਫੋਰਡੇਬਿਲਿਟੀ ਕਈ ਲੋਕਾਂ ਦੀ ਬਹੁਤ ਘਟ ਗਈ ਹੈ। ਹੁਣ ਐਤਕੀ ਅਸੀਂ ਉਹ ਜਿਹੜੇ ਫੁੱਲ ਹੋਏ ਆਪਾਂ ਦੇ ਚੁੱਕ ਕੇ ਘਰ ਵਿੱਚ ਸੁੱਟਦੇ ਪਰ ਜਿਨ੍ਹਾਂ ਨੇ ਇਹ ਸਿੱਖਿਆ ਜਾਂ ਜਿਹੜੇ ਚਾਹੁੰਦੇ ਨੇ ਉਹਨਾਂ ਨੇ ਦੇਖੋ ਬੀ ਕੱਢ ਕੇ ਤੇ ਅਗਲੇ ਸਾਲ ਵਾਸਤੇ ਫੁੱਲ ਉਹਨਾਂ ਨੇ ਹੋਰ ਤਿਆਰ ਕਰ ਲੈਣੇ। ਬਿਲਕੁਲ ਹੋਰ ਕੀ। ਸੋ ਇਹ ਜਿਹੜੀ ਇਹੀ ਆਪਣਾ ਨੈਕਸਟ ਜਿਹੜਾ ਫਿਊਚਰ ਹੈ ਇਹ ਆਪਾਂ ਇੱਥੋਂ ਹੀ ਸਿੱਖਾਂਗੇ ਕਿ ਸਾਡੇ ਸਕਿੱਲਸ ਜਿਹੜੇ ਨੇ ਉਹ ਕਿਵੇਂ ਬੈਟਰ ਹੋਣ। ਹੁਣ ਸਾਇੰਸ ਸਕਿੱਲਸ ਆਪਾਂ ਕਹਿਤਾ ਆਰਕੀਟੈਕਚਰ ਪਲੈਨਿੰਗ ਸਕਿੱਲਸ ਹੋ ਗਿਆ ਸਾਡੇ ਗ੍ਰੀਨ ਇੰਜੀਨੀਅਰਿੰਗ। ਮੈਂ ਕਿਸੇ ਦੇ ਘਰੇ ਗਈ ਉਹ ਕਹਿੰਦੇ ਕਿ ਅਸੀਂ ਜਿਹੜਾ ਵੀ ਫਰੂਟ ਮਤਲਬ ਉਹਨਾਂ ਦੀ ਇੱਕ ਬੇਟੀ ਨੂੰ ਬੜਾ ਇੰਟਰਸਟ ਹੈ ਇਹਦੇ ਵਿੱਚ ਵੀ ਉਹ ਛੋਟੀ ਹੁੰਦੀ ਕਹਿੰਦੇ ਛੋਟਾ ਜਿਹਾ ਜਿਵੇਂ ਲੈ ਕੇ ਨਾ ਗਮਲਾ ਵਗੈਰਾ ਉਹਦੇ 'ਚ ਸੀਡਸ ਲਾ ਦਿੰਦੀ ਸੀ ਫਿਰ ਉਹ ਗਰੋ ਕਰਦਾ ਸੀ ਬੜਾ ਖੁਸ਼ ਹੁੰਦੀ ਸੀ। ਉਹ ਬੱਚੀ ਹੁਣ ਜਿਹੜਾ ਵੀ ਫਰੂਟ ਖਾਂਦੀ ਸੀ ਕਹਿੰਦੇ ਉਹ ਬਾਹਰ ਮਤਲਬ ਜਿਹੜਾ ਉਹਨਾਂ ਦਾ ਸੀ ਯਾਰਡ 'ਚ ਉੱਥੇ ਬੀ ਦਿੰਦੀ ਸੀ ਉਹ ਕਿੰਨੇ ਸਾਰੇ ਉਹਨਾਂ ਦੇ ਉੱਥੇ ਪਲਾਂਟਸ ਹੋ ਗਏ ਕਿੰਨੇ ਫਰੂਟਸ ਲੱਗਣ ਲੱਗ ਗਏ ਉੱਥੇ। ਹਾਂ ਸੀ ਇਹ ਸ਼ੌਕ ਦੀ ਗੱਲ ਹੈ ਨਾ ਸ਼ੌਕ ਵੀ ਹੈਗਾ ਪਰ ਹੋ ਸਕਦਾ ਕਿ ਕਈ ਵਾਰੀ ਆਪਾਂ ਸਿਖਾ ਹੀ ਨਹੀਂ ਸਕਦੇ ਮਤਲਬ ਕਿਉਂਕਿ ਸਾਨੂੰ ਆਪ ਹੀ ਨਹੀਂ ਪਤਾ ਕਿ ਘਰੇ ਖਾਂਦੀ ਸੀ ਨਾ ਉਹਨੇ ਉਹੀ ਬੀਜਣੇ ਸ਼ੁਰੂ ਕਰਤੇ ਦੇਖੋ
ਉਹਨੇ ਬੀ ਰੱਖਣੇ ਸ਼ੁਰੂ ਕਰਤੇ, ਸੀਡਸ ਰੱਖਣੇ ਸ਼ੁਰੂ ਕਰਤੇ ਕੁੜੀ ਨੇ। ਸੋ ਇਹ ਚੀਜ਼ਾਂ ਜਿਹੜੀਆਂ ਜੋ ਸਾਡਾ ਫਿਊਚਰ ਹੈ ਇਹ ਇੱਥੇ ਇਸ ਟਾਈਮ ਹੈਗਾ। ਸੋ ਸਾਡੇ ਕਈ ਇਹੋ ਜਿਹੀ ਸਿਸਟਮ ਸਕਿੱਲਸ, ਇਹ ਜਿਹੜੇ ਸਾਰੇ ਸਕਿੱਲਸ ਹੀ ਨੇ ਮੇਰੇ ਖਿਆਲ ਚ ਜਿਹਦੀ ਆਪਾਂ ਗੱਲਬਾਤ ਕਰ ਰਹੇ ਹਾਂ। ਔਰ ਅੱਜ ਦੇ ਮੁਲਾਕਾਤ ਪ੍ਰੋਗਰਾਮ ਚ ਅਸੀਂ ਗੱਲਬਾਤ ਯੂਥ ਬਾਰੇ ਕਰ ਰਹੇ ਹਾਂ ਕਿ ਯੂਥ ਜਿਹੜਾ ਇਹ ਕਿਹੜੇ ਪਾਸੇ ਅੱਗੇ, ਜਿਹੜਾ ਯੂਥ ਕਿਹੜੇ ਪਾਸੇ, ਕਿਹੋ ਜਿਹੇ ਸਕਿੱਲਸ ਉਹਨਾਂ ਵਾਸਤੇ ਚਾਹੀਦੇ ਨੇ, ਕਿਉਂਕਿ ਡਾਕਟਰ ਢਿੱਲੋਂ ਹਾਂਜੀ ਬਹੁਤ ਚੀਜ਼ਾਂ ਬਦਲ ਗਈਆਂ ਨੇ ਆਪਣੇ ਜ਼ਮਾਨੇ ਦੀਆਂ ਤੇ ਅੱਜ ਕੱਲ੍ਹ ਦੇ ਜ਼ਮਾਨੇ ਦੀਆਂ, ਤੇ ਫਿਊਚਰ ਦੇ ਵਿੱਚ ਹੁਣ ਜਿਵੇਂ ਇਸ ਸਾਲ ਦਾ ਥੀਮ ਗ੍ਰੀਨਰੀ ਵੱਲ ਜ਼ਿਆਦਾ, ਐਨਵਾਇਰਨਮੈਂਟ ਵੱਲ ਜ਼ਿਆਦਾ ਹੈ। ਸੋ ਗ੍ਰੀਨ ਐਨਰਜੀ ਸਕਿੱਲਸ ਕਹਿ ਲਓ, ਐਨਰਜੀ ਹੋ ਗਈ ਆ ਜਿਹੜੇ ਸੋਲਰ ਪੈਨਲਸ, ਐਨਵਾਇਰਨਮੈਂਟ ਦਾ ਨਵੀਆਂ ਕਾਰਾਂ ਆ ਗਈਆਂ, ਹਾਂਜੀ। ਸੋ ਗ੍ਰੀਨ ਇਕੋਨਮੀ ਜੌਬਸ ਆਪਾਂ ਕਹਿ ਸਕਦੇ ਹਾਂ। ਤੇ ਹੁਣ ਕਈ ਨਵੀਆਂ ਜੌਬਸ ਨਿਕਲਦੀਆਂ ਵੀ ਨੇ, ਪਰ ਕੀ ਹੈ ਆਪਣੇ ਯੂਥ ਜਿਹੜਾ ਹੈ ਉਹਨਾਂ ਕੋਲ ਉਹ ਸਾਰੇ ਸਕਿੱਲਸ ਹੈਗੇ ਨੇ, ਪਰ ਨਵੀਆਂ ਜੌਬਸ ਜਿਹੜੀਆਂ ਨੇ ਨਿਕਲ ਵੀ ਇਸ ਪਾਸੇ ਹੀ ਰਹੀਆਂ ਨੇ। ਹਾਂਜੀ ਪਰ ਇਹ ਹੈ ਕਿ ਯੂਥ ਨੂੰ ਉਸ ਪਾਸੇ ਸਕਿੱਲਸ ਦੀ ਟ੍ਰੇਨਿੰਗ ਦੇਣੀ ਵੀ ਬਹੁਤ ਜ਼ਰੂਰੀ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਟ੍ਰੇਨਿੰਗ ਉਨੀ ਮਿਲ ਨਹੀਂ ਰਹੀ, ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਜਾਈਏ, ਕਿ ਅੱਗੇ ਫਿਊਚਰ ਕੀ ਹੈ। ਪਰ ਫਿਊਚਰ ਹੁਣ ਜਿਹੜਾ ਜਾ ਰਿਹਾ ਹੈ, ਇਸੇ ਕਰਕੇ ਇਹ ਯੂਥ ਡੇ ਮਨਾਇਆ ਜਾਂਦਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਵਰਕਸ਼ਾਪਸ ਕਰੀਏ, ਬੱਚਿਆਂ ਨੂੰ, ਜਿਹੜੇ ਯੂਥ ਆ ਸਾਡਾ, ਯੰਗ ਐਡਲਟਸ ਕਹਿ ਲਓ, ਉਹਨਾਂ ਨੂੰ ਦੱਸ ਸਕੀਏ ਕਿ ਅੱਗੇ ਜਿਹੜਾ ਫਿਊਚਰ ਹੈ ਕਿਹੜੇ ਪਾਸੇ ਨੂੰ ਜਾ ਰਿਹਾ। ਸੋ ਗ੍ਰੀਨ ਇਕੋਨਮੀ ਜੌਬਸ। ਸੋ ਯੂਥ ਜਿਹੜੇ ਨੇ ਇਹ ਹੁਣ ਆਪਾਂ ਕਿਹਾ 30 ਸਾਲ ਤੋਂ ਜਾਂ 34 ਸਾਲ ਤੋਂ ਜਿਹੜੇ ਥੱਲੇ ਯੰਗ ਐਡਲਟਸ ਨੇ ਉਹਨਾਂ ਨੂੰ ਆਪਾਂ ਗ੍ਰੀਨ ਜੌਬਸ ਕਹਿੰਦੇ ਆ। ਹੁਣ ਆਨਲਾਈਨ ਜੌਬਸ ਕਿੰਨੀਆਂ ਹੋ ਗਈਆਂ ਨੇ, ਆਨਲਾਈਨ ਕੋਰਸਿਸ ਕਿੰਨੇ ਹੋ ਗਏ ਨੇ। ਹਾਂਜੀ, ਤੇ ਕਈ ਕਹਿੰਦੇ ਨੇ ਕਿ ਇਟਸ ਬੈਟਰ ਕਿ ਸੇਵ ਟਾਈਮ, ਯੂਜ਼ ਨੈਟਵਰਕ ਦੈਨ ਲੈਗ ਵਰਕ, ਹੈ ਨਾ। ਇਹ ਹੁਣ ਪਹਿਲੇ ਵਾਰ ਸੋਚਦੀ ਸੀ ਆਪਾਂ ਉਸ ਟਾਈਮ, ਆਪਣੇ ਟਾਈਮ ਤੇ ਆਪਾਂ ਕਹਿੰਦੇ ਸੀ ਆਪ ਪਰਸਨਲੀ ਜਾ ਕੇ ਮਿਲਿਆ ਜਾਏ, ਪਰ ਹੁਣ ਜ਼ਮਾਨਾ ਹੈ ਕਿ ਵਾਏ ਅਸੀਂ ਪਹਿਲੇ ਟਾਈਮ ਵੇਸਟ ਕਰਾਂਗੇ ਜਾਣ ਦਾ। ਦੂਜੇ ਪਾਸੇ ਦੇਖੋ ਕਾਰ ਤੇ ਜੇ ਜਾਵਾਂਗੇ, ਕਾਰ ਦਾ ਕਿੰਨਾ ਧੂਆਂ ਜਿਹੜਾ এনवायरमेंट ਚ ਜਾ ਰਿਹਾ, ਪੈਟਰੋਲ ਵਾਲਾਂਗੇ ਉਹ ਵੀ ਪੈਸੇ ਲੱਗਣਗੇ, ਤੇ ਨੈਚੁਰਲੀ ਫਿਰ ਜਿਹੜਾ ਟਾਈਮ ਹੈ, ਟਾਈਮ ਦਾ ਤੇ ਆਪਾਂ ਕਦੀ ਵੈਲਿਊ ਦੇਖੀ ਹੋਈ ਨਹੀਂ। ਜਿਹੜੀਆਂ ਹੁਣ ਕੰਪਨੀਆਂ ਆ ਉਹ ਵੀ ਤਾਂ ਆਨਲਾਈਨ ਕੰਮ ਤਾਂ ਹੀ ਕਰਾਉਂਦੀਆਂ, ਨਹੀਂ ਤਾਂ ਉਹਨਾਂ ਨੂੰ ਇੱਕ ਆਫਿਸ ਮੇਨਟੇਨ ਕਰਨਾ ਪਏਗਾ ਸਾਰਾ, ਉਹਦਾ ਕਿੰਨਾ ਖਰਚਾ ਹੁੰਦਾ, EMPLOYEES ਨੂੰ ਬਾਏ ਕਾਰ ਜਾਂ ਬਾਏ ਐਨੀ ਵਹੀਕਲ ਆਉਣਾ ਪਊਗਾ, ਉਹ ਸਾਰਾ, ਤੇ ਉਹਦੇ ਨਾਲੋਂ ਬੈਟਰ ਹੈ ਕਿ ਉਹ ਆਨਲਾਈਨ ਕਰ ਲੈਣ ਕੰਮ। ਹਾਂਜੀ, ਤੇ ਸਾਰੇ ਕਾਸੇ ਦੀ ਬੱਚਤ ਹੈ, ਕਿੰਨੀ ਬੱਚਤ ਹੋ ਜਾਂਦੀ ਹੈ। ਹਾਂਜੀ, ਸੋ ਆਨਲਾਈਨ ਟ੍ਰੇਨਿੰਗ ਵੀ ਜਿਹੜੀ ਹੈ, ਆਮ ਕਈ ਕੋਰਸਿਸ ਜਿਹੜੇ ਨੇ ਆਨਲਾਈਨ ਨੇ, ਤੇ ਆਨਲਾਈਨ ਜੌਬਸ ਜਿਹੜੀਆਂ ਨੇ ਇਹ ਹੁਣ ਤੁਸੀਂ ਘਰ ਬਹਿ ਕੇ, ਉੱਥੇ ਵੀ ਬਹਿ ਕੇ ਕੰਪਿਊਟਰ ਤੇ ਹੀ ਕੰਮ ਕਰਨਾ ਹੈ, ਤੇ ਵਾਈ ਨਾਟ ਸਿਟਿੰਗ ਐਟ ਹੋਮ। ਤੇ ਇਹ ਵੀ ਅੱਜ ਕੱਲ ਦੇਖੋ ਕਿੰਨਾ ਚੱਲ ਰਿਹਾ। ਵੈਸੇ ਕੋਵਿਡ ਨੇ ਸਿਖਾ ਤੇ ਦਿੱਤਾ ਕਿ ਤੁਸੀਂ ਘਰੋਂ ਵੀ ਕੰਮ ਕਰ ਸਕਦੇ ਹੋ। ਹਾਂਜੀ, ਪਰ ਕਈ ਵਾਰੀ ਕਈਆਂ ਨੂੰ ਹੁੰਦਾ ਕਿ ਘਰ ਤੁਸੀਂ ਸ਼ਾਇਦ ਉਨਾ ਕੰਮ ਨਾ ਕਰੋ, ਕਿਉਂਕਿ ਤੁਹਾਡਾ ਧਿਆਨ ਤੁਹਾਡੇ ਬੱਚੇ ਵੱਲ ਹੋਏਗਾ, ਤੁਹਾਡਾ ਕਿਚਨ ਵਿੱਚ ਵੀ ਹੋਏਗਾ, ਕੋਈ ਆਲੇ ਦੁਆਲੇ ਆ ਗਿਆ ਉਹਦੇ ਵੱਲ ਵੀ ਹੋਏਗਾ। ਸੋ ਇਹ ਵੀ ਇੱਕ ਐਕਚੁਅਲੀ ਸੈਕੰਡ ਪ੍ਰੋਬਲਮ ਇਹ ਹੈ। ਹਾਂਜੀ, ਪਰ ਵਿੱਚੋਂ ਦੂਜੇ ਪਾਸੇ ਜਿਹੜਾ ਉਹ ਦੇਖ ਸਕਦੇ ਨੇ ਕਿ ਇੰਨਾ ਕੰਮ ਅੱਗੇ ਆਫਿਸ 'ਚ ਬੰਦਾ ਜੇ ਕਰ ਰਿਹਾ ਉਨਾ ਹੀ ਅਗਰ ਉਹ ਘਰੋਂ ਕਰ ਰਿਹਾ, ਦੈਨ ਵਾਈ ਨਾਟ। ਹਾਂਜੀ, ਸੋ ਇਹ ਸਕਿੱਲਸ ਜਿਹੜੇ ਨੇ ਨਵੇਂ ਇਹ ਸਿੱਖਣੇ ਹੀ ਪੈਣੇ ਨੇ। ਸੋ ਹੁਣ ਕਹਿੰਦੇ ਅੱਗੇ ਤੱਕ, ਹੁਣ ਜਿਵੇਂ ਜ਼ਮਾਨਾ ਜਿਵੇਂ ਅੱਗੇ ਗਿਆ 2050 ਤੱਕ 400,000 ਨਿਊ ਰਿਕਰੂਟਸ ਬਾਈ 2050। ਹਾਂਜੀ 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 ਹਾਂਜੀ। ਤੇ ਇਹ ਹੈ ਕਿ ਹੁਣ ਇਹ ਜਿਹੜੇ ਸਕਿੱਲਸ ਨੇ ਭਾਵੇਂ ਮਤਲਬ ਇੰਨਾ ਨਿਊ ਰਿਕਰੂਟ, ਦੇਖੋ ਕਿੰਨਾ ਜ਼ਿਆਦਾ ਨੰਬਰ ਹੈ ਬਾਈ 2050। ਹਾਂਜੀ, ਹਾਂ। ਹੁਣ ਇੰਨੇ ਵੇਖੋ ਕੈਨੇਡਾ 'ਚ ਇੰਨੇ ਆ ਰਹੇ ਆ, ਪਰ ਇਹ ਆਪਾਂ ਗਲੋਬਲੀ ਗੱਲ ਕਰ ਰਹੇ ਹਾਂ ਦੁਨੀਆ 'ਚ, ਨਾ ਕਿ ਜਸਟ ਕੈਨੇਡਾ ਦੇ ਵਿੱਚ। ਸੋ ਇਹ ਸਾਰੀ ਦੁਨੀਆ ਦੇ ਵਿੱਚ ਇੰਨੇ ਹੋਰ। ਹੁਣ ਇਹ ਹੈ ਕਿ ਹੁਣ ਜਿਹੜੇ ਆਪਣੇ ਪੁਰਾਣੇ ਸਕਿੱਲਸ ਨੇ ਨਾ ਉਹਨਾਂ ਨੂੰ ਦੁਬਾਰਾ ਸਿੱਖਣੇ ਪੈਣੇ ਨੇ। ਹਾਂਜੀ ਹਾਂਜੀ, ਰੀਸਕਿਲਿੰਗ ਫॉर ਫਿਊਚਰ ਵਾਸਤੇ ਆਪਾਂ ਨੂੰ ਸਿੱਖਣਾ ਹੀ ਪੈਣਾ, ਭਾਵੇਂ ਤੁਸੀਂ ਜਿਹੜੀ ਮਰਜ਼ੀ ਉਮਰ 'ਚ ਹੋ। ਪਰ ਵੈਸੇ ਤਾਂ ਕਹਿੰਦੇ ਨਾ ਕਿ ਬੰਦਾ ਮਰਦੇ ਦਮ ਤੱਕ ਸਿੱਖਦਾ ਹੀ ਰਹਿੰਦਾ। ਹਾਂਜੀ, ਪਰ ਇਹ ਹੈ ਕਿ ਅੱਗੇ ਜਾ ਕੇ ਸਾਨੂੰ ਜਿਹੜੇ, ਅਗਰ ਤੁਸੀਂ 50-60 ਸਾਲ ਦੇ ਅੱਗੇ ਹੋਰ 10-15 ਸਾਲ ਜੇ ਕੰਮ ਵੀ ਕਰਨਾ ਨਾ, ਸਾਨੂੰ ਆਪਣੇ ਥੋੜੇ ਜਿਹੇ ਸਕਿੱਲਸ ਜਿਹੜੇ ਨੇ ਉਹ ਥੋੜੇ ਜਿਹੇ ਸ਼ਾਰਪਨ ਕਰਨੇ ਹੀ ਪੈਣੇ ਨੇ। ਬਿਲਕੁਲ ਬਿਲਕੁਲ। ਤੇ ਆਮ ਤੌਰ ਤੇ ਅੱਜ ਕੱਲ੍ਹ ਸਾਰੀਆਂ ਕੰਪਨੀਆਂ ਇਹੀ ਕਰ ਰਹੀਆਂ ਨੇ ਕਿ ਅਸੀਂ ਅੱਗੇ
किस तरीके ਅੱਜ ਚਲੋ 2019 ਤੋਂ 18 ਤੋਂ ਬਾਅਦ ਕਿਸ ਤਰੀਕੇ ਅਸੀਂ ਆਪਣੇ ਜਿਹੜੇ ਸਕਿੱਲਸ ਆ ਉਹਨਾਂ ਸਕਿੱਲਸ ਵੀ ਜ਼ਿਆਦਾ ਕਰੀਏ ਔਰ ਇਹ ਕਿੱਥੋਂ ਸਿੱਖਣੇ ਨੇ ਕੰਪਿਊਟਰ ਤੋਂ ਹਾਂਜੀ ਆ ਹੁਣ ਕਿਉਂ ਮੀਟਿੰਗਸ ਆਨਲਾਈਨ ਹੋਣ ਲੱਗੀਆਂ ਨੇ ਹੈਨਾ ਹਰ ਚੀਜ਼ ਆਪਣੀਆਂ ਮੀਟਿੰਗਸ ਵੀ ਆਫਿਸ ਦੀਆਂ ਵੀ ਭਾਵੇਂ ਜ਼ੂਮ ਤੇ ਹੈ ਜਾਂ ਅੱਜ ਕੱਲ ਤੇ ਹੋਰ ਕਈ ਨਵੇਂ ਆ ਗਏ ਨੇ ਨਵੇਂ ਤੇ ਨਹੀਂ ਸੇਮ ਜਿਹੜੀਆਂ ਆਪਣਾ ਵਰਡ ਵਾਲੇ ਸੀਗੇ ਸਾਰਿਆਂ ਨੇ ਆਪਣੇ ਆਪਣੇ ਮੀਟਿੰਗਸ ਆਨਲਾਈਨ ਕਰਦੀਆਂ ਨੇ ਹਾਂਜੀ ਪਰ ਆਪਣਾ ਅਖੀਰ ਦੇ ਵਿੱਚ ਥੋੜਾ ਜਿਹਾ ਇਹੀ ਆਪਾਂ ਕਹੀਏ ਕਿ ਆਪਣੇ ਬੱਚਿਆਂ ਨੂੰ ਅੱਗੇ ਸੇਵ ਕਰੀਏ ਆਪਾਂ ਜਿਹੜੇ ਗ੍ਰੀਨ ਸਕਿੱਲ ਹੈ ਵੀ ਇਹਦੀਆਂ ਬਹੁਤ ਸਾਰੀਆਂ ਜੌਬਸ ਹੈ ਬੱਚਿਆਂ ਨੂੰ ਇੱਧਰ ਆਪਦਾ ਇੰਟਰਸਟ ਆਪਣਾ ਲਾਈਫ ਸਟਾਈਲ ਉਵੇਂ ਚੇਂਜ ਕਰਨਾ ਚਾਹੀਦਾ ਹਾਂਜੀ ਸੋ ਲਾਈਫ ਸਟਾਈਲ ਮਾਂ-ਬਾਪ ਥੋੜਾ ਬਹੁਤ ਚੇਂਜ ਕਰਨਗੇ ਸਕੂਲ ਦੇ ਟੀਚਰਸ ਜਿਹੜੇ ਪੁਰਾਣੇ ਨੇ ਉਹ ਚੇਂਜ ਕਰਨਗੇ ਤੇ ਫਿਰ ਅੱਗੇ ਬੱਚਿਆਂ ਦਾ ਲਾਈਫ ਸਟਾਈਲ ਹੈ ਜਿਹੜਾ ਉਹ ਤਾਂ ਹੀ ਚੇਂਜ ਹੋ ਸਕਦਾ ਹੈ ਹਾਂਜੀ ਤੇ ਉਹਦੇ ਨਾਲ ਹੀ ਜਿਹੜਾ ਆਪਣਾ এনवायरमेंट ਹੈ ਉਹ ਰੀਸਟੋਰ ਹੋਏਗਾ ਇਨਕਲੂਡਿੰਗ ਆਵਰ ਕਲਾਈਮੇਟ ਆਲਸੋ ਹਾਂਜੀ ਸੋ ਇਹ ਹੈ ਕਿ ਆਪਾਂ ਆਪਣੇ ਯੂਥ ਨੂੰ ਕਿਸ ਤਰੀਕੇ ਬਚਾ ਸਕਦੇ ਆ ਅੱਗੇ ਉਹਨਾਂ ਦੇ ਸਕਿੱਲਸ ਬੈਟਰ ਹੋਣ ਕਿਉਂਕਿ ਜੌਬ ਕਰਨੀ ਤੇ ਆਪਣਾ ਡਾਕਟਰ ਢਿੱਲੋਂ ਬਿਨਾਂ ਜੌਬ ਤੋਂ ਤੇ ਅੱਜ ਕੱਲ੍ਹ ਗੁਜ਼ਾਰਾ ਹੀ ਨਹੀਂ ਹੈਗਾ ਬਿਲਕੁਲ ਬਿਲਕੁਲ ਹਾਂਜੀ ਤੇ ਇਸ ਕਰਕੇ ਸਾਨੂੰ ਆਪਣੇ ਸਕਿੱਲਸ ਸ਼ਾਰਪਨ ਕਰਨੇ ਹੀ ਪੈਣੇ ਨੇ ਆਪਣਾ ਕਈ ਕੰਟਰੀਜ਼ ਜਿਹੜੇ ਇਨਵੋਲਵ ਨੇ ਇਹਦੇ ਵਿੱਚ ਸੇਵ ਦਾ ਚਿਲਡਰਨ ਹਾਂਜੀ ਆਪਣਾ ਜਿਵੇਂ ਆਪਾਂ ਗ੍ਰੀਨ ਇਕਨੋਮੀ ਦੀ ਗੱਲ ਕਰ ਰਹੇ ਹਾਂ ਬਿਲਕੁਲ ਬਿਲਕੁਲ ਤੇ ਕਈ ਕੰਟਰੀਜ਼ ਦੇ ਵਿੱਚ ਆਪਣਾ ਛੋਟੇ ਵੱਡੇ ਕਈ ਕੰਟਰੀਜ਼ ਨੇ ਅਲਬਾਨੀਆ ਬੋਲੀਵੀਆ ਚਾਈਨਾ ਇਹ ਹੁਣ ਜਿਹੜੇ ਜਿੰਨੇ ਵੀ ਭਾਵੇਂ ਥਰਡ ਵਰਲਡ ਕੰਟਰੀਜ਼ ਨੇ ਭਾਵੇਂ ਨਹੀਂ ਉਹ ਸਾਰੇ ਹੀ ਇਹਦੇ ਚ ਇਨਵੋਲਵ ਨੇ ਹਾਂਜੀ ਗ੍ਰੀਨ ਜੌਬਸ ਹਾਂਜੀ ਗ੍ਰੀਨ ਜੌਬਸ ਤੇ ਉਹ ਗ੍ਰੀਨ ਸਕਿੱਲਸ ਕਿਹੜੇ ਨੇ ਔਰ ਇਹ ਆਪਾਂ ਆਪਣੇ ਜਿਹੜਾ ਯੂਥ ਹੈ ਉਹਨਾਂ ਨੂੰ ਪੇਰੈਂਟਸ ਨੂੰ ਸਾਰਿਆਂ ਨੂੰ ਕਹਾਂਗੇ ਕਿ ਆਪਣੇ ਜਿਹੜੇ ਸਕਿੱਲਸ ਨੇ ਉਹ ਦੇਖੋ ਔਰ ਵਰਕ ਆਊਟ ਔਨ ਯੂਰ ਸਕਿੱਲਸ ਅਸੀਂ ਕਿੱਥੋਂ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ ਤੇ ਇੰਪਰੂਵ ਕਰਕੇ ਤੇ ਬੈਟਰ ਫਿਊਚਰ ਤੁਹਾਡੇ ਆਪਣੇ ਵਾਸਤੇ ਵੀ ਔਰ ਜਿਸ ਕੰਟਰੀ 'ਚ ਤੁਸੀਂ ਰਹਿ ਰਹੇ ਹੋ ਉਸ ਕੰਟਰੀ ਵਾਸਤੇ ਵੀ ਤੁਸੀਂ ਕਿਵੇਂ ਬੈਟਰ ਕਰ ਸਕੋ ਜੀ ਇਹਦੇ ਨਾਲ ਹੀ ਇਜਾਜ਼ਤ ਲਈਏ ਥੈਂਕ ਯੂ ਡਾਕਟਰ ਢਿੱਲੋਂ ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਲਰਸ ਦਾ ਵੀ ਬਹੁਤ ਬਹੁਤ ਸ਼ੁਕਰੀਆ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਵਾਂ ਉਹਨਾਂ ਕੋਲੋਂ ਥੈਂਕ ਯੂ ਜੀ ਥੈਂਕ ਯੂ ਹਾਂਜੀ ਇਹਦੇ ਨਾਲ ਮੈਂ ਵੀ ਇਜਾਜ਼ਤ ਲਾਂਗੀ ਅਗਲੇ ਹਫਤੇ ਫਿਰ ਮੁਲਾਕਾਤ ਹੋਏਗੀ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ